ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਸਵਾਗਤ। ਮਨਪਸੰਦ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਮੁੜ ਤੋਂ ਹਾਜ਼ਰ ਹਾਂ। ਕਰੋਨਾ 2 ਕਰੋੜ ਤੋਂ ਹੋਇਆ ਪਾਰ। ਪਾਬੰਦੀਆਂ ਦੇ ਬਾਵਜੂਦ ਲੋਕ ਕਿਉਂ ਹੋ ਰਹੇ ਨੇ ਬੇਪਰਵਾਹ? ਦਿੱਲੀ ਸਰਕਾਰ ਨੇ ਫੌਜ ਦੀ ਮਦਦ ਕਿਉਂ ਮੰਗੀ? ਤੇ ਬੰਗਾਲ ਚੋਣਾਂ 'ਚ ਨਤੀਜਿਆਂ ਤੋਂ ਬਾਅਦ ਕਿਉਂ ਵੱਧ ਰਹੀ ਹੈ ਹਿੰਸਾ? ਇਹਨਾਂ ਮੁੱਦਿਆਂ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨ ਦੇ ਨਾਲ। ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਹੈ ਅੰਮ੍ਰਿਤਪਾਲ ਸ਼ਰਮਾ ਜੀ। ਬਹੁਤ ਬਹੁਤ ਸਵਾਗਤ ਅੰਮ੍ਰਿਤ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਪਰਮਿੰਦਰ ਜੀ, ਕੀ ਹਾਲ ਚਾਲ? ਹਾਲ ਚਾਲ ਸਾਡੇ ਤਾਂ ਠੀਕ ਹੈ, ਪਰ ਆਸ-ਪਾਸ ਦੇ ਥੋੜੇ ਜਿਹੇ ਖਰਾਬ ਲੱਗ ਰਹੇ ਨੇ। ਕੀ ਹੋ ਗਿਆ? ਕਿਉਂਕਿ ਕਰੋਨਾ ਜਿਹੜਾ ਹੈ ਨਾ, ਅੱਛਾ ਜੀ, ਅਸੀਂ ਕੁਝ ਵੀ ਨਹੀਂ ਕਰਦੇ ਤਾਂ ਵੀ ਬਹੁਤ ਕੁਝ ਕਰ ਰਿਹਾ ਹੈ ਜੀ। ਦੁਨੀਆ ਭਰ ਦੇ ਅੰਕੜਿਆਂ ਦੀ ਗੱਲ ਕਰੀਏ ਤੇ 2 ਕਰੋੜ ਤੋਂ ਪਾਰ ਹੋ ਗਏ ਨੇ ਇਸ ਬਿਮਾਰੀ ਦੀ ਯਾਨੀ ਲਾਗ ਦੇ ਸ਼ਿਕਾਰ। ਜੀ, ਕੀ ਆਖੋਗੇ ਇਸ ਬਾਰੇ? ਬਿਲਕੁਲ ਜੀ। ਇੱਕ ਨਵੀਂ ਬਿਮਾਰੀ ਸੀ ਜਦੋਂ 1.5 ਸਾਲ ਪਹਿਲਾਂ ਇਹਦਾ ਪਤਾ ਲੱਗਿਆ ਦੁਨੀਆ ਦੇ ਵਿੱਚ। ਅਕਤੂਬਰ 19 ਦੀ ਗੱਲ ਅਸੀਂ ਕਰਦੇ ਹਾਂ ਤੇ 1.5 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਜੀ। ਤੇ ਬਹੁਤ ਜ਼ਿਆਦਾ ਹਫੜਾ ਤਫੜੀ ਦਾ ਮਾਹੌਲ ਸੀ ਪਿਛਲੇ ਸਾਲ ਇਹਨਾਂ ਦਿਨਾਂ 'ਚ। ਪਰ ਲੱਗਦਾ ਸੀਗਾ ਕਿ ਹੌਲੀ ਹੌਲੀ ਜਿਹੜੀ ਇਸ ਤੋਂ ਪਾਰ ਜਿਹੜੀ ਮਨੁੱਖਤਾ ਆ ਇਸ ਬਿਮਾਰੀ ਤੋਂ ਪਾਰ ਪਾ ਲਊਗੀ ਜੀ। ਤੇ ਇੱਕ ਸਮਾਂ ਇੱਦਾਂ ਦਾ ਆਇਆ ਅਕਤੂਬਰ ਨਵੰਬਰ 'ਚ, ਤੁਸੀਂ ਵੀ ਦੇਖਿਆ ਕਿ ਜਿਹੜੇ ਪਰਸੈਂਟੇਜ ਸੀਗੀ ਉਹ ਬਹੁਤ ਘਟ ਗਈ ਸੀ। ਨਵੇਂ ਕੇਸਿਸ ਦਾ ਆਉਣਾ ਸੈਂਕੜਿਆਂ 'ਚ ਰਹਿ ਗਿਆ ਸੀ, ਹਜ਼ਾਰਾਂ 'ਚ ਫਿਰ ਸੈਂਕੜਿਆਂ 'ਚ ਆ ਗਿਆ ਸੀ ਜੀ। ਤੇ ਠੀਕ ਹੋਣ ਵਾਲਿਆਂ ਦੀ ਗਿਣਤੀ 90%, 92%, 94%, 96% ਤੱਕ ਅੰਕੜੀ ਗਈ ਤੇ ਵਾਪਸ ਆ ਕੇ ਫਿਰ ਉਹੀ ਜਿਹੜੀ 80-81% ਤੱਕ ਪਹੁੰਚ ਗਈ ਹੈ ਤੇ ਨਵੇਂ ਕੇਸ ਜਿਹੜੇ ਆ ਉਹ ਬਹੁਤ ਤੇਜ਼ੀ ਨਾਲ ਵੱਧਦੇ ਪਏ ਨੇ। ਬਾਕੀ ਦੁਨੀਆ ਦਾ ਵੀ ਕਮੋਬੇਸ਼ ਥੋੜ੍ਹਾ ਬਹੁਤ ਇਹੀ ਹਾਲ ਹੈ, ਪਰ ਹਿੰਦੁਸਤਾਨ ਦਾ ਜਿਹੜਾ ਹਾਲਾਤ ਨੇ ਉਹ ਜ਼ਿਆਦਾ ਖਰਾਬ ਨੇ। ਜੇ ਅਸੀਂ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤੇ 7 ਲੱਖ ਤੋਂ ਵੱਧ ਕੇਸ ਜਿਹੜੇ ਆ ਸਾਰੀ ਦੁਨੀਆ 'ਚ ਆਏ ਨੇ। ਵੱਡਾ ਅੰਕੜਾ ਆ। ਇੱਕ ਦਿਨ ਦੇ 24 ਘੰਟਿਆਂ ਦੇ ਵਿੱਚ ਦੁਨੀਆ ਦੇ ਵਿੱਚ 7 ਲੱਖ ਤੋਂ ਵੱਧ ਨਵੇਂ ਬਿਮਾਰ ਜਿਹੜੇ ਸ਼ਿਕਾਰ ਹੋਏ ਨੇ ਇਸ ਬਿਮਾਰੀ ਦਾ। ਤੇ ਉਹਦੇ ਵਿੱਚੋਂ 3,60,000 ਜਾਂ 3,62,000 ਦੀ ਜਿਹੜੀ ਗਿਣਤੀ ਹੈ ਉਹ ਸਿਰਫ ਹਿੰਦੁਸਤਾਨ 'ਚ ਆ। ਸੋ ਉਹਨੂੰ ਜੇ ਆਪਾਂ ਆਂਕਦੇ ਹਾਂ ਤੇ ਉਹ ਅੱਧੀ ਜਿਹੜੀ ਜਨਸੰਖਿਆ ਆ ਬਿਮਾਰਾਂ ਦੀ ਉਹ ਪੂਰੀ ਦੁਨੀਆ ਦੀ ਹੈ ਤੇ ਅੱਧੀ ਸਾਰੇ ਹਿੰਦੁਸਤਾਨ ਦੀ। ਪਰ ਜਿੱਦਾਂ ਅਸੀਂ ਕਹਿੰਦੇ ਹਾਂ ਕਿ ਕਈ ਵਾਰੀ ਕਿਸੇ ਬੁਰੀ ਗੱਲ 'ਚ ਵੀ ਕੋਈ ਚੰਗੀ ਗੱਲ ਨਜ਼ਰ ਆਉਂਦੀ ਆ। ਤੇ ਬੀਤੇ ਦਿਨੀ ਜਿਸ ਦਿਨ ਅਸੀਂ ਪ੍ਰੋਗਰਾਮ ਕਰਦੇ ਸੀ ਚੋਣ ਵਿਸ਼ਲੇਸ਼ਣ ਦਾ, ਅਸੀਂ ਗੱਲ ਕਰਦੇ ਸੀ ਉਸ ਦਿਨ ਕਿ ਨਵੇਂ ਕੇਸ ਜਿਹੜੇ ਆ ਉਹ 4 ਲੱਖ ਦੇ ਨੇੜੇ ਤੇੜੇ ਪਹੁੰਚ ਗਏ ਸੀ। 3,92,000, 3,96,000 ਜਾਂ ਅਸੀਂ ਉਹਨੂੰ ਰਾਊਂਡ ਫਿਗਰ ਜੇ ਕਰ ਲਈਏ ਤੇ 4 ਲੱਖ ਦੇ ਨੇੜੇ ਤੇੜੇ ਸੀ। ਤੇ ਉਹਦੇ 'ਚੋਂ ਜੇ ਹੁਣ ਅਸੀਂ 2 ਦਿਨ ਬਾਅਦ ਦੀ ਗੱਲ ਕਰਦੇ ਹਾਂ 3,62,000 ਹੋਏ ਆ। ਤੇ ਜਿਹੜੀਆਂ ਬਹੁਤ ਇਫੈਕਟਡ ਸਟੇਟ ਸੀਗੀਆਂ, ਮਹਾਰਾਸ਼ਟਰ ਸੀ, ਛੱਤੀਸਗੜ੍ਹ ਸੀ, ਦਿੱਲੀ ਸੀ ਤੇ ਯੂਪੀ ਸੀ, ਉਹਨਾਂ ਦੀ ਜੇ ਅਸੀਂ ਗੱਲ ਕਰੀਏ ਤੇ ਪਰਮਿੰਦਰ ਜੀ ਪਿਛਲੇ ਦਿਨਾਂ ਨਾਲੋਂ 1-2 ਦਿਨਾਂ ਦੇ ਵਿੱਚ ਜਿਹੜੇ ਕੇਸ ਆ ਉਹ ਘਟਣੇ ਸ਼ੁਰੂ ਹੋਏ ਨੇ। ਮਤਲਬ ਕਿਸੇ ਪਾਸੋਂ ਰਾਹਤ ਵਾਲੀ ਖਬਰ ਹੈਗੀ ਹੈ। ਇੰਝ ਲੱਗਦਾ ਹੈ ਜਿੱਦਾਂ ਮਾਹਰਾਂ ਨੇ ਵੀ ਬਹੁਤ ਪਹਿਲਾਂ ਕਿਹਾ ਸੀਗਾ ਕਿ ਮਈ ਦੇ ਦੂਜੇ ਹਫ਼ਤੇ ਤੋਂ ਜਾਂ ਮਈ ਦੇ ਪਹਿਲੇ ਹਫ਼ਤੇ ਤੋਂ ਬਾਅਦ ਵੀ, ਦੂਜੇ ਹਫ਼ਤੇ ਦੀ ਗੱਲ ਹੋ ਰਹੀ ਸੀ ਕਿ 15 ਮਈ ਦੇ ਨੇੜੇ ਤੇੜੇ ਜਿਹੜਾ ਆ ਇਹਦਾ ਪੀਕ ਆ ਉਹ ਟੁੱਟ ਜਾਏਗਾ ਤੇ ਪਿੱਛੇ ਨੂੰ ਇਹਦੀ ਜਿਹੜੀ ਆ ਵਾਪਸੀ ਜਿਹੜੀ ਹੋ ਜਾਏਗੀ। ਤੇ ਉਹ ਜੇ ਇਹਨਾਂ ਚੀਜ਼ਾਂ ਨੂੰ ਮੰਨ ਲਈਏ, ਫਿਰ ਇੱਕ ਗੱਲ ਮੈਂ ਉਹਦੇ 'ਚ ਐਡ ਕਰਨੀ ਚਾਹੁੰਦਾ ਕਿਉਂਕਿ ਹਿੰਦੁਸਤਾਨ ਆ, ਇੱਥੇ ਕੁਛ ਵੀ ਮੁਮਕਿਨ ਆ, ਕੁਛ ਵੀ ਪੋਸੀਬਲ ਆ। ਜੇ ਅੰਕੜਿਆਂ ਨਾਲ ਛੇੜਖਾਨੀ ਨਾ ਹੋਈ ਹੋਵੇ, ਫਿਰ ਜੇ ਅੰਕੜੇ ਜਿਹੜੇ ਸਪੀਡ ਆ ਜੇ ਉਹ ਘਟੀ ਆ ਤੇ ਆਉਣ ਵਾਲੇ ਦਿਨਾਂ 'ਚ ਸਾਨੂੰ ਕੁਛ ਚੰਗੀ ਜਿਹੜੀ ਆ ਆਸ ਜਿਹੜੀ ਉਹਦੀ ਵੱਜਦੀ ਆ। ਜੀ। ਤੇ ਗੱਲ ਤੁਸੀਂ ਕਰੋਨਾ ਦੀ ਕੀਤੀ ਤੇ ਆਸ ਵੱਜਣ ਦੀ ਗੱਲ ਕੀਤੀ ਹੈ। ਸਾਡੇ ਲੋਕ ਵੀ ਆਸ ਕਰਦੇ ਨੇ ਕਿ ਕਰੋਨਾ ਛੇਤੀ ਨਾਲ ਚਲਾ ਜਾਏ, ਇਸ ਕਰਕੇ ਪੰਜਾਬ ਸਰਕਾਰ ਬਾਕੀ ਸਰਕਾਰਾਂ ਵਾਂਗੀ ਪਾਬੰਦੀਆਂ ਲਾਉਂਦੀ ਹੈ। ਮਿਨੀ ਲੋਕਡਾਊਨ ਲਾਇਆ, ਮਤਲਬ ਜ਼ਰੂਰੀ ਚੀਜ਼ਾਂ ਵਾਲੀਆਂ ਦੁਕਾਨਾਂ ਖੁੱਲੀਆਂ ਰੱਖਣੀਆਂ ਤੇ ਬਾਕੀ ਗੈਰ ਜ਼ਰੂਰੀ ਬੰਦ ਰਹਿਣੀਆਂ। ਪਾਬੰਦੀਆਂ ਤਾਂ ਹੈਗੀਆਂ ਪਰ ਲੋਕ ਕਿਉਂ ਨਹੀਂ ਮੰਨ ਰਹੇ? ਪਰਮਿੰਦਰ ਜੀ, ਜਦੋਂ ਤੁਸੀਂ ਲੋਕਾਂ ਦੀ ਮਾਨਸਿਕਤਾ ਨੂੰ ਦੇਖਦੇ ਆ ਜਾਂ ਲੋਕਾਂ ਦੇ ਸਮਾਜਿਕ ਰਹਿਣ ਸਹਿਣ ਨੂੰ ਦੇਖਦੇ ਆ ਜਾਂ ਲੋਕ ਜਿਹੋ ਜਿਹਾ ਜੀਵਨ ਬਸਰ ਕਰ ਰਹੇ ਨੇ, ਇੱਥੇ ਸਮਾਜ ਦੀਆਂ ਤਹਾਂ ਬਹੁਤ ਨੇ। ਬਹੁਤ ਸਾਰੇ ਲੋਕ ਉਸ ਕੈਟਾਗਰੀ 'ਚ ਆਉਂਦੇ ਨੇ ਜਿਹੜੇ ਰੋਜ਼ ਦੀ ਰੋਜ਼ ਕਮਾਉਂਦੇ ਨੇ ਤੇ ਸ਼ਾਮ ਨੂੰ ਆਪਣੇ ਲੋੜ ਜੋਗਾ ਸਮਾਨ ਘਰ ਲੈ ਕੇ ਜਾਂਦੇ ਨੇ। ਤੇ ਬਹੁਤ ਸਾਰੇ ਉਹ ਨੇ ਜਿਹੜੇ ਮਹੀਨੇ ਦਾ ਜਾਂ ਹਫ਼ਤੇ 10 ਦਿਨ ਦਾ ਰਾਸ਼ਨ ਇੱਕ ਵਾਰ ਖਰੀਦ ਲੈਂਦੇ ਨੇ। ਫਿਰ ਮਹੀਨੇ ਵਾਲੇ ਵੀ ਨੇ ਤੇ ਫਿਰ ਉਹ ਲੋਕ ਵੀ ਨੇ ਜਿਨ੍ਹਾਂ ਨੂੰ ਫਰਕ ਹੀ ਨਹੀਂ ਪੈਂਦਾ। ਜਿਹੜੀ ਐਲੀਟ ਕਲਾਸ ਆ ਕਿ ਜਿਸ ਮਰਜ਼ੀ ਰੇਟ ਨਾ ਮਿਲਦਾ ਹੋਵੇ ਤੇ ਚਾਹੇ ਬਾਜ਼ਾਰ ਬੰਦ ਹੋਵੇ, ਚਾਹੇ ਦੁਕਾਨਾਂ ਨਾ ਹੋਣ, ਉਹਨਾਂ ਨੂੰ ਘਰ ਸਪਲਾਈ ਜਿਹੜੀ ਉਹ ਮਿਲ ਜਾਣੀ ਹੈ, ਚਾਹੇ ਉਹਨਾਂ ਦਾ ਦਬਦਬਾ ਇੰਨਾ ਜ਼ਿਆਦਾ ਹੈ, ਚਾਹੇ ਉਹਨਾਂ ਦਾ ਰਸੂਖ ਤੇ ਪਹੁੰਚ ਇੰਨੀ ਜ਼ਿਆਦਾ ਹੈ। ਤੇ ਬਹੁਤ ਗਿਣਤੀ ਜਿਹੜੀ ਆ ਪਰਮਿੰਦਰ ਜੀ, ਫਿਰ ਅਸੀਂ ਉਸ ਗੱਲ ਤੇ ਦੁਬਾਰਾ ਆਉਂਦੇ ਆ ਉਹਨਾਂ ਲੋਕਾਂ ਦੀ ਆ ਜਿਹੜੇ ਸਵੇਰੇ ਕੰਮ ਤੇ ਨਿਕਲਦੇ ਨੇ, ਸ਼ਾਮ ਨੂੰ ਜਦੋਂ ਉਹਨਾਂ ਨੂੰ ਕੁਝ ਪੈਸੇ ਦਿਹਾੜੀ ਦੇ ਰੂਪ ਦੇ ਵਿੱਚ ਮਿਲਦੇ ਨੇ, ਉਜਰਤ ਜਾਂ ਮਿਹਨਤ ਜੋ ਵੀ ਉਹ ਕਮਾਉਂਦੇ ਨੇ, ਫਿਰ ਉਹ ਦੁਕਾਨ ਤੇ ਪਹੁੰਚਦੇ ਨੇ ਤੇ ਉਹ ਕੁਝ ਖਰੀਦਦੇ ਨੇ ਜਿਹੜੀ ਉਹਨਾਂ ਦੀਆਂ ਬਹੁਤ ਜ਼ਿਆਦਾ ਲੋੜਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤੇ ਫਿਰ ਹੀ ਉਹ ਸ਼ਾਮ ਜਾਂਦੇ ਨੇ ਤੇ ਫਿਰ ਘਰ ਪਹੁੰਚਦੇ ਨੇ, ਫਿਰ ਚੁੱਲ੍ਹਾ ਜਿਹੜਾ ਹੈ ਉਹ ਬਲਦਾ ਹੈ। ਜਦੋਂ ਤੁਸੀਂ ਲੋਕਡਾਊਨ ਦੀ ਗੱਲ ਕਰਦੇ ਤੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਲੋਕ ਉਹੀ ਹੁੰਦੇ ਨੇ।
ਫਿਰ ਉਹਨਾਂ ਦਾ ਬਾਜ਼ਾਰ ਵਿੱਚ ਨਿਕਲਣਾ ਵੀ ਮੁਸ਼ਕਿਲ ਹੈ, ਉਹ ਬਾਜ਼ਾਰ ਜਾਣ ਕਿਵੇਂ, ਦੁਕਾਨਾਂ ਦੀ ਟਾਈਮਿੰਗ ਜਿਹੜੀ ਉਹ ਬੜੇ ਕਸੂਤੇ ਤਰੀਕੇ ਦੀ ਹੈ ਜੀ ਜਾਂ ਤੇ ਉਹ ਕੰਮ ਕਰਨ ਜਾਣਗੇ ਜਾਂ ਫਿਰ ਉਹ ਕੰਮ ਤੋਂ ਛੁੱਟੀ ਕਰਕੇ ਦੁਕਾਨ ਤੇ ਜਾਣਗੇ ਜੀ ਤੇ ਉਹਨਾਂ ਦੀ ਜਿਹੜੀ ਮਿਹਨਤ ਆ ਉਹਦੇ ਵਿੱਚ ਜਿਹੜੀ ਆ ਕਮੀ ਆਉਣੀ ਆ ਲਾਜ਼ਮੀ ਆ। ਜੀ ਚਾਹੇ ਤੁਸੀਂ ਪਾਬੰਦੀਆਂ ਲਾਤੀ, ਜਦੋਂ ਤੁਸੀਂ ਪਾਬੰਦੀ ਲਾਤੀ ਤੇ ਕੋਈ ਨਾ ਕੋਈ ਕੰਮ ਤੇ ਉਹਦੇ ਨਾਲ ਘਟੇਗਾ ਨਾ। ਜੀ ਸਕੂਲ ਬੰਦ ਹੋ ਗਏ ਤੇ ਟਰਾਂਸਪੋਰਟਰ ਜਿਹੜੇ ਆ ਉਹ ਖਤਮ ਹੋ ਗਏ, ਜੀ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਖਤਮ ਹੋ ਗਿਆ ਤੇ ਜਿਹੜੀ ਟਰਾਂਸਪੋਰਟ ਲਾਈਨ ਹੈ, ਚਾਹੇ ਉਹ ਬੱਸਾਂ ਨੇ, ਚਾਹੇ ਉਹ ਆਟੋ ਨੇ, ਚਾਹੇ ਉਹ ਟੈਕਸੀ ਵਾਲੇ ਨੇ, ਚਾਹੇ ਉਹ ਰਿਕਸ਼ਾ ਵਾਲੇ ਨੇ, ਜੀ ਉਹ ਅੱਧ ਤੋਂ ਵੱਧ ਬੇਰੁਜ਼ਗਾਰ ਹੋ ਜਾਣਗੇ। ਜੀ ਤੇ ਜਦੋਂ ਸਰਕਾਰ ਪਾਬੰਦੀ ਲਾਉਂਦੀ ਆ, ਸਰਕਾਰ ਦਾ ਆਪਣੀ ਮਜਬੂਰੀ ਹੈ, ਉਹਨਾਂ ਦਾ ਆਪਣਾ ਅੰਕਲਨ ਹੈ, ਆਪਣੇ ਸਟੈਟਿਸਟਿਕਸ ਨੇ ਤੇ ਆਪਣਾ ਜਿਹੜਾ ਗਿਣਤੀ ਮਿਣਤੀ ਆ। ਜੀ ਮਿਨਿਸਟਰਾਂ ਨਾਲ ਬੈਠ ਲਏ, ਕੈਬਨਿਟ ਦੀ ਮੀਟਿੰਗ ਕਰ ਲਈ, ਸਿਆਸਤ ਤੋਂ ਵੇਲ ਹੋਇਆ ਤੇ ਕਰੋਨਾ ਦਾ ਫਿਕਰ ਹੋਇਆ ਕੈਪਟਨ ਸਾਹਿਬ ਨੂੰ ਵੀ ਤੇ ਪੂਰੇ ਹਿੰਦੁਸਤਾਨ ਦੇ ਰਾਜਨੇਤਾਵਾਂ ਨੂੰ ਵੀ। ਜੀ ਤੇ ਉਹਨਾਂ ਨੇ ਕਹਿਤਾ ਕਿ ਜਿਹੜਾ ਅਸੀਂ ਹਫਤੇ ਲਈ ਮਿਨੀ ਲਾਕਡਾਊਨ ਲਾ ਦਿੰਦੇ ਜੀ। ਆ। ਹਰਿਆਣੇ ਨੇ 7 ਦਿਨ ਦਾ ਲਾਇਆ ਸੀ, ਇਹਨਾਂ ਨੇ 15 ਦਿਨ ਦਾ ਲਾਤਾ। ਜੀ ਔਰ ਉਹ ਲੋਕ ਕਿੱਥੇ ਜਾਣਗੇ ਤੇ ਉਹਨਾਂ ਦੀ ਜ਼ਰੂਰਤ ਦਾ ਸਮਾਨ ਕਿੱਥੋਂ ਆਏਗਾ? ਜੀ ਪਿਛਲੀ ਵਾਰ ਲੋਕਾਂ ਨੇ ਦੇਖਿਆ ਸੀਗਾ ਕਿ ਜਦੋਂ ਦੁਕਾਨਾਂ ਬੰਦ ਹੋਈਆਂ ਤੇ ਕੁਝ ਸਮਾਜ ਸੇਵੀ ਸੰਸਥਾਵਾਂ ਨੇ ਸਮਾਨ ਵੰਡਣਾ ਵੀ ਸ਼ੁਰੂ ਕੀਤਾ ਜੀ ਤੇ ਕੁਝ ਦੁਕਾਨਦਾਰਾਂ ਨੇ ਜਿਹੜੇ ਰੇਟ ਸੀ ਉਹ ਬੇਥਾਵੇ ਵਧਾਏ ਵੀ। ਜੀ ਤੇ ਕੱਲ ਤੇ ਜਾਂ ਪਰਸੋਂ ਜਦੋਂ ਇਸ ਲਾਕਡਾਊਨ ਦੀ ਸ਼ੁਰੂਆਤ ਹੋਈ ਹੈ, ਜਦੋਂ ਦੀ ਅਨਾਉਂਸਮੈਂਟ ਹੋਈ ਹੈ, ਜਦੋਂ ਸੁਗਬਗਾਹਟ ਹੀ ਹੁੰਦੀ ਹੈ, ਜਦੋਂ ਅਫਵਾਹਾਂ ਹੀ ਫੈਲਦੀਆਂ ਨੇ, ਤਦੇ ਲੋਕ ਜਿਹੜੇ ਨੇ ਉਹ ਆਪਣੇ ਝੋਲੇ ਜਾਂ ਬੋਰੇ ਲੈ ਕੇ ਦੁਕਾਨਾਂ ਵੱਲ ਨੂੰ ਮੂੰਹ ਕਰਦੇ ਨੇ ਕਿ ਕੁਝ ਜਿੰਨਾ ਅਸੀਂ ਖਰੀਦ ਸਕਦੇ ਉਹਨਾਂ ਖਰੀਦ ਲਈਏ। ਜੀ ਇਸੇ ਕਰਕੇ ਬੀਤੇ ਦਿਨਾਂ ਦੇ ਵਿੱਚ ਜਿਹੜੀ ਆ ਲਾਕਡਾਊਨ ਮਿਨੀ ਲਾਕਡਾਊਨ ਲਾਉਣ ਦੇ ਬਾਵਜੂਦ ਵੀ ਬਾਜ਼ਾਰਾਂ ਦੇ ਵਿੱਚ ਜਿਹੜੀ ਚਹਿਲ ਪਹਿਲ ਸੀ, ਜਿਹੜਾ ਰਸ਼ ਸੀ, ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚ ਘਬਰਾਹਟ ਸੀ ਤੇ ਭੜਕਾਹਟ ਸੀ, ਉਹ ਜ਼ਿਆਦਾ ਨਜ਼ਰ ਆਈ। ਜੀ ਬਾਜ਼ਾਰਾਂ ਦੇ ਵਿੱਚ ਚੀਜ਼ਾਂ ਦੀ ਕਮੀ ਵੀ ਨਜ਼ਰ ਆਈ, ਚੀਜ਼ਾਂ ਦੇ ਰੇਟ ਵੀ ਵਧੇ ਹੋਏ ਨਜ਼ਰ ਆਏ ਤੇ ਭੀੜ ਵੀ ਜਿਹੜੀ ਆ ਉਹ ਵੱਧ ਨਜ਼ਰ ਆਈ। ਜੀ ਤੇ ਕੈਪਟਨ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਜੇ ਲੋਕ ਨਾ ਮੰਨੇ ਤੇ ਫਿਰ ਸਖਤ ਪਾਬੰਦੀਆਂ ਲਾਵਾਂਗੇ। ਸਖਤ ਪਾਬੰਦੀਆਂ ਇੱਕ ਪਾਸੇ ਸਿਹਤ ਮੰਤਰੀ ਕਹਿੰਦੇ ਵੀ ਹਜੇ ਲਾਕਡਾਊਨ ਦੀ ਕੋਈ ਲੋੜ ਨਹੀਂ ਹੈ, ਪੰਜਾਬ ਦੇ ਸਿਹਤ ਮੰਤਰੀ, ਤੇ ਕੈਪਟਨ ਸਰਕਾਰ ਕਹਿ ਰਹੀ ਹੈ ਕਿ ਹਾਂ ਜੇ ਲੋਕ ਨਹੀਂ ਮੰਨੇ ਤੇ ਫਿਰ ਅਸੀਂ ਸਖਤ ਪਾਬੰਦੀਆਂ ਲਾ ਦਾਂਗੇ। ਦੇਖੋ, ਲੋਕ ਨਾ ਮੰਨਣ ਤੇ ਇਦਾਂ ਤੇ ਨਹੀਂ ਗੱਲ ਹੈਗੀ। ਸਰਕਾਰ ਜੋ ਕਹੇਗੀ ਉਹ ਲੋਕਾਂ ਨੇ ਤੇ ਉਹ ਕਰਨਾ ਹੀ ਆ। ਇੱਕ ਅੱਧਾ ਦਿਨ ਗੁੱਸੇ 'ਚ ਰਹਿਣਗੇ, ਇੱਕ ਅੱਧਾ ਦਿਨ ਜਿੱਦਾਂ ਕੱਲ ਕੁਝ ਦੁਕਾਨਦਾਰਾਂ ਨੇ ਕੁਝ ਜਗ੍ਹਾ ਦੇ ਉੱਤੇ ਪ੍ਰਦਰਸ਼ਨ ਕੀਤਾ ਕਿ ਸਾਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿਓ, ਇਦਾਂ ਤੇ ਭੀੜ ਜ਼ਿਆਦਾ ਹੈ। ਜਾਂ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ, ਜਿੱਦਾਂ ਅਸੀਂ ਹੁਣੇ ਗੱਲ ਕੀਤੀ ਆ ਕਿ ਜਦੋਂ ਤੁਸੀਂ ਪਾਬੰਦੀ ਲਾਉਂਦੇ ਹੋ ਤੇ ਜਿਹੜੇ ਲੋਕ ਉਹਦੇ ਨਾਲ ਇਨਫੈਕਟ ਹੁੰਦੇ ਨੇ, ਉਹਦੇ ਨਾਲ ਜਿਹੜੇ ਪਰੇਸ਼ਾਨ ਹੁੰਦੇ ਨੇ, ਜਿਹੜੇ ਉਹਦੇ ਪ੍ਰਭਾਵ 'ਚ ਆਉਂਦੇ ਨੇ, ਉਹਨਾਂ ਲਈ ਇਹ ਕੋਈ ਮੁਸੀਬਤ ਦਾ ਸਬੱਬ ਜਿਹੜਾ ਬਣਦਾ ਹੈ। ਤੇ ਸਰਕਾਰ ਦੇ ਅੰਕੜਿਆਂ ਦੇ ਵਿੱਚ ਫਿਰ ਉਹ ਇਹੀ ਗੱਲ ਆ ਕਿ ਇੱਕ ਟਾਈਮ ਸੀ ਜਦੋਂ 10, 15, 20 ਮੌਤਾਂ ਰੋਜ਼ ਹੁੰਦੀਆਂ ਸੀ ਤੇ ਹੁਣ ਜਿਹੜੀ ਗਿਣਤੀ ਆ ਉਹ 200 ਦੇ ਨੇੜੇ ਤੇੜੇ ਨਜ਼ਰ 'ਚ ਆ ਰਹੀ ਹੈ। ਤੇ ਸਰਕਾਰ ਦੇ ਕੋਲ ਜੋ ਹੋਣਾ ਚਾਹੀਦਾ ਸੀ, ਤੁਸੀਂ ਅੱਜ ਵੀ ਕੱਲ ਵੀ ਅੰਕੜਿਆਂ ਦੀ ਗੱਲ ਕਰਦੇ ਸੀਗੇ ਕਿ ਇਜ਼ਰਾਈਲ ਨੇ ਸਾਰਿਆਂ ਨੂੰ ਟੀਕਾ ਲਾਤੇ ਨੇ, ਅਮਰੀਕਾ ਨੇ 40% ਨੂੰ ਲਾਤੇ ਨੇ, ਬ੍ਰਿਟੇਨ ਨੇ 45% ਜਾਂ 50% ਨੂੰ ਲਾਤੇ ਨੇ ਤੇ ਸਾਡੇ ਵਾਲਿਆਂ ਨੇ ਹਲੇ 2% ਲੋਕਾਂ ਨੂੰ ਟੀਕੇ ਲਾਏ ਨੇ। ਤੇ ਤੁਸੀਂ ਉਹਨਾਂ ਨੂੰ ਪਾਬੰਦੀਆਂ ਹੀ ਕਹਿ ਸਕਦੇ ਹੋ ਕਿ ਬਾਹਰੋਂ ਤੁਹਾਡੇ ਜਿਹੜੇ ਦਰਵਾਜ਼ੇ ਬੰਦ ਕਰ ਦੇਣੇ, ਤੁਸੀਂ ਅੰਦਰ ਬੈਠੇ ਰਹੋ। ਕਰੋਨਾ ਨਾਲ ਨਹੀਂ ਮਰੋਗੇ ਤੇ ਭੁੱਖ ਨਾਲ ਮਰ ਜਾਓਗੇ, ਭੁੱਖ ਨਾਲ ਨਹੀਂ ਮਰੋਗੇ ਤੇ ਤੰਗੀ ਤੇ ਬਦਹਾਲੀ ਨਾਲ ਮਰ ਜਾਓਗੇ। ਤੇ ਪਾਬੰਦੀਆਂ ਤੁਸੀਂ ਲਾ ਦਿਓ, ਲਾਕਡਾਊਨ ਕਰ ਦਿਓ ਤੇ ਟੀਕਾਕਰਨ ਦਾ ਕੀ ਸੀਨ ਹੈ? ਮੈਨੂੰ ਆਪ ਨੂੰ ਕੱਲ ਪਤਾ ਕੀਤਾ ਜਦੋਂ ਅਸੀਂ ਕਿਸੇ ਕੋਲ ਸਿਵਲ ਹਸਪੀਟਲ ਜਾ ਕੇ ਕਿ ਟੀਕਾ ਅਸੀਂ ਲਗਵਾਉਣਾ ਹੈ ਤੇ ਉਹ ਕਹਿੰਦੇ ਜੀ ਸੌਰੀ ਆ 2 ਦਿਨ ਰੁਕ ਜਾਓ, ਟੀਕੇ ਹਲੇ ਹੈ ਨਹੀਂ ਤੇ ਆਉਣਗੇ ਤੇ ਲੱਗਣਗੇ। ਤੇ ਜਿਨ੍ਹਾਂ ਦੇ ਇੱਕ ਡੋਜ਼ ਲੱਗ ਗਈ ਆ ਉਹਨਾਂ ਨੂੰ ਦੂਜੇ ਲਈ ਟਰਕਾਈ ਜਾ ਰਹੇ ਨੇ, ਲਟਕਾਈ ਜਾ ਰਹੇ ਨੇ ਕਿ ਹਲੇ ਹੈ ਨਹੀਂ, ਜਿੱਦਣ ਆਉਣਗੇ ਤੁਹਾਨੂੰ ਫੋਨ ਕਰਾਂਗੇ ਜਾਂ ਮੈਸੇਜ ਕਰਾਂਗੇ। ਜੀ ਤੇ ਟੀਕਾਕਰਨ ਤੇ ਟੀਕੇ ਬਣਨ ਤੇ ਨਿਰਭਰ ਕਰਦਾ ਹੈ ਵੀ ਕਿੰਨੇ ਕੁ ਟੀਕੇ ਬਣਨਗੇ, ਕਿਉਂਕਿ ਉਤਪਾਦਨ ਕਰਨ ਵਾਲੀ ਕੰਪਨੀ ਦੇ CEO ਜਿਹੜੇ ਉਹ ਵਿਦੇਸ਼ ਚਲੇ ਗਏ। ਉੱਥੋਂ ਹੀ ਉਹਨਾਂ ਨੇ ਕਿਹਾ ਕਿ ਮੈਨੂੰ ਧਮਕੀਆਂ ਮਿਲੀਆਂ ਸੀ ਵੀ ਪਹਿਲਾਂ ਸਾਨੂੰ ਦਿੱਤਾ ਜਾਏ ਤੇ ਉਹ ਕਹਿੰਦੇ ਸੀ, ਇੱਕ ਜਣਾ ਕਹਿੰਦਾ ਕਿ ਮੈਨੂੰ ਦਿੱਤਾ ਜਾਏ। ਫਿਰ ਉਹਨਾਂ ਨੇ ਹੁਣ ਕਿਹਾ ਹੈ ਕਿ ਸਾਡੇ ਟੀਕੇ ਬਣਾਉਣ ਦੀ ਸਮਰੱਥਾ ਇੰਨੀ ਜ਼ਿਆਦਾ ਨਹੀਂ ਹੈ ਕਿ ਜਿੰਨੀ ਇਸ ਵੇਲੇ ਲੋੜ ਹੈ ਇਮੀਡੀਏਟ ਅਸੀਂ ਤਿਆਰ ਕਰ ਪਾਈਏ, ਕਿਉਂਕਿ ਉਹਦੇ ਲਈ ਸਾਰਾ ਪ੍ਰਬੰਧ ਕਰਨਾ ਪੈਂਦਾ ਹੈ। ਆਪਾਂ ਇੱਕ ਗੱਲ ਟੀਕੇਕਰਨ ਤੇ ਕਰਾਂਗੇ, ਪਰ ਇਸ ਵੇਲੇ ਜਿਹੜੀ ਗੱਲ ਹੈ ਨਾ ਉਹ ਹੈ ਕਰੋਨਾ ਦੀ ਤੇ ਵਿਦਿਆਰਥੀਆਂ ਦੀ, ਕਿਉਂਕਿ ਕਰੋਨਾ ਜਿਹੜਾ ਹੈ ਨਾ ਬੱਚਿਆਂ ਨੂੰ ਕੁਝ ਨਾ ਕੁਝ ਕਰਨ ਦੀ ਆਦਤ ਸੀ ਜਿਹੜੀ ਉਹਨੇ ਹਟਾ ਦਿੱਤੀ ਹੈ। ਪਾਬੰਦੀਆਂ ਦੌਰਾਨ ਬਾਕੀ ਕੰਮ ਤਾਂ ਹੁੰਦੇ ਰਹੇ, ਪਰ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਉਹ ਪਿੱਛੇ ਪਾਈ ਗਈ ਜਾਂ ਪੈ ਗਈ। ਪਰ ਇਸ ਵੇਲੇ ਉਹਨਾਂ ਦੀ ਮਾਨਸਿਕ ਸਥਿਤੀ ਬੜੀ ਖਰਾਬ ਹੈ। ਇਮਤਿਹਾਨਾਂ ਤੋਂ ਡਰਨ ਵਾਲੇ, ਇਮਤਿਹਾਨਾਂ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਤੇ ਹੁਣ ਫੇਰ ਵੀ ਸਰਕਾਰ ਨੇ ਕੁਝ ਇਮਤਿਹਾਨ ਪੋਸਟਪੋਨ ਕੀਤੇ ਨੇ। ਉਹ ਕਿਹੜੇ ਨੇ? ਨੀਟ ਦਾ ਜਿਹੜਾ PG ਆ ਤੇ UG ਆ, ਉਹ ਦੋਨੇ ਜਿਹੜੇ ਐਗਜ਼ਾਮ ਨੇ 4 ਮਹੀਨੇ ਤੱਕ ਪੋਸਟਪੋਨ ਕਰ ਦਿੱਤੇ ਗਏ ਨੇ। ਜਿੱਦਾਂ ਤੁਸੀਂ ਜਾਣਦੇ ਆ ਨੈਸ਼ਨਲ ਐਲੀਜੀਬਿਲਟੀ ਐਂਡ ਐਂਟਰੈਂਸ ਟੈਸਟ ਜਿਹੜਾ ਹੈਗਾ ਨੀਟ ਸਾਰੇ ਹਿੰਦੁਸਤਾਨ ਦੇ ਵਿੱਚ, ਜਿਹਦੇ ਨਾਲ ਜਿਹੜਾ ਟੈਸਟ ਪਾਸ ਕਰਕੇ ਫਿਰ ਉਹਨਾਂ ਦੀ ਕਾਉਂਸਲਿੰਗ ਹੁੰਦੀ ਆ ਤੇ ਉਹ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ, ਵੱਖ-ਵੱਖ ਮੈਡੀਕਲ ਕਾਲਜਾਂ ਦੇ ਵਿੱਚ ਦਾਖਲਾ ਲੈਂਦੇ ਆ MBBS ਲਈ ਜਾਂ BDS ਲਈ ਤੇ ਉੱਥੋਂ ਉਹ 4 ਸਾਲ ਜਾਂ 5 ਸਾਲ ਦੀ ਪੜ੍ਹਾਈ ਕਰਕੇ ਡਾਕਟਰ ਬਣ ਕੇ ਨਿਕਲਦੇ ਆ। ਜਿੰਨੇ ਵੀ ਤੁਹਾਡੇ 12ਵੀਂ ਦੇ ਮੈਡੀਕਲ
ਗਰੁੱਪ ਦੇ ਬੱਚੇ ਹੁੰਦੇ ਨੇ, ਜਿਹੜੇ ਵਿਦਿਆਰਥੀ ਹੁੰਦੇ ਨੇ, ਉਹਨਾਂ ਦੀ ਬਹੁਤ ਜ਼ਿਆਦਾ ਕੋਸ਼ਿਸ਼ ਹੁੰਦੀ ਆ, ਬਹੁਤ ਉਹਨਾਂ ਨੇ ਮਿਹਨਤ ਕੀਤੀ ਹੁੰਦੀ ਆ, ਕੋਚਿੰਗ ਸੈਂਟਰਸ ਤੋਂ ਵੀ, ਘਰ ਬੈਠ ਕੇ ਵੀ, ਤੇ ਆਪਣੇ ਸਕੂਲ ਦੇ ਵਿੱਚ ਵੀ, ਤੇ ਉਹਨਾਂ ਨੂੰ ਇਸ ਪ੍ਰੀਖਿਆ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਕਿ ਕਿਉਂਕਿ ਬੱਚਿਆਂ ਨੇ ਜਾਂ ਪੇਰੈਂਟਸ ਨੇ ਉਹਨਾਂ ਨੂੰ ਸਮਝਾਇਆ ਹੁੰਦਾ ਕਿ ਬੇਟਾ ਤੁਸੀਂ ਡਾਕਟਰ ਬਣਨਾ ਹੈ, ਤੇ ਉਹਨਾਂ ਨੇ ਉਹਦੇ ਲਈ ਮਿਹਨਤ ਵੀ ਕੀਤੀ ਹੁੰਦੀ ਹੈ, ਤੇ ਇਸ ਐਗਜ਼ਾਮ ਨੂੰ 4 ਮਹੀਨੇ ਲਈ ਪੋਸਟਪੋਨ ਕਰ ਦੇਣਾ ਉਹਨਾਂ ਬੱਚਿਆਂ ਦੇ ਲਈ ਤੇ ਇਹ ਬਹੁਤ ਡਾਢੀ ਖਬਰ ਆ ਜੀ। ਸਰਕਾਰ ਦੇ, ਜਿੱਦਾਂ ਅਸੀਂ ਪਹਿਲਾਂ ਕਿਹਾ ਕਿ ਸਰਕਾਰ ਇਹਨਾਂ ਐਗਜ਼ਾਮਸ ਨੂੰ ਲੈਣ ਦੇ ਹੱਕ 'ਚ ਵੀ ਨਹੀਂ ਹੈਗੀ, ਤੇ ਉਹਨਾਂ ਨੂੰ ਲੱਗਦਾ ਕਿ ਉਹ ਇਹਨੂੰ ਕਰ ਵੀ ਨਹੀਂ ਸਕਦੇ। ਦੇਖੋ, ਫਿਰ ਅਸੀਂ ਬਾਰ-ਬਾਰ ਉਹ ਗੱਲ ਕਰਦੇ ਹਾਂ ਕਿ ਵੋਟਾਂ ਇਹ ਪਵਾ ਸਕਦੇ ਨੇ, ਰੈਲੀਆਂ ਇਹ ਕਰ ਸਕਦੇ ਨੇ, ਚੋਣ ਕਮਿਸ਼ਨ ਤੇ ਹਾਈ ਕੋਰਟ ਆਪਸ 'ਚ ਮਿਹਣੋ ਮਿਹਣੀ ਹੋ ਸਕਦੇ ਨੇ, ਇੱਕ ਦੂਸਰੇ ਨਾਲ ਲੜਾਈ ਝਗੜਾ ਇਹਨਾਂ ਦਾ ਹੋ ਸਕਦਾ ਹੈ, ਚੋਣਾਂ 'ਚ ਹਿੰਸਾ ਹੋ ਸਕਦੀ ਹੈ, ਤੇ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਬਿਠਾ ਕੇ ਐਗਜ਼ਾਮ ਲੈਣ ਤੋਂ ਇਹ ਭੱਜਦੇ ਨੇ। 10ਵੀਂ ਦੇ ਬੱਚਿਆਂ ਨੂੰ ਪਿਛਲੀ ਵਾਰ ਵੀ ਇਦਾਂ ਹੀ ਪਾਸ ਕਰ ਦਿੱਤਾ ਸੀ, ਇਸ ਵਾਰ ਵੀ ਇਦਾਂ ਹੀ ਕਹਿ ਦਿੱਤਾ ਹੈ ਕਿ ਜਿਹੜੇ ਐਗਜ਼ਾਮ ਅਸੀਂ ਲੈਣੇ ਹੀ ਨਹੀਂ। 12ਵੀਂ ਦੇ ਵਿਦਿਆਰਥੀ ਆਪਣੇ ਐਗਜ਼ਾਮਾਂ ਦੀ ਵੇਟ ਕਰ ਰਹੇ ਨੇ, ਤੇ ਹੁਣ ਨੀਟ ਨੂੰ ਜਿਹੜਾ ਇਹਨਾਂ ਨੇ ਕਰ ਦਿੱਤਾ ਹੈ ਕਿ ਨੀਟ ਦਾ ਐਗਜ਼ਾਮ ਵੀ 30 ਅਗਸਤ ਤੱਕ ਜਾਂ 31 ਅਗਸਤ ਤੱਕ, 4 ਮਹੀਨੇ ਲਈ, ਜੇ ਹੁਣ ਤੋਂ 4 ਮਹੀਨੇ ਗਿਣ ਲਈਏ ਤੇ ਅਗਸਤ ਪਹੁੰਚ ਜਾਂਦਾ ਹੈ, ਉਦੋਂ ਤੱਕ ਪੋਸਟਪੋਨ ਕਰਨ ਦੀ ਗੱਲ ਕੀਤੀ ਗਈ ਹੈ। ਤੇ ਜਦੋਂ ਤੁਸੀਂ ਪੁੱਛਦੇ ਆ ਕਿ ਕਰੋਨਾ ਦੇ ਨਾਲ ਬੱਚਿਆਂ ਦਾ ਕੀ ਹਾਲਾਤ ਆ, ਉਹ ਇੱਕ ਗੱਲ ਤੇ ਠੀਕ ਹੈ, ਰਹਿਣਾ ਤੇ ਸਾਨੂੰ ਘਰ ਪਏਗਾ ਹੀ, ਪਰੇਸ਼ਾਨੀ ਦਾ ਸਬਬ ਤਾਂ ਹੈ, ਕਿਉਂਕਿ ਅਸੀਂ ਜਿਸ ਲਾਈਫ ਸਟਾਈਲ ਨੂੰ ਪਿਛਲੇ ਜਦ ਤੋਂ ਅਸੀਂ ਜਨਮੇ ਆ ਉਹਨੂੰ ਮਾਣ ਰਹੇ ਹਾਂ, ਤੇ ਉਹਦੇ ਵਿੱਚ ਇੱਕ ਅਚਾਨਕ ਇੱਕ ਖੜੌਤ ਆ ਜਾਣੀ, ਫਿਰ ਡਰ ਦਾ ਮਾਹੌਲ ਵੀ ਹੈ, ਤੇ ਤੁਹਾਡੇ ਆਲੇ ਦੁਆਲੇ ਜੇ ਕਿਤੇ ਤੁਸੀਂ ਖਬਰ ਵੀ ਸੁਣਦੇ ਆ ਕੋਈ ਬਿਮਾਰ ਹੈ ਤਦ ਵੀ ਉਸ ਮੁਸੀਬਤ ਹੈ। ਉਹਦੇ ਲਈ ਤਾਂ ਸਾਨੂੰ ਆਪਣੇ ਮਾਨਸਿਕ ਤੌਰ ਤੇ ਤਕੜੇ ਹੋਣਾ ਪਵੇਗਾ, ਪਰ ਸਰਕਾਰਾਂ ਦੇ ਰੁਖ ਤੋਂ ਦੇਖ ਕੇ ਲੱਗਦਾ ਨਹੀਂ ਕਿ ਸਰਕਾਰਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਤੇ ਵੀ ਥੋੜ੍ਹੀਆਂ ਬਹੁਤ ਵੀ ਸੰਜੀਦਾ ਨੇ। ਤੇ ਇਸ ਵੇਲੇ ਅਸੀਂ ਪੂਰੇ ਸੰਜੀਦਾ ਇਸ ਪ੍ਰੋਗਰਾਮ ਦੇ ਵਿੱਚ ਅਗਲੀ ਵਿਚਾਰ ਤੇ ਚਰਚਾ ਕਰਾਂਗੇ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਅੰਮ੍ਰਿਤ ਜੀ, ਆਪਾਂ ਗੱਲ ਕਰ ਰਹੇ ਸੀ MBBS ਡਾਕਟਰਾਂ ਦੀ ਇਮਤਿਹਾਨਾਂ ਦੀ, ਜਿਹੜੇ ਡਾਕਟਰ ਬਣਨ ਲਈ ਉਹਨਾਂ ਨੇ ਇਮਤਿਹਾਨ ਪੋਸਟਪੋਨ ਹੋ ਗਏ ਜੀ, ਤੇ MBBS ਵਿਦਿਆਰਥੀਆਂ ਦਾ ਕਿਤੇ ਜ਼ਿਕਰ ਸੀ, ਉਹ ਜ਼ਿਕਰ ਕੀ ਹੈ ਉਹਦੇ ਬਾਰੇ ਦੱਸੀ। ਜੀ ਬਿਲਕੁਲ ਜੀ, ਨਵੇਂ ਬਣਨ ਵਾਲੇ ਵਿਦਿਆਰਥੀਆਂ ਨੂੰ ਆਪਣਾ ਐਗਜ਼ਾਮ ਦੇਣ ਲਈ 4 ਮਹੀਨੇ ਦੀ ਵੇਟ ਕਰਨੀ ਪਊਗੀ। ਕਰੋਨਾ ਦਾ ਉਹਦੇ 'ਚ ਵੱਡਾ ਕਾਰਨ ਹੈ ਜੀ। ਹਾਲਾਂਕਿ ਮੇਰਾ ਪਰਸਨਲ ਤੌਰ ਤੇ ਮੰਨਣਾ ਹੈ, ਜੇ ਸਰਕਾਰ ਚਾਹੇ ਤੇ ਬਹੁਤ ਉਹਨਾਂ ਕੋਲ ਰਿਸੋਰਸਿਸ ਨੇ, ਬਹੁਤ ਸਾਧਨ ਨੇ, ਜੇ ਵੋਟਾਂ ਪਵਾਈਆਂ ਜਾ ਸਕਦੀਆਂ ਨੇ, ਤੇ ਦੇਸ਼ ਦੇ ਸਾਰੇ ਸਕੂਲਾਂ ਦੇ ਵਿੱਚ ਇਸ ਵੇਲੇ ਪੜ੍ਹਾਈ ਬੰਦ ਹੈ, ਸਾਰੇ ਕਾਲਜਸ ਜਿਹੜੇ ਨੇ ਇਹਨਾਂ ਕੋਲ ਵਿਹਲੇ ਪਏ ਨੇ, ਤੇ ਬੱਚੇ ਤੋਂ ਬੱਚੇ ਦੀ ਦੂਰੀ ਬਣਾ ਕੇ ਜੇ ਇਹਨਾਂ ਨੂੰ ਧਿਆਨ ਹੋਵੇ ਇਸ ਗੱਲ ਦਾ ਕਿ ਅਸੀਂ ਆਪਣੇ ਜਿਹੜੇ ਭਵਿੱਖ ਦਾ ਧਿਆਨ ਰੱਖਦੇ ਹੋਏ ਨਵੇਂ ਡਾਕਟਰਾਂ ਦੀ ਜਿਹੜੀ ਬਣਤਰ ਆ, ਜਿਹੜੀ ਉਹਨਾਂ ਦੀ ਪੈਦਾਇਸ਼ ਆ, ਜਿਹੜੀ ਉਹਨਾਂ ਦੀ ਪੜ੍ਹਾਈ ਹੈ, ਉਹਨੂੰ ਨਿਰਵਿਘਨ ਚਾਲੂ ਰੱਖਣਾ ਹੈ, ਤੇ ਉਸ ਚੀਜ਼ਾਂ ਦੇ ਉੱਤੇ ਕੰਮ ਜਿਹੜਾ ਉਹ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ ਕਿ ਅਸੀਂ ਗੱਲ ਕਰੀਏ ਡਾਕਟਰਸ ਤੋਂ ਹੁਣ ਇਹਨਾਂ ਨੇ ਕੀ ਕਿਹਾ ਹੈ ਕਰਵਾਉਣ ਨੂੰ, ਜੇ ਮੈਂ ਅੱਜ ਦੀ ਇੱਕ ਗੱਲ ਕਰਾਂ ਤੇ ਸਾਡਾ ਰਾਸ਼ਟਰੀ ਔਸਤ ਜਿਹੜਾ ਪਰ 1 ਲੱਖ ਬੰਦੇ ਪਿੱਛੇ ਸਾਡੇ ਕੋਲ 90 ਡਾਕਟਰ ਨੇ ਔਨ ਐਨ ਐਵਰੇਜ। ਲੱਖ ਪਿੱਛੇ 91, ਤੇ ਜੇ ਉਹਦੀ ਗਿਣਤੀ ਮੈਂ ਤੁਹਾਨੂੰ ਝਾਰਖੰਡ ਦੀ ਦੱਸਾਂ, 14 ਜਾਂ 17 ਹੈ ਜੀ, ਬਿਹਾਰ ਦੇ ਵਿੱਚ 34 ਹੈ, ਤੇ ਪੰਜਾਬ ਦੇ ਵਿੱਚ 1 ਲੱਖ ਬੰਦੇ ਪਿੱਛੇ 172 ਡਾਕਟਰ ਨੇ ਜੀ। ਤੇ ਚਾਹੀਦੇ ਕਿੰਨੇ ਵੈਸੇ? ਚਾਹੀਦੇ ਤੇ ਬਹੁਤ ਨੇ ਜੀ, ਚਾਹੀਦੇ ਦੀ ਤਾਂ ਗੱਲ ਛੱਡੋ। ਕਤਰ ਦੇ ਵਿੱਚ 10,000 ਪਿੱਛੇ 77 ਡਾਕਟਰ ਨੇ ਜੀ। ਅਮਰੀਕਾ ਦੇ ਕੋਲ ਵੀ ਬਹੁਤ ਵੱਡੀ ਗਿਣਤੀ ਵਿੱਚ ਨੇ। ਹੋਰ ਵੱਡੀਆਂ ਕੰਟਰੀਜ਼ ਜਾਂ ਡਿਵੈਲਪਡ ਕੰਟਰੀਜ਼ ਦੀ ਅਸੀਂ ਗੱਲ ਨਾ ਕਰੀਏ, ਜੇ ਅਸੀਂ ਆਪਣੀ ਗੱਲ ਕਰੀਏ ਤੇ ਇੱਥੇ ਕੇਰਲਾ ਸਭ ਤੋਂ ਚੰਗਿਆਂ ਦੇ ਵਿੱਚ ਹੈ, ਉਹਨਾਂ ਦੇ ਕੋਲ 1 ਲੱਖ ਪਿੱਛੇ 186 ਡਾਕਟਰਸ ਨੇ ਜੀ। ਤੇ ਅਸੀਂ ਇਸ ਗੱਲ ਦਾ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਅਮਰੀਕਾ ਦੇ ਵਿੱਚ ਇੰਨੇ % ਜਿਹੜੇ ਲੋਕ ਨੇ ਡਾਕਟਰ ਨੇ ਉਹ ਇੰਡੀਆ ਦੇ ਨੇ, ਤੇ ਇੰਨੇ % ਇੰਜੀਨੀਅਰ ਜਿਹੜੇ ਨੇ ਤੇ ਉਹ ਇੰਡੀਆ ਦੇ ਨੇ, ਤੇ ਇੰਨੇ % ਜਿਹੜੇ ਸਾਇੰਟਿਸਟ ਨੇ ਉਹ ਭਾਰਤ ਤੋਂ ਗਏ ਹੋਏ ਨੇ ਤੇ ਅਮਰੀਕਾ ਲਈ ਕੰਮ ਕਰ ਰਹੇ ਨੇ। ਪਰ ਗੱਲ ਸੋਚਣ ਦੀ ਇਹ ਵੀ ਆ ਕਿ ਸਾਡੇ ਕੋਲ ਇੱਥੇ ਕਿੰਨੇ ਨੇ ਜੀ। ਡਾਕਟਰ ਹਰਗੋਬਿੰਦ ਖੁਰਾਣਾ ਨੂੰ ਨੋਬਲ ਪੁਰਸਕਾਰ ਮਿਲਦਾ ਹੈ ਤੇ ਅਸੀਂ ਬੜੀਆਂ ਤਾੜੀਆਂ ਮਾਰਦੇ ਹਾਂ ਕਿ ਉਹ ਸਾਡੇ ਨਹੀਂ, ਸਾਡੇ ਸਨ ਜਾਂ ਹਿੰਦੁਸਤਾਨ ਓਰੀਜਨ ਨੂੰ ਬਿਲੋਂਗ ਕਰਦੇ ਸੀ। ਕਲਪਨਾ ਚਾਵਲਾ ਅੰਤਰਿਕਸ਼ ਜਾਂਦੀ ਆ ਤੇ ਅਸੀਂ ਵਾਕਈ ਬੜੇ ਖੁਸ਼ ਹੁੰਦੇ ਹਾਂ, ਤੇ ਗੱਲ ਵੀ ਖੁਸ਼ੀ ਦੀ ਆ। ਪਰ ਕਿਉਂ ਇਹ ਪੜ੍ਹੇ ਲਿਖੇ ਲੋਕ, ਕਿਉਂ ਇਹ ਸਕਿਲਡ ਡਾਕਟਰ, ਇੰਜੀਨੀਅਰ ਤੇ ਚਾਰਟਰਡ ਅਕਾਊਂਟੈਂਟ ਤੇ IT ਪੇਸ਼ੇਵਰ ਜਿੰਨੇ ਵੀ ਲੋਕ ਨੇ, ਜਿੰਨੇ ਵੀ ਹਾਈਲੀ ਸਕਿਲਡ ਸਰਵਿਸ ਕਲਾਸ ਦੇ ਲੋਕ ਨੇ, ਕਿਉਂ ਉਹ ਹਿੰਦੁਸਤਾਨ ਦੇ ਵਿੱਚ ਰਹਿ ਕੇ ਇੱਥੇ ਕੰਮ ਨਹੀਂ ਕਰ ਪਾਉਂਦੇ? ਉਹ ਪਿੱਛੇ ਜੇ ਅਸੀਂ ਇਸੇ ਪ੍ਰੋਗਰਾਮ ਵਿੱਚ ਜ਼ਿਕਰ ਕੀਤਾ ਸੀ ਇੱਕ ਬੰਦੇ ਦਾ ਕਿ ਉਹ ਸੰਸਕ੍ਰਿਤ ਕਾਲਜ ਦੇ ਵਿੱਚ 1 ਮੈਨ ਆਰਮੀ ਹੈ। ਆਪਣੇ ਕਾਲਜ ਦੇ ਵਿੱਚ ਸੰਸਕ੍ਰਿਤ ਦੇ ਵਿੱਚ 440 ਵਿਦਿਆਰਥੀਆਂ ਨੂੰ ਇਕੱਲਾ ਹੀ ਪੜ੍ਹਾ ਰਿਹਾ ਹੈ। ਸਰਕਾਰ ਨੇ ਉਹਨੂੰ ਇਨਾਮ ਤਾਂ ਦੇ ਦਿੱਤਾ, ਉਹਨੂੰ ਤੇ ਉਹਦੀ ਛਾਤੀ ਤੇ ਮੈਡਲ ਤੇ ਇੱਕ ਟੰਗ ਦਿੱਤਾ, ਉਹਦਾ ਬਣਦਾ ਵੀ ਸੀ, ਪਰ ਉਹਨੂੰ ਇਹ ਨਹੀਂ ਕਿਹਾ ਵੀ ਭਾਈ ਚੌਧਰੀ ਦੱਸ ਤੇਰੇ ਕੋਲ ਲੋੜ ਕਿੰਨੀ ਆ, ਤੈਨੂੰ 20 ਸਟਾਫ ਚਾਹੀਦਾ, ਹੋਰ 31 ਸਟਾਫ ਚਾਹੀਦਾ, 40 ਚਾਹੀਦਾ, ਅਸੀਂ ਸਵੇਰੇ ਉਹਦੀ ਨਵੀਂ ਭਰਤੀ ਕਰੀਏ ਤੇ ਕਾਲਜ ਬਣਾਈਏ। ਇਹ ਨੀਅਤ ਨਹੀਂ ਨਾ ਹੈਗੀ ਕੰਮ ਕਰਨ ਦੀ। ਹੁਣ ਜੋ ਕਿਹਾ ਹੈ ਕੱਲ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੀ ਮੀਟਿੰਗ ਦੇ ਵਿੱਚ, ਉਹ ਇਹ ਹੈ ਕਿ ਡਾਕਟਰਾਂ ਦੀ ਕਮੀ ਨੂੰ ਦੇਖਦੇ ਹੋਏ ਅਸੀਂ ਨੀਟ ਦੀਆਂ ਪ੍ਰੀਖਿਆਵਾਂ ਦਸਤਖਤ ਕਰਤੀਆਂ ਨੇ, ਤੇ ਪਰ ਫਾਈਨਲ ਈਅਰ ਦੇ ਜਿਹੜੇ MBBS ਦੇ ਸਟੂਡੈਂਟਸ ਨੇ, ਨਾਲ ਹੀ ਜਿਹੜੇ ਨਰਸਿੰਗ ਸਟੂਡੈਂਟਸ ਨੇ, ਉਹਨਾਂ ਨੂੰ ਕੋਵਿਡ ਡਿਊਟੀ ਤੇ ਲਾਇਆ ਜਾਵੇਗਾ ਜੀ।
ਤੇ ਨਾਲ ਦੀ ਨਾਲ ਜੋ 100 ਦਿਨ ਤੱਕ ਤੋਂ ਵੱਧ ਲਈ ਕਰੋਨਾ ਦੀ ਡਿਊਟੀ ਕਰਦਾ ਹੈ ਉਹਨੂੰ ਕੁਝ ਵੱਧ ਤਨਖਾਹ ਦੀ ਤੇ ਕੁਝ ਮਾਣ ਭੱਤੇ ਦੀ ਪੇਸ਼ਕਸ਼ ਵੀ ਕੀਤੀ ਹੈ। ਪੰਜਾਬ ਦੇ ਵਿੱਚ ਆਸ਼ਾ ਵਰਕਰਸ ਨੂੰ ਲੈ ਕੇ ਅਜਿਹਾ ਕੁਝ ਕਿਹਾ ਗਿਆ ਹੈ। ਕੈਪਟਨ ਸਾਹਿਬ ਨੇ ਕਿਹਾ ਹੈ ਕਿ ਜੋ ਮੀਡੀਆ ਕਰਮੀ ਨੇ ਉਹ ਵੀ ਕਰੋਨਾ ਵਾਰੀਅਰ ਦੀ ਗਿਣਤੀ ਦੇ ਵਿੱਚ ਆਉਣਗੇ। ਸੋ ਤੁਸੀਂ ਅਸੀਂ ਵੀ ਹੁਣ ਕਰੋਨਾ ਵਾਰੀਅਰ ਬਣ ਜਾਾਂਗੇ, ਤੁਹਾਨੂੰ ਵੀ ਇੱਕ ਮੈਡਲ ਮਿਲੇਗਾ ਤੇ ਸਾਨੂੰ ਵੀ ਸ਼ਾਇਦ ਮਿਲੇਗਾ। ਪਰ ਗੱਲ ਇਹ ਆ ਕਿ ਅਸੀਂ ਇਸ ਬਿਮਾਰੀ ਨੂੰ ਨਜਿੱਠਣ ਲਈ ਤਾਂ ਹੁਣ ਤੇ ਅਸੀਂ ਇਸ ਗੱਲ ਦਾ ਕਰ ਦਿੱਤਾ ਕਿ ਫਾਈਨਲ ਈਅਰ ਦੇ ਸਟੂਡੈਂਟ ਜਿਹੜੇ ਆ ਉਹਦੇ 'ਚ ਲੜਨਗੇ। ਪਰ ਜੋ ਇਸ ਵਾਰ ਜਿਹੜੇ ਡਾਕਟਰਸ ਜਿਨ੍ਹਾਂ ਨੇ ਡਾਕਟਰ ਬਣਨਾ ਸੀ ਉਹ 4 ਮਹੀਨੇ ਐਗਜ਼ਾਮ ਲੇਟ ਆ ਤੇ 4-5 ਮਹੀਨੇ ਮੂਹਰੇ ਕਾਉਂਸਲਿੰਗ ਨੂੰ ਲੱਗ ਜਾਣਗੇ। ਸੋ ਕਰਦਿਆਂ ਕਰਾਉਂਦਿਆਂ ਜਿਹੜਾ ਉਹਨਾਂ ਦਾ 1 ਸਾਲ ਆ ਉਹ ਲੰਘ ਜਾਏਗਾ ਜੀ। ਤੇ ਗੱਲ ਦਿੱਲੀ ਦੀ ਹੀ ਕਰਦੇ ਹਾਂ ਕਿ ਦਿੱਲੀ ਸਰਕਾਰ ਨੇ ਫੌਜ ਦੀ ਮਦਦ ਮੰਗੀ ਹੈ, ਕਿਸ ਕੰਮ ਲਈ ਮੰਗੀ ਉਹਨਾਂ ਨੇ? ਜਦੋਂ ਕਿਤੇ ਹੜ੍ਹ ਆ ਜਾਣ ਤੇ ਫਿਰ ਭਾਰਤੀ ਫੌਜ ਦੀ ਲੋੜ ਪੈਂਦੀ ਆ, ਕਿਤੇ ਦੰਗੇ ਹੋ ਜਾਣ ਫਿਰ ਭਾਰਤੀ ਫੌਜ ਦੀ ਲੋੜ ਪੈਂਦੀ ਆ, ਕਿਤੇ ਸੋਕਾ ਪੈ ਜਾਏ, ਕੋਈ ਬਹੁਤ ਵੱਡੀ ਤਰਾਸਦੀ ਹੋ ਜਾਏ, ਕਿਤੇ ਭੁਚਾਲ ਆ ਜਾਏ ਤੇ ਫਿਰ ਭਾਰਤੀ ਫੌਜ ਦੀ ਮਦਦ ਦੀ ਲੋੜ ਪੈਂਦੀ ਆ। ਇੱਕ ਇੰਜ ਲੱਗਦਾ ਹੈ, ਕਈ ਵਾਰ ਆਪਾਂ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਕਿ ਕਈ ਵਾਰ ਇੰਜ ਲੱਗਦਾ ਹੈ ਕਿ ਇੱਕ ਹੀ ਅਦਾਰਾ ਹੈ ਜੋ ਸਭ ਤੋਂ ਜ਼ਿਆਦਾ ਤਰੀਕੇ ਨਾਲ ਜਾਂ ਸਭ ਤੋਂ ਜ਼ਿਆਦਾ ਡੈਡੀਕੇਸ਼ਨ ਨਾਲ ਤੇ ਡਿਸਪਲਿਨਡ ਵੇ ਨਾਲ ਕੰਮ ਕਰਦਾ ਹੈ, ਉਹ ਹੈ ਭਾਰਤੀ ਫੌਜ। ਤੇ ਹੁਣ ਦਿੱਲੀ ਸਰਕਾਰ ਨੇ ਵੀ ਪਹਿਲਾਂ ਵੀ ਬਹੁਤ, ਦਿੱਲੀ ਸਰਕਾਰ ਤੋਂ ਪਹਿਲਾਂ ਯੂਪੀ ਦੇ ਵਿੱਚ ਇਹਨਾਂ ਨੇ ਕੁਝ DRDO ਨੇ ਆਪਣੇ ਹਸਪੀਟਲ ਬਣਾ ਕੇ ਦਿੱਤੇ ਨੇ। ਲਖਨਊ ਦੇ ਵਿੱਚ ਗੱਲ ਹੋ ਰਹੀ ਸੀ ਇੱਕ ਦਿਨ ਕਿ 500 ਬੈੱਡ ਦਾ ਕੁਝ ਹਸਪੀਟਲ ਤਿਆਰ ਕੀਤਾ ਹੈ। ਦਿੱਲੀ ਸਰਕਾਰ ਨੇ ਵੀ ਕੇਂਦਰ ਸਰਕਾਰ ਨੂੰ ਇਹ ਮੰਗ ਰੱਖੀ ਸੀ ਕੁਝ ਦਿਨ ਪਹਿਲਾਂ ਕਿ ਦਿੱਲੀ ਦੇ ਵਿੱਚ ਹਾਲਾਤਾਂ ਨੂੰ ਸੁਧਾਰਨ ਲਈ ਭਾਰਤੀ ਫੌਜ ਦੀ ਮਦਦ ਕੀਤੀ ਜਾਵੇ, ਮਦਦ ਲਈ ਜਾਵੇ। ਉਹਦੀ ਉਹਨਾਂ ਨੇ ਕੁਝ ਜਵਾਬ ਨਹੀਂ ਦਿੱਤਾ ਤੇ ਹਾਈ ਕੋਰਟ ਦੇ ਵਿੱਚ ਗੱਲ ਪਹੁੰਚੀ ਸੀ ਤੇ ਹੁਣ ਹਾਈ ਕੋਰਟ ਦੇ ਵਿੱਚ ਸੈਂਟਰ ਸਰਕਾਰ ਨੇ ਕਿਹਾ ਹੈ ਕਿ ਜਿਹੜੀ ਡਿਫੈਂਸ ਮਿਨਿਸਟਰੀ ਉਹ ਇਸ ਚੀਜ਼ ਨੂੰ ਦੇਖ ਰਹੀ ਹੈ ਤੇ ਛੇਤੀ ਹੀ ਇਹਦੇ ਲਈ ਕੋਈ ਫੈਸਲਾ ਲਿਆ ਜਾਵੇਗਾ ਤੇ ਡਾਕਟਰਸ ਜਿਹੜੀ ਆ ਦਿੱਲੀ ਦੇ ਉਹਦੇ ਫੌਜ ਦੇ ਡਾਕਟਰਾਂ ਦੀ ਮਦਦ ਵੀ ਲਈ ਜਾਵੇਗੀ ਤੇ ਫੌਜ ਦੀ ਬਾਕੀ ਕੰਮਾਂ ਦੇ ਵਿੱਚ ਵੀ ਇਸ ਕੰਮ ਲਈ ਮਦਦ ਜਿਹੜੀ ਉਹ ਲੈਣ ਦੀ ਗੱਲ ਹੋ ਰਹੀ ਹੈ ਜੀ। ਤੇ ਅੰਮ੍ਰਿਤ ਜੀ, ਕੱਲ ਦੀ ਇੱਕ ਖਬਰ ਹੈ ਜਿਹੜੀ ਬੜੀ ਦਿਲ ਦਹਿਲਾਉਣ ਵਾਲੀ ਹੈ, ਕੰਟਰਾਡਿਕਟਡ ਹੈ। ਇੱਕ ਪਾਸੇ ਕਹਿੰਦੇ ਕਿ ਆਕਸੀਜਨ ਦੇ ਭੰਡਾਰ ਪੂਰੇ ਨੇ ਸਾਡੇ ਕੋਲ, ਦੂਜੇ ਪਾਸੇ ਉਸੇ ਇਲਾਕੇ ਦੇ ਇੱਕ ਹਸਪੀਟਲ ਦੇ ਵਿੱਚ 24 ਮਰੀਜ਼ਾਂ ਦੀ ਮੌਤ ਆਕਸੀਜਨ ਦੀ ਕਮੀ ਦੇ ਨਾਲ ਹੋ ਗਈ। ਬਿਲਕੁਲ ਜੀ। ਸਿਹਤ ਮੰਤਰਾਲੇ ਵੱਲੋਂ ਕੱਲ੍ਹ ਹੀ ਇੱਕ ਪ੍ਰੈਸ ਕਾਨਫਰੰਸ ਕਰਕੇ ਉੱਥੇ ਦੇ ਜਿਹੜੇ ਹੈਲਥ ਸੈਕਟਰੀ ਨੇ ਉਹਨਾਂ ਨੇ ਇਹ ਗੱਲ ਦੱਸੀ ਆ ਕਿ ਜੋ ਬਹੁਤ ਰੌਲਾ ਸੀਗਾ ਆਕਸੀਜਨ ਦੀ ਕਮੀ ਦਾ ਉਹ ਪੂਰਾ ਕਰ ਲਿਆ ਗਿਆ ਹੈ। ਸਾਡੇ ਕੋਲ ਸਫੀਸ਼ੀਐਂਟ ਆਕਸੀਜਨ ਦੇ ਭੰਡਾਰ ਜਿਹੜੇ ਨੇ ਉਹ ਮੌਜੂਦ ਨੇ ਤੇ ਪੂਰੇ ਮੁਲਕ ਦੇ ਵਿੱਚ ਆਕਸੀਜਨ ਦੀ ਕਮੀ ਕਿਤੇ ਨਹੀਂ ਆਉਣ ਦਿੱਤੀ ਜਾਊਗੀ। ਲਗਭਗ ਉਸੇ ਸਮੇਂ ਦੇ ਵਿੱਚ ਜਾਂ ਉਹਦੇ 2-4 ਘੰਟਿਆਂ ਦੇ ਦੌਰਾਨ ਹੀ ਕਰਨਾਟਕਾ ਤੋਂ ਖਬਰ ਆ ਰਹੀ ਸੀ ਕਿ ਉੱਥੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਆਕਸੀਜਨ ਦੀ ਕਮੀ ਕਾਰਨ 24 ਲੋਕਾਂ ਦੀ ਮੌਤ ਜਿਹੜੀ ਉਹ ਹੋ ਗਈ ਹੈ। ਹੁਣ ਤੁਸੀਂ ਇਹਨੂੰ ਦੇਖ ਲਓ, ਇਹਨਾਂ ਚੀਜ਼ਾਂ ਨੂੰ ਅਸੀਂ ਵੀ ਐਨਾਲਿਸਿਸ ਕਰਦੇ ਹਾਂ, ਮੌਕੇ ਬੇਮੌਕੇ ਖਬਰਾਂ ਅਖਬਾਰਾਂ ਦੇ ਵਿੱਚ ਫਲੈਸ਼ ਹੁੰਦੀਆਂ ਨੇ, TV ਤੇ ਵੀ ਆਉਂਦੀਆਂ ਨੇ। ਬੀਤੇ ਦਿਨਾਂ 'ਚ ਇਹ ਗੱਲਾਂ 3-4 ਹਸਪੀਟਲਸ ਤੋਂ ਸਾਹਮਣੇ ਆ ਚੁੱਕੀਆਂ। ਅੰਮ੍ਰਿਤਸਰ ਤੋਂ ਵੀ ਆਈ ਸੀ, ਦਿੱਲੀ ਤੋਂ ਵੀ ਖਬਰ ਆਈ ਆ, ਹੁਣ ਕਰਨਾਟਕ ਤੋਂ ਵੀ ਆ ਗਈ ਹੈ। ਇਸ ਤੋਂ ਪਹਿਲਾਂ ਇੱਕ ਦੋ ਜਗ੍ਹਾ ਸ਼ਾਇਦ ਹੋਰ ਵੀ ਕਿਤੇ ਆਈ ਸੀ। ਤੇ ਮਿਨਿਸਟਰੀ ਆਫ ਹੈਲਥ ਜਿਹੜੀ ਆ ਉਹਦੇ ਹੈਲਥ ਸੈਕਟਰੀ ਸਾਹਿਬ ਨੇ ਉਹ ਖਬਰ ਪਤਾ ਨਹੀਂ ਪੜ੍ਹੀ ਹੋਣੀ ਆ ਜਾਂ ਬਾਅਦ 'ਚ ਪੜ੍ਹੀ ਹੋਵੇਗੀ। ਤੇ ਦੇਖੋ, ਜੇ ਸਾਹ ਲੈਣ ਲਈ ਹਸਪੀਟਲ ਦੇ ਵਿੱਚ ਆਕਸੀਜਨ ਵੀ ਨਹੀਂ ਹੈਗਾ ਤੇ ਤੜਫ ਕੇ ਲੋਕ ਉਹ ਮਰੇ ਹੋਣਗੇ। ਇਸ ਚੀਜ਼ ਨੂੰ ਜੇ ਅਸੀਂ ਜਰਾ ਧਿਆਨ ਦੇ ਵਿੱਚ ਲਿਆਈਏ ਕਿ ਕਦੇ ਤੁਹਾਨੂੰ ਸਾਹ ਲੈਣ ਦੀ ਦਿੱਕਤ ਆਈ ਹੋਵੇ ਤੇ ਤੁਹਾਨੂੰ ਆਰਟੀਫਿਸ਼ੀਅਲ ਆਕਸੀਜਨ ਵੀ ਨਾ ਮਿਲੇ ਤੇ ਸਾਡੇ ਹੀ ਮੁਲਕ ਦਾ ਸਭ ਤੋਂ ਵੱਡਾ ਅਦਾਰਾ ਮਿਨਿਸਟਰੀ ਆਫ ਹੈਲਥ ਦਾ ਸੈਕਟਰੀ ਕਹਿ ਰਿਹਾ ਕਿ ਆਕਸੀਜਨ ਦੀ ਕਿਤੇ ਕਮੀ ਨਹੀਂ ਹੈ। ਫਿਰ ਇਹ ਸਾਰੀਆਂ ਵਿਰੋਧਾਭਾਸੀ ਗੱਲਾਂ ਨੇ ਤੇ ਸਰਕਾਰ ਨੂੰ ਇਹਨਾਂ ਗੱਲਾਂ ਲਈ ਸੋਚਣਾ ਪਵੇਗਾ। ਜਦੋਂ ਇਹਨਾਂ ਨੂੰ ਕਿਤੇ ਸਿਆਸਤ ਕਰਨ ਤੋਂ ਤੇ ਵੋਟਾਂ ਪਾਉਣ ਤੋਂ ਵੇਲ ਮਿਲੇ ਫਿਰ ਉਹ ਸੋਚਦੇ ਨੇ। ਵੈਸੇ ਨੇਤਾਵਾਂ ਤੋਂ ਇਲਾਵਾ ਨਾ ਸਾਡੇ ਜਿਹੜੇ ਸਟਾਰ ਨੇ ਨਾ, ਬਾਲੀਵੁੱਡ ਹੋ ਗਏ, ਹਾਲੀਵੁੱਡ ਹੋ ਗਏ ਜਾਂ ਪੋਲੀਵੁੱਡ ਹੋ ਗਏ, ਅਸੀਂ ਪੋਲੀਵੁੱਡ ਦੀ ਗੱਲ ਕਰੀਏ ਤੇ ਉਹ ਵੀ ਕਰੋਨਾ ਦੌਰਾਨ ਆਰਾਮ ਨਾਲ ਨਹੀਂ ਬੈਠਦੇ। ਪਾਬੰਦੀਆਂ ਦਾ ਉਹਨਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਕਿਉਂਕਿ ਲੋਕ ਉਹਨਾਂ ਨੂੰ ਮੰਨਦੇ ਨੇ ਤੇ ਉਹਨਾਂ ਦੀ ਗੱਲ ਛੇਤੀ ਸੁਣਦੇ ਨੇ। ਪਰ ਸਾਡੇ ਜਿਹੜੇ ਸਟਾਰ ਨੇ ਨਾ ਉਹ ਆਪਣੀ ਸਟਾਰਗਿਰੀ ਦਿਖਾਉਂਦੇ ਰਹਿੰਦੇ ਨੇ ਤੇ ਉਹਦੇ 'ਚ ਇੱਕ ਸ਼ਖਸੀਅਤ ਦਾ ਨਾਮ ਹੈ ਜਿਹਦੇ ਖਿਲਾਫ ਕੋਈ ਮਾਮਲਾ ਦਰਜ ਹੋਇਆ ਜੀ। ਬੀਤੇ ਦਿਨੀ ਜਿਮੀ ਸ਼ੇਰਗਿੱਲ ਤੇ ਪਰਚਾ ਹੋਇਆ ਸੀ ਤੇ ਹੁਣ ਉਪਾਸਨਾ ਸਿੰਘ ਕਿਸੇ ਸ਼ੂਟਿੰਗ ਦੇ ਵਿੱਚ ਰੁੱਝੇ ਹੋਏ ਸੀ ਤੇ ਪਾਬੰਦੀਆਂ ਦੀ ਉਹਨਾਂ ਨੇ ਜਿਹੜੀ ਆਲੋਚਨਾ ਉਹ ਕੀਤੀ ਸੀ, ਭੰਗ ਕੀਤੀ, ਉਲੰਘਣਾ ਕੀਤੀ। ਉਹਨਾਂ ਪਾਬੰਦੀਆਂ ਨੂੰ ਉਹਨਾਂ ਨੇ ਆਪਣੀ ਸ਼ੂਟਿੰਗ ਦੇ ਦੌਰਾਨ ਨਹੀਂ ਮੰਨਿਆ ਤੇ ਪਰਚਾ ਉਹਨਾਂ ਤੇ ਵੀ ਦਰਜ ਹੋ ਗਿਆ। ਪਰ ਅਸੀਂ ਪਰਮਿੰਦਰ ਜੀ ਪਿਛਲੇ ਸਾਲ ਦੇਖਿਆ ਸੀਗਾ ਕਿ ਜਿੰਨੇ ਕਰਫਿਊ ਨੂੰ ਤੋੜਨ ਦੇ ਪਰਚੇ ਦਾਖਲ ਕੀਤੇ ਸੀ ਯੂਪੀ ਸਰਕਾਰ ਨੇ, ਪੰਜਾਬ ਸਰਕਾਰ ਨੇ ਤੇ ਹੋਰ ਵੱਖ-ਵੱਖ ਸਰਕਾਰਾਂ ਨੇ, ਤੇ ਜਦੋਂ ਅਕਤੂਬਰ-ਨਵੰਬਰ 'ਚ ਕੋਵਿਡ ਦਾ ਦੌਰ ਖਤਮ ਹੋਇਆ ਸੀ ਤੇ ਉਦੋਂ ਸਾਰੇ ਦੇ ਸਾਰੇ ਪਰਚੇ ਉਹ ਜਿਹੜੇ ਆ ਇੱਕ ਮੁਸ਼ਤ ਦੇ ਵਿੱਚ ਕੈਬਨਿਟ ਦੇ ਵਿੱਚ ਲਿਆ ਕੇ ਫੈਸਲਾ ਕਰਕੇ ਉਹ ਕੈਂਸਲ ਕਰ ਦਿੱਤੇ ਗਏ ਸੀ। ਤੇ ਬੀਤੇ ਦਿਨੀ ਹੀ ਮਾਨਯੋਗ ਹਾਈ ਕੋਰਟ ਨੇ ਕਿਹਾ ਸੀਗਾ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਆਇਆ ਸੀ ਕਿ ਛੋਟੇ-ਮੋਟੇ ਕੇਸਾਂ ਲਈ ਲੋਕਾਂ ਨੂੰ ਨਾ ਫੜੋ ਤੇ ਨਾ ਹੀ ਪਰਚੇ ਦਰਜ ਕਰੋ ਕਿਉਂਕਿ ਕੋਰਟ ਜਿਹੜੀਆਂ ਆਲਰੇਡੀ ਬਹੁਤ ਬਿਜ਼ੀ ਨੇ ਤੇ ਕੰਮਕਾਰ ਬਹੁਤ ਸਲੋ ਹੋ ਰਿਹਾ ਤੇ ਜੇਲ੍ਹਾਂ 'ਚ ਵੈਸੇ ਜਗ੍ਹਾ ਹੈ ਨਹੀਂ। ਸੋ ਇਹ ਪਰਚੇ ਦਰਜ ਹੁੰਦੇ ਨੇ, ਹੋਣੇ ਵੀ ਚਾਹੀਦੇ ਨੇ, ਪਰ ਜੇ ਤੁਸੀਂ ਇਹਨਾਂ ਨੂੰ ਕਿਸੇ ਸਿੱਟੇ ਤੱਕ ਨਹੀਂ ਲੈ ਕੇ ਜਾਣਾ ਤੇ ਫਿਰ ਇਹਨਾਂ ਪਰਚਿਆਂ ਦੇ ਦਰਜ ਕਰਨ ਦਾ ਕੀ ਮਤਲਬ ਹੈ। ਹਾਂ, ਇੱਕ ਗੱਲ ਜ਼ਰੂਰ ਹੈ, ਇਹਦਾ ਥੋੜਾ ਜਿਹਾ ਲੋਕਾਂ ਤੇ ਅਸਰ ਜ਼ਰੂਰ ਹੁੰਦਾ ਜੇ ਤੁਸੀਂ ਕਿਸੇ ਵੱਡੀ ਸੈਲੀਬ੍ਰਿਟੀ ਨੂੰ ਜਾਂ ਕਿਸੇ ਇਹੋ ਜਿਹੇ
ਮਾਣ ਵਾਲੀ ਸ਼ਖਸੀਅਤ ਨੂੰ ਫੜਦੇ ਆ ਤੇ ਉਹਦੇ ਤੇ ਵੀ ਪਰਚਾ ਦਰਜ ਕਰਦੇ ਤੇ ਲੋਕਾਂ ਦੇ ਵਿੱਚ ਥੋੜਾ ਜਿਹਾ ਡਰ ਦਾ ਮਾਹੌਲ ਜ਼ਰੂਰ ਬਣੇਗਾ ਕਿ ਦੇਖੋ ਜੇ ਉਹ ਫੜੇ ਜਾਂਦੇ ਨੇ ਤੇ ਤੁਸੀਂ ਵੀ ਫੜੇ ਜਾ ਸਕਦੇ ਹੋ। ਬੀਤੇ ਦਿਨੀ ਅਕਾਲੀ ਦਲ ਦੇ ਪ੍ਰਧਾਨ ਦੇ ਘਰ ਵੀ ਇੱਕ ਮੀਟਿੰਗ ਹੋਈ ਸੀ, ਉਹਦੇ ਤੇ ਵੀ ਪਰਚਾ ਦਰਜ ਕਰਨ ਦੀ ਗੱਲ ਸੁਣੀ ਸੀ, ਪਰ ਇਹੋ ਜਿਹੇ ਪਰਚੇ ਜਿਹੜੇ ਨੇ ਉਹ ਸਿਰਫ ਖਾਨਾ ਪੂਰਤੀ ਆ, ਉਹਦੇ ਵਿੱਚ ਮੁੜ ਕੇ ਹੁੰਦਾ ਕੁਝ ਨਹੀਂ। ਤੇ ਸ਼ਰਮਾ ਜੀ ਹੁਣ ਆਉਂਦੇ ਆ ਟੀਕੇ ਵੱਲ। ਜੀ, ਆਧਾਰ ਪੂਨਾਵਾਲਾ ਦਾ ਜ਼ਿਕਰ ਆਇਆ ਸੀ ਜਦੋਂ ਸ਼ੁਰੂ 'ਚ ਤੁਸੀਂ ਕੀਤਾ ਸੀ, ਤੇ ਆਧਾਰ ਪੂਨਾਵਾਲਾ ਨੇ ਹੁਣ ਪਹਿਲਾਂ ਨਵਾਂ ਕੀ ਕਿਹਾ? ਪਹਿਲਾਂ ਤਾਂ ਇਹ ਬਹੁਤ ਕੁਝ ਦਿਨ ਪਹਿਲਾਂ ਇੱਥੋਂ ਸਾਰੀ ਫੈਮਿਲੀ ਲੈ ਕੇ ਇੰਗਲੈਂਡ ਚਲੇ ਗਏ ਆ। ਉਹਦੀ ਵਜ੍ਹਾ ਨਹੀਂ ਪਤਾ, ਵਕੇਸ਼ਨ ਤੇ ਗਏ ਆ ਜਾਂ ਇੱਥੋਂ ਕੋਵਿਡ ਤੋਂ ਡਰ ਤੋਂ ਗਏ ਆ ਜਾਂ ਕੁਝ ਹੋਰ ਗੱਲਾਂ ਤੋਂ ਡਰ ਤੋਂ ਗਏ ਆ। ਬਹੁਤ ਸਾਰੀਆਂ ਕੰਟਰਾਡਿਕਸ਼ਨ ਸਟੇਟਮੈਂਟ ਆ ਰਹੀਆਂ। ਅੱਜ ਵੀ ਕਾਂਗਰਸ ਨੇ ਪੁੱਛਿਆ ਹੈ ਕਿ ਜੇ ਉਹਨਾਂ ਨੂੰ ਇੱਥੇ ਧਮਕੀਆਂ ਮਿਲੀਆਂ ਸੀ ਤੇ ਉਹਨਾਂ ਨੂੰ ਉਹਦਾ ਦੱਸਣਾ ਚਾਹੀਦਾ ਕਿ ਉਹਨਾਂ ਨੂੰ ਧਮਕਾਇਆ ਕਿਹਨੇ ਸੀ ਤੇ ਕਿਹਨੇ ਨਹੀਂ। ਪਰ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਚੀਜ਼ਾਂ ਨੂੰ ਧਮਕੀਆਂ ਵੀ ਕਹਿ ਸਕਦੇ ਆ। ਮੈਂ ਉਹਦਾ ਵਿਚਾਰ ਨਹੀਂ ਕਰਦਾ ਕਿ ਜੋ ਆਧਾਰ ਪੂਨਾਵਾਲੇ ਨੇ ਕਿਹਾ ਉਹ ਠੀਕ ਹੈ ਜਾਂ ਗਲਤ ਹੈ, ਪਰ ਇੱਥੇ ਇੱਕ ਆਦਤ ਬਣੀ ਹੋਈ ਹੈ ਸਾਡੇ ਲੋਕਾਂ ਦੀ। ਜਿਹੜੇ ਵੀ ਆਪਣੇ ਆਪ ਨੂੰ ਸਮਾਜ ਦੇ ਮੋਹਤਬਰ ਲੋਕ ਕਹਿੰਦੇ ਨੇ, ਵੱਡੇ ਲੰਬੜਦਾਰ ਕਹਿੰਦੇ ਨੇ, ਚਾਹੇ ਉਹ ਐਮਐਲਏ ਨੇ, ਚਾਹੇ ਉਹ ਛੋਟੇ-ਮੋਟੇ ਲੀਡਰ ਨੇ, ਚਾਹੇ ਉਹ ਐਮਪੀ ਨੇ, ਚਾਹੇ ਕੋਈ ਵੱਡਾ ਡਾਕਟਰ ਹੈ, ਚਾਹੇ ਕੋਈ ਵੱਡਾ ਵੈਸੇ ਹੀ ਵੱਡਾ ਬੰਦਾ ਹੈ, ਕੋਈ ਵੱਡਾ ਜ਼ਿਮੀਂਦਾਰ ਹੈ, ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਆਪਣਾ ਹੱਕ ਸਮਝਦੇ ਹਾਂ। ਵੀ ਜੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਚੀਜ਼ ਸਭ ਤੋਂ ਪਹਿਲਾਂ ਆਈ ਹੈ ਤਾਂ ਸਭ ਤੋਂ ਪਹਿਲਾਂ ਮੈਂ ਵੱਡਾ ਹਾਂ ਤੇ ਮੈਨੂੰ ਮਿਲੇ। ਘਰ 'ਚ ਵੀ ਇਦਾਂ ਹੀ ਹੁੰਦਾ ਵੈਸੇ। ਕੋਈ ਘਰ 'ਚ ਅਸੀਂ ਤਿਆਗ ਦੀ ਭਾਵਨਾ ਰੱਖਦੇ ਹਾਂ ਕਿ ਪਹਿਲਾਂ ਬੱਚਿਆਂ ਨੂੰ ਦੇ ਦਿਓ, ਸਾਨੂੰ ਬਾਅਦ ਵਿੱਚ ਉਹ ਵੱਡੇ ਹੀ ਰੱਖਦੇ ਨੇ, ਪਰ ਜਿਹੜੇ ਬੱਚਿਆਂ 'ਚ ਵੱਡਾ ਹੁੰਦਾ ਨਾ ਸਭ ਤੋਂ, ਉਹਦੇ ਮਨ 'ਚ ਇਹੀ ਭਾਵਨਾ ਹੁੰਦੀ। ਅਸੀਂ 2011 ਦੀ ਜੇ ਤੁਹਾਨੂੰ ਮੈਂ ਇੱਕ ਆਪਣੀ ਗੱਲ ਦੱਸਾਂ, ਅਸੀਂ ਆਧਾਰ ਕਾਰਡ ਜਦੋਂ ਬਣਦੇ ਸੀ ਪੰਜਾਬ ਦੇ ਵਿੱਚ ਤੇ ਉਹਦਾ ਕੁਝ ਹਿੱਸਾ ਸਾਡੇ ਕੋਲ ਸੀ, ਉਹਦੇ ਲਈ ਹਿਊਮਨ ਪਾਵਰ ਜਿਹੜੀ ਅਸੀਂ ਪ੍ਰੋਵਾਈਡ ਕਰਦੇ ਸੀ, ਜਿਹੜੇ ਇਹਨਾਂ ਨੂੰ ਆਪਰੇਟਰ ਕਹਿੰਦੇ ਸੀ। ਅਸੀਂ ਪਿੰਡਾਂ ਦੇ ਵਿੱਚ ਜਾ ਕੇ ਮਾਸ ਕਮਿਊਨੀਕੇਸ਼ਨ ਦੀ ਇੱਕ ਮੂਵਮੈਂਟ ਸੀ ਕਿ ਜਿੱਥੇ ਵੀ ਕਿਤੇ ਸਾਂਝੀ ਜਗ੍ਹਾ ਤੇ ਜਾ ਕੇ ਉਹਨਾਂ ਮਸ਼ੀਨਾਂ ਨੂੰ ਸੈਟਅਪ ਕਰਦੇ ਸੀ ਤੇ ਲੋਕ ਬੜੀ ਵੱਡੀ ਗਿਣਤੀ 'ਚ ਆਉਂਦੇ ਸੀ। ਹਰ ਬੰਦਾ ਆਪਣੇ ਆਪ ਨੂੰ ਆਧਾਰ ਲਈ ਐਨਰੋਲ ਕਰਦਾ ਸੀ ਤੇ ਉੱਥੇ ਸਾਡੇ ਕੋਲ ਜਦੋਂ ਅਸੀਂ ਪਿੰਡ 'ਚ ਆਉਂਦੇ ਸੀ ਤੇ ਸਰਪੰਚ ਨੂੰ ਹੁੰਦਾ ਸੀ ਕਿ ਸਭ ਤੋਂ ਪਹਿਲਾਂ ਮੇਰੀ ਫੈਮਿਲੀ ਦੇ ਬਣਾਏ ਜਾਣ। ਜਦੋਂ ਸ਼ਹਿਰਾਂ 'ਚ ਸੀ ਤੇ ਬਹੁਤ ਸਾਰੇ ਸਰਦੇ ਪੁੱਜਦੇ ਲੋਕ ਸਾਡੇ ਕੋਲ ਸਿਫਾਰਿਸ਼ਾਂ ਕਰਾਉਂਦੇ ਸੀ। ਚੰਗੇ ਅਫਸਰਾਂ ਦੇ ਸਾਨੂੰ ਫੋਨ ਆਉਂਦੇ ਸੀ ਕਿ ਜਦੋਂ ਰਸ਼ ਘੱਟ ਹੋਇਆ ਸਾਨੂੰ ਦੱਸਿਓ, ਅਸੀਂ ਲਾਈਨ 'ਚ ਲੱਗਣ ਤੋਂ ਗਰੇਜ਼ ਕਰਦੇ ਸੀ। ਬਹੁਤ ਸਾਰੀ ਚੀਜ਼ਾਂ ਤੇ ਹੋ ਸਕਦਾ ਸੀਰਮ ਦੇ ਪੂਨਾਵਾਲਾ ਸਾਹਿਬ ਨੂੰ ਵੀ ਬਹੁਤ ਸਾਰੇ ਲੋਕਾਂ ਨੇ ਫੋਨ ਕੀਤਾ ਹੋਵੇ ਕਿ ਪਹਿਲਾਂ ਟੀਕੇ ਮੈਨੂੰ ਭੇਜ ਦੇ ਜਾਂ ਮੇਰੇ ਘਰ ਲਈ ਪਹਿਲਾਂ ਲਵਾ ਦੇ, ਜਾਂ ਕਿਸੇ ਸਟੇਟ ਦੇ ਮੁੱਖ ਮੰਤਰੀ ਨੇ ਵੀ ਉਹਨੂੰ ਕਿਹਾ ਹੋਵੇ ਜਾਂ ਕਿਸੇ ਗਵਰਨਰ ਨੇ ਕਿਹਾ ਹੋਵੇ ਜਾਂ ਕਿਸੇ ਵੱਡੇ ਅਫਸਰਾਂ ਨੇ ਕਿਹਾ ਹੋਵੇ। ਉਹਨਾਂ ਨੇ ਕੁਝ ਇਹੋ ਜਿਹੀਆਂ ਗੱਲਾਂ ਲੁਕਮੀਆਂ ਜਿਹੀਆਂ ਕੀਤੀਆਂ ਸੀ। ਫਿਰ ਉਹ ਇੰਗਲੈਂਡ ਚਲੇ ਗਏ। ਉੱਥੇ ਜਾ ਕੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਚਲਾ ਗਿਆ ਹਾਂ ਪਰ ਜਿਹੜੀ ਪ੍ਰੋਡਕਸ਼ਨ ਹੈ ਉਹ ਜਾਰੀ ਰਹੂਗੀ। ਦੋ ਅਲੱਗ-ਅਲੱਗ ਗੱਲਾਂ ਨੇ। ਜ਼ਰੂਰੀ ਨਹੀਂ ਆ ਕਿ ਉਹ ਫੈਕਟਰੀ ਦਾ ਮਾਲਕ ਹੈ ਤੇ ਚਲਾਉਂਦੇ ਵੀ ਉਹੀ ਨੇ। ਹੁਣ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਇਹ ਆ ਕਿ ਪ੍ਰੋਡਕਸ਼ਨ ਅਸੀਂ ਜਿੰਨੀ ਵੀ ਮਰਜ਼ੀ ਫਾਸਟ ਕਰ ਲਈਏ, ਤੁਸੀਂ ਪ੍ਰੋਗਰਾਮ ਦੇ ਸ਼ੁਰੂ 'ਚ ਵੀ ਦੱਸਿਆ, ਪਰ ਸਮੱਸਿਆ ਬਹੁਤ ਵੱਡੀ ਆ। ਦੁਨੀਆ ਦੀ ਆਬਾਦੀ ਬਹੁਤ ਜ਼ਿਆਦਾ ਹੈ। WHO ਦੇ ਨਿਯਮ ਦੇ ਅਧੀਨ ਹਰ ਇੱਕ ਬੰਦੇ ਨੇ ਸਾਰਿਆਂ ਨੂੰ ਵੰਡ ਕੇ ਦੇਣਾ ਹੈ। ਪਰ ਫਿਰ ਵੀ ਅਸੀਂ ਕੱਲ੍ਹ ਇਹ ਗੱਲ ਦੇਖੀ ਸੀ ਕਿ ਜਿਹੜੇ ਅਵਿਕਸਿਤ ਦੇਸ਼ ਨੇ ਜਾਂ ਜਿਹੜੇ ਬਹੁਤ ਨਿਚਲੇ ਦਰਜੇ ਦੇ ਦੇਸ਼ ਨੇ, ਅਫਰੀਕਨ ਕੰਟਰੀਜ਼ ਨੇ, ਸਾਊਥ ਅਮਰੀਕਨ ਕੰਟਰੀਜ਼ ਨੇ, ਉੱਥੇ ਹਾਲੇ ਗਿਣਤੀ ਜਿਹੜੀ ਆ ਉਹ 100 ਪਿੱਛੇ 1-2 ਨੂੰ ਵੀ ਨਹੀਂ ਲੱਗ ਰਿਹਾ ਤੇ ਸਾਡੇ ਫਿਰ ਵੀ 1-2 ਨੂੰ ਲੱਗ ਰਿਹਾ ਹੈ ਤੇ ਚੰਗੀਆਂ ਦੇਸ਼ਾਂ ਦੇ ਵਿੱਚ 30-30, 35-35, 40-40, 50-50 ਲੋਕਾਂ ਨੂੰ ਵੀ ਲੱਗ ਗਿਆ ਹੈ। ਜਿਹੜੀ ਉਹਨਾਂ ਦੀ ਕੱਲ੍ਹ ਦੀ ਸਟੇਟਮੈਂਟ ਸੀ ਉਹਦੇ 'ਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜਾ ਟੀਕਾਕਰਨ ਆ ਇਹਦੀ ਸਪੀਡ ਜਿਹੜੀ ਆ, ਇਹਦੀ ਪ੍ਰੋਡਕਸ਼ਨ ਜਿਹੜੀ ਆ ਉਹ ਜੁਲਾਈ ਤੋਂ ਪਹਿਲਾਂ ਸੁਧਰਨ ਦੀ ਆਸ ਨਹੀਂ। ਰਸ਼ ਜਿਹੜਾ ਆ ਬਹੁਤ ਆ, ਡਿਮਾਂਡ ਬਹੁਤ ਜ਼ਿਆਦਾ ਆ ਤੇ ਉਹਦੀ ਜਿਹੜੀ ਪ੍ਰੋਡਕਸ਼ਨ ਆ ਉਹ ਉਨੀ ਵਧਾਈ ਨਹੀਂ ਜਾ ਸਕਦੀ ਕਿਉਂਕਿ ਬਹੁਤ ਸਾਰੇ ਉਹਦੇ 'ਚ ਕਾਰਨ ਜ਼ਿੰਮੇਵਾਰ ਨੇ। ਤੇ ਚਲਦੇ ਇੱਕ ਸਰਕਾਰ ਦੀ ਗੱਲ ਇਹ ਆ ਕਿ ਉਹਨਾਂ ਨੇ ਬਾਹਰੋਂ ਆਉਣ ਵਾਲੀ ਮਦਦ ਜਿਹੜੀ ਆ, ਜੋ ਵੀ ਬਾਹਰੋਂ ਸਮਾਨ ਕੋਈ ਖਰੀਦ ਕੇ ਲਿਆ ਰਿਹਾ ਜਾਂ ਮਦਦ ਆ ਰਿਹਾ, ਉਹਦੇ ਤੇ GST ਤੇ ਹੋਰ ਜਿਹੜੇ ਟੈਕਸ ਲੱਗਦੇ ਸੀ ਉਹ ਸਾਰੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆ। 30 ਜੂਨ ਤੱਕ ਬਾਹਰੋਂ ਆਉਣ ਵਾਲੀ ਆਕਸੀਜਨ ਜਾਂ ਹੈਲਥ ਇਕਵਿਪਮੈਂਟਸ ਜਾਂ ਜਿਹੜੇ ਤੁਹਾਡੇ ਕੰਟੇਨਰਸ ਨੇ ਉਹਨਾਂ ਸਾਰਿਆਂ ਨੂੰ ਟੈਕਸ ਤੋਂ ਮੁਕਤ ਕਰ ਦਿੱਤਾ ਹੈ। ਅਮਰਿਤ ਜੀ, ਵਿਚਾਰਾਂ ਤੇ ਚਰਚਾ ਜਾਰੀ ਰੱਖਦੇ ਹਾਂ ਪਰ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਅੰਮ੍ਰਿਤਪਾਲ ਸ਼ਰਮਾ ਜੀ, ਇਹ ਦੱਸੋ ਤੁਹਾਨੂੰ ਪੁਲਿਸ ਤੋਂ ਡਰ ਲੱਗਦਾ? ਦੇਖੋ ਜੀ, ਜਦੋਂ ਤੁਸੀਂ ਕੋਈ ਕਾਨੂੰਨ ਤੋੜਿਆ ਹੋਵੇ, ਕੋਈ ਉਲੰਘਣਾ ਕੀਤੀ ਹੋਵੇ ਤੇ ਫਿਰ ਪੁਲਿਸ ਤੋਂ ਡਰ ਜ਼ਰੂਰ ਲੱਗਦਾ। ਪਰ ਜਦੋਂ ਤੱਕ ਜੋ ਪੰਜਾਬ ਦੇ ਹਾਲਾਤ ਨੇ, ਵੈਸੇ ਹੀ ਕਿਤੇ 2 ਖਾਕੀ ਵਰਦੀ ਵਾਲੇ ਬੰਦੇ ਖੜੇ ਹੋਣ ਤੇ ਬੰਦਾ ਥੋੜਾ ਜਿਹਾ ਸਜਗ ਹੋ ਜਾਂਦਾ, ਧਿਆਨ 'ਚ ਹੋ ਜਾਂਦਾ ਕਿ ਪਤਾ ਨਹੀਂ ਕੀ ਗੱਲ ਹੈ ਕੀ ਨਹੀਂ। ਡਰ ਤੇ ਜ਼ਰੂਰ ਲੱਗਦਾ ਜੀ, ਇਹ 'ਚ ਕੋਈ ਦੋ ਰਾਵਾਂ ਨਹੀਂ। ਤੇ ਪੁਲਿਸ ਵਾਲਿਆਂ ਦੀ ਗੱਲ ਤੁਸੀਂ ਮੈਨੂੰ ਪੁੱਛੀ ਨਹੀਂ ਵੀ ਮੈਂ ਪੁਲਿਸ ਵਾਲੀ ਗੱਲ ਸ਼ੁਰੂ ਕਿਉਂ ਕੀਤੀ। ਤੁਸੀਂ ਸਵਾਲ ਪੁੱਛਣਾ, ਕੋਈ ਕੁੰਡੀ ਅੜਾਈ ਹੋਣੀ ਹੈ, ਤੁਸੀਂ ਕੋਈ ਸਵਾਲ ਦੱਸੋਗੇ ਜੀ? ਨਹੀਂ, ਸਵਾਲ ਤਾਂ ਬੜਾ ਗੰਭੀਰ ਹੈ ਇਸ ਵੇਲੇ, ਕਿਉਂਕਿ 2 ਪੁਲਿਸ ਵਾਲੇ ਮਾਮਲੇ ਨੇ। ਇੱਕ ਤਾਂ ਛੋਟੇ ਪੁਲਿਸ ਅਫਸਰ ਨੇ ਵੱਡੇ ਤੋਂ ਡਰ ਕੇ ਖੁਦਕੁਸ਼ੀ ਕਰ ਲਈ ਹੈ ਤੇ ਦੂਜਾ ਹੈ ਇੱਕ ਕੰਮ ਨੂੰ ਬੰਦ ਕਰਾਉਣ ਲਈ ਗਏ ਸੀ ਪੁਲਿਸ ਵਾਲੇ ਤੇ ਲੋਕਾਂ ਨੇ ਉਹਨਾਂ ਨੂੰ ਖੁਦ ਕਮਰੇ 'ਚ ਬੰਦ ਕਰ ਦਿੱਤਾ। ਜੇ ਪਹਿਲੇ ਮਾਮਲੇ ਦੀ ਗੱਲ ਕਰੀਏ ਤੇ ਇੱਕ ਛੋਟੇ ASI ਨੇ ਵੱਡੇ ਅਫਸਰ ਦੇ ਡਰ ਤੋਂ ਖੁਦਕੁਸ਼ੀ ਕੀਤੀ ਜੀ। ਕਿਉਂ ਇਹ ਲੋੜ ਪੈਂਦੀ ਹੈ ਲੋਕਾਂ ਨੂੰ ਵੈਸੇ ਇਦਾਂ ਦੇ ਮਾਮਲਿਆਂ ਦੀ? ਦੇਖੋ ਪਰਮਿੰਦਰ ਜੀ, ਜਦੋਂ ਅਸੀਂ ਜੌਬ ਜੁਆਇਨ ਕਰਦੇ ਹਾਂ ਉਦੋਂ ਅਸੀਂ ਕੁਝ ਹੋਰ ਤਰੀਕੇ ਨਾਲ ਸੋਚਦੇ ਹਾਂ। ਜਦੋਂ ਅਸੀਂ ਟ੍ਰੇਨਿੰਗ 'ਚ ਜਾਂਦੇ ਹਾਂ ਫਿਰ ਉੱਥੇ ਸਾਨੂੰ ਕੁਝ ਹੋਰ ਤਰ੍ਹਾਂ ਦੇ ਹਾਲਾਤ ਸਮਝ ਆਉਂਦੇ ਨੇ ਜੀ। ਪੜ੍ਹੀ ਹੋਈ ਗੱਲ ਦੇ ਵਿੱਚ ਤੇ ਜਦੋਂ ਤੁਸੀਂ ਗਰਾਊਂਡ ਰਿਐਲਿਟੀਜ਼ ਨਾਲ ਜਿਹੜਾ ਜ਼ਮੀਨੀ ਪੱਧਰ ਤੇ ਉਹਨਾਂ ਚੀਜ਼ਾਂ ਨਾਲ ਤੁਹਾਡਾ ਵਾਸਤਾ ਪੈਂਦਾ ਹੈ, ਫਿਰ ਪਤਾ ਲੱਗਦਾ ਹੈ ਕਿ ਉਹ ਕੀ ਹੈ ਤੇ ਕਿਵੇਂ ਹੈ।
ਫਿਲਮ ਦੇ ਵਿੱਚ ਸਿੰਘਮ ਦਿਖਾਈ ਦੇਣਾ ਹੋਰ ਗੱਲ ਹੈ, ਮਿਲਖਾ ਸਿੰਘ ਦੀ ਆਪਣੀ ਲਾਈਫ ਕਿਵੇਂ ਦੀ ਰਹੀ ਆ ਤੇ ਭਾਗ ਮਿਲਖਾ ਵਾਲੇ ਜਿਹੜਾ ਹੀਰੋ ਆ ਉਹਨੇ ਉਹ ਜਿਵੇਂ ਦੀ ਦਿਖਾਈ ਆ ਉਹਦੇ 'ਚ ਬੜਾ ਸਾਰਾ ਫਰਕ ਹੈ ਜੀ। ਪਰਦੇ ਦੇ ਪਿੱਛੇ ਜੋ ਹਕੀਕਤਾਂ ਨੇ ਉਹ ਜਿਹੜੇ ਅਫਸਰ ਡਿਊਟੀ ਕਰਦੇ ਨੇ ਜਦੋਂ ਉਹਨਾਂ ਨੂੰ ਆਪਣੇ ਵੱਡੇ ਅਫਸਰ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਵੀ ਮਿਲਦੀਆਂ, ਕੁਝ ਚੰਗੇ ਅਫਸਰ ਵੀ ਨੇ ਉਹਨਾਂ ਨੂੰ ਸਿਖਾਉਂਦੇ ਵੀ ਨੇ, ਉਹਨਾਂ ਨੂੰ ਸਹੀ ਤਰੀਕੇ ਨਾਲ ਸਹੀ ਲਾਈਨ ਤੇ ਵੀ ਲੈ ਕੇ ਆਉਂਦੇ ਨੇ ਤੇ ਸਮਾਜ ਦਾ ਦੂਜਾ ਪੱਖ ਵੀ ਆ, ਉੱਥੇ ਖਰਾਬ ਬੰਦੇ ਵੀ ਨੇ। ਜਿਹੜੀ ਤੁਸੀਂ ਗੱਲ ਕਰ ਰਹੇ ਆ ਮੋਗੇ ਦੇ ਇੱਕ ਥਾਣੇ ਦੇ ਵਿੱਚ ਇੱਕ ਆਫੀਸਰ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰੀ ਆ ਤੇ ਸੁਸਾਈਡ ਨੋਟ ਲਿਖਿਆ ਕਿ ਮੈਂ ਆਪਣੇ ਐਸਐਚਓ ਤੋਂ ਤੰਗ ਸੀ, ਉਹ ਮੇਰੇ ਤੋਂ 50,000 ਰੁਪਏ ਰਿਸ਼ਵਤ ਦੀ ਮੰਗ ਕਰਦਾ ਸੀ ਜੀ। ਤੇ ਅਸੀਂ ਹੁਣ ਇਹਨਾਂ ਚੀਜ਼ਾਂ ਨੂੰ ਬਿਲਕੁਲ ਸਕਰੀਨ ਤੇ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਅਫਸਰ ਇਹ ਗੱਲ ਆਫ ਦਾ ਰਿਕਾਰਡ ਕਹਿੰਦੇ ਨੇ, ਕਿਉਂਕਿ ਉਹਨਾਂ ਨੇ ਕਿਹੜਾ ਕੋਈ ਰਿਕਾਰਡਿੰਗ ਕਰਨੀ ਹੈ ਜਾਂ ਕੋਈ ਇੰਟਰਵਿਊ ਦੇਣੀ ਆ, ਪਰ ਉਹ ਗੱਲ ਕਹਿੰਦੇ ਨੇ ਕਿ ਸਾਡੇ ਤੋਂ ਵੱਡੇ ਅਫਸਰ ਪੈਸੇ ਮੰਗਦੇ ਨੇ। ਵੱਡੇ ਅਫਸਰ ਵੀ ਪੈਸੇ ਮੰਗਦੇ ਨੇ ਤੇ ਮੌਕੇ ਬੇਮੌਕੇ ਜਿਹੜੇ ਵੱਡੇ ਲੀਡਰ ਨੇ, ਜਿਹੜੇ ਉੱਥੋਂ ਦੇ ਵਿਧਾਇਕ ਨੇ, ਉਹ ਵੀ ਪੈਸੇ ਜਿਹੜੇ ਮੰਗਦੇ ਨੇ। ਤੇ ਪੁਲਿਸ ਇਹ ਗੱਲ ਇਕੱਲੇ ਪੁਲਿਸ ਦੀ ਨਹੀਂ ਹੈਗੀ, ਬਹੁਤ ਸਾਰੇ ਡਿਪਾਰਟਮੈਂਟਸ ਦੇ ਵਿੱਚ ਇਦਾਂ ਦਾ ਦੇਖਣ ਨੂੰ ਮਿਲਦਾ ਹੈ। ਖਾਸ ਤੌਰ ਤੇ ਜਦੋਂ ਕੋਈ ਵੱਡਾ ਤਿਉਹਾਰ ਆਉਂਦਾ ਹੈ, ਮੰਨ ਲਓ ਦੀਵਾਲੀ ਹੈ ਜਾਂ ਦੁਸਹਿਰਾ ਹੈ, 15 ਅਗਸਤ ਹੈ, 26 ਜਨਵਰੀ ਹੈ, ਜਿਹੜੇ ਸਟੇਟ ਲੈਵਲ ਦੇ ਫੰਕਸ਼ਨ ਹੁੰਦੇ ਨੇ, ਜ਼ਿਲ੍ਹਾ ਲੈਵਲ ਤੇ ਫੰਕਸ਼ਨ ਕਰਾਏ ਜਾਂਦੇ ਨੇ, ਉਹਦੇ ਲਈ ਜਿਹੜੀ ਫੰਡਿੰਗ ਆ ਉਹ ਅਫਸਰ ਛੋਟਿਆਂ ਨੂੰ ਅੱਗੇ ਵਗਾਰ ਲਾ ਦਿੰਦੇ ਨੇ। ਇਹਨੂੰ ਉਹਨਾਂ ਦੀ ਭਾਸ਼ਾ 'ਚ ਕਹਿੰਦੇ ਨੇ ਕਿ ਸਾਨੂੰ ਵਗਾਰ ਪਾ ਦਿੱਤੀ ਗਈ ਹੈ। ਤੇ ਬਹੁਤ ਸਾਰੇ ਖਰਚੇ ਇਹਨਾਂ ਨੂੰ ਹੋਰ ਵੀ ਤਰੀਕੇ ਨਾਲ ਕਰਨੇ ਪੈਂਦੇ ਨੇ, ਆਮ ਤੌਰ ਤੇ ਲੋਕਲ ਲੈਵਲ ਦੇ ਉੱਤੇ ਵੀ, ਚਾਹੇ ਉਹ ਬਿਜਲੀ ਦਾ ਬਿੱਲ ਹੈ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਇਹਨਾਂ ਦੀ ਗਸ਼ਤ ਦੇ ਲਈ ਤੇਲ ਪੈਟਰੋਲ ਦੀ ਜੋ ਇਹਨਾਂ ਨੂੰ ਮਿਲਦਾ ਹੈ, ਇਹਨਾਂ ਦੀਆਂ ਗੱਡੀਆਂ ਲਈ ਖਰਚਾ ਹੈ, ਮੇਨਟੇਨੈਂਸ ਦਾ ਖਰਚਾ ਹੈ, ਬਹੁਤ ਸਾਰੀਆਂ ਚੀਜ਼ਾਂ ਜਿਹਦੇ ਵਿੱਚ ਸਰਕਾਰ ਦੀਆਂ ਬਹੁਤ ਸਾਰੀਆਂ ਊਣਤਾਈਆਂ ਨੇ। ਤੁਹਾਨੂੰ ਯਾਦ ਹੋਣਾ ਬੀਤੇ ਸਮੇਂ ਦੇ ਵਿੱਚ ਰੇਲਵੇ ਸਟੇਸ਼ਨਸ ਜਿਹੜੇ ਰੇਲਵੇ ਫਾਟਕ ਆ ਉਹਦੇ ਤੇ ਹਾਲੇ ਤੱਕ ਵੀ ਇਹਨਾਂ ਨੂੰ ਪਿੱਛੇ ਜੇ ਤੱਕ ਵੀ ਸਰੋਂ ਦੇ ਤੇਲ ਦੇ ਪੈਸੇ ਆਉਂਦੇ ਸੀ, ਕਿਉਂਕਿ ਫਾਟਕਾਂ ਦੇ ਵਿੱਚ ਦੀਵੇ ਜਗਾਏ ਜਾਂਦੇ ਸੀ ਬਾਹਰੋਂ ਦੂਰੋਂ ਦੇਖਣ ਲਈ ਕਿ ਫਾਟਕ ਬੰਦ ਹੈ ਕਿ ਨਹੀਂ ਹੈ। ਉਸ ਤੋਂ ਬਾਅਦ ਵਿੱਚ ਉੱਥੇ ਇਲੈਕਟ੍ਰਿਕ ਲਾਈਟਸ ਲਾਈਆਂ ਗਈਆਂ। ਬਹੁਤ ਵਾਰ ਅਸੀਂ ਜ਼ਿਕਰ ਕਰਦੇ ਹਾਂ ਕਿ ਐਮਐਲਏਜ਼ ਨੂੰ ਮੈਡੀਕਲ ਫੈਸਿਲਿਟੀ ਬਹੁਤ, ਜਾਂ ਜਿਹੜੇ ਸਾਡੇ ਲੀਡਰ ਹੈ ਇਹਨਾਂ ਨੂੰ ਮੈਡੀਕਲ ਫੈਸਿਲਿਟੀ ਦੇ ਨਾਂ ਤੇ ਵੱਡੇ ਪੈਸੇ ਮਿਲਦੇ ਨੇ, ਟਰਾਂਸਪੋਰਟ ਲਈ ਵੱਡੇ ਪੈਸੇ ਮਿਲਦੇ ਨੇ, ਖਰਚੇ ਲਈ, ਤੇਲ ਲਈ, ਡਰਾਈਵਰ ਲਈ, ਹੋਰ ਬਹੁਤ ਸਾਰੀਆਂ ਚੀਜ਼ਾਂ ਲਈ। ਤੇ ਨਾਲ ਦੀ ਨਾਲ ਇਹਨਾਂ ਨੂੰ ਮੋਬਾਈਲ ਲਈ ਹਾਲੇ ਵੀ ਜਿਹੜੇ ਪਿਛਲੇ ਹਿਸਾਬ ਦੇ ਨਾਲ ਪੈਸੇ ਮਿਲਦੇ ਨੇ, ਜਦ ਕਿ ਹੁਣ ਜਿਹੜਾ ਆ ਖਰਚਾ ਮੋਬਾਈਲ ਦਾ ਇੰਟਰਨੈਟ ਦੇ ਹਿਸਾਬ ਨਾਲ ਬਹੁਤ ਸਾਰਾ ਘਟ ਚੁੱਕਿਆ ਹੈ। ਕੁਛ 200-300 ਰੁਪਏ ਦਾ ਤੁਸੀਂ ਮੰਥਲੀ ਰੀਚਾਰਜ ਕਰਾ ਲਓ ਤੇ ਤੁਹਾਡਾ ਅਨਲਿਮਿਟਿਡ ਕਾਲ ਜਿਹੜੀਆਂ ਨੇ ਚੱਲਦੀਆਂ ਨੇ। ਪਰ ਜਿੱਥੇ ਲੋਕਾਂ ਨੂੰ ਜ਼ਰੂਰਤ ਹੈ ਉੱਥੇ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਆ ਉਹ ਨਹੀਂ ਦਿੱਤੀਆਂ ਜਾ ਰਹੀਆਂ, ਤਦ ਹੀ ਇਹੋ ਜਿਹੇ ਮਾਮਲੇ ਖੜਦੇ ਨੇ। ਕੋਈ ਸ਼ੱਕ ਨਹੀਂ ਇਹਦੇ ਵਿੱਚ ਕਿ ਲਾਲਚ ਵੀ ਉਹਦੇ ਵਿੱਚ ਸ਼ਾਮਿਲ ਹੋਵੇਗਾ। ਵੱਡੇ ਅਫਸਰ ਨੇ, ਜੇ ਐਸਐਚਓ ਨੇ ਕਿਸੇ ਗੱਲ ਲਈ ਉਹਨੂੰ ਪੈਸੇ ਮੰਗੇ ਨੇ ਤੇ ਉਹ ਬੰਦਾ ਉਸ ਗੱਲ ਤੋਂ ਪਰੇਸ਼ਾਨ ਹੋਇਆ ਹੋਵੇਗਾ, ਉਹ ਰਿਸ਼ਵਤ ਲੈਂਦਾ ਹੈ, ਨਹੀਂ ਲੈਂਦਾ ਹੈ, ਇਕੱਠੇ ਕਰਕੇ ਦਿੰਦਾ ਹੈ, ਕੀ ਕਰਦਾ ਹੈ, ਕੀ ਨਹੀਂ ਕਰਦਾ, ਉਹ ਨਵਾਂ ਤਾਂ ਜੁਆਇਨ ਹੀ ਨਹੀਂ ਸੀਗਾ। ਪਰ ਉਹ ਦੇਖੋ ਉਸ ਬੰਦੇ ਦਾ ਮਾਨਸਿਕ ਹਾਲਾਤ ਕਿਸ ਹਾਲਤ ਤੱਕ ਪਹੁੰਚੇ ਹੋਣਗੇ, ਕਿਸ ਪੀਕ ਤੱਕ ਉਹ ਗਿਆ ਹੋਏਗਾ ਕਿ ਉਸ ਨੂੰ ਜਿਹੜੀ ਰਿਵਾਲਵਰ ਦਿੱਤੀ ਗਈ ਹੈ ਲੋਕਾਂ ਦੀ ਸੁਰੱਖਿਆ ਕਰਨ ਲਈ ਜਾਂ ਲੋਕਾਂ ਦੇ ਵਿੱਚ ਇੱਕ ਭੈ ਬਣਾਉਣ ਲਈ ਕਿ ਆਫੀਸਰ ਆ ਗਿਆ ਹੈ, ਉਹਨੂੰ ਉਸ ਹੀ ਰਿਵਾਲਵਰ ਨੂੰ ਆਪਣੀ ਕਨਪੱਟੀ ਤੇ ਰੱਖ ਕੇ ਜਿਹੜਾ ਘੋੜਾ ਸੀ ਉਹ ਦੱਬਣਾ ਪਿਆ ਤੇ ਉਹਨੇ ਮੌਤ ਨੂੰ ਚੁਣਿਆ ਰਾਦਰ ਦੈਨ ਉਸ ਜ਼ਿੰਦਗੀ ਨੂੰ ਜਿਹੜੀ ਉਹ ਇੱਕ ਅਫਸਰ ਵਾਲੀ ਜੀ ਰਿਹਾ ਸੀ। ਜੇ ਕੋਈ BA ਪਾਸ ਜਾਂ 18, 20, 22 ਸਾਲ ਦਾ ਬੰਦਾ ਉਹਨੂੰ ਦੇਖਦਾ, ਕੋਈ ਨੌਜਵਾਨ ਦੇਖਦਾ, ਤੇ ਉਹਦੇ ਲਈ ਉਹ ਇੱਕ ਮਿਸਾਲ ਹੋਣਾ ਸੀ ਕਿ ਦੇਖੋ ਬੰਦਾ ਪੜ੍ਹਿਆ ਲਿਖਿਆ ਹੈ, ਬਾਅਦ ਵਿੱਚ ਇਹਨੇ ਨੌਕਰੀ ਲਈ ਹੈ ਤੇ ਹੁਣ ASI ਬਣਿਆ ਹੋਇਆ ਹੈ। ਪਰ ਉਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਤਲਖ ਹਕੀਕਤਾਂ ਸਨ ਕਿ ਉਸ ਬੰਦੇ ਨੇ ਮੌਤ ਨੂੰ ਗਲੇ ਲਾਇਆ। ਦੂਜੀ ਤੁਸੀਂ ਘਟਨਾ ਦੱਸੀ ਹੈ ਕਿ ਪੁਲਿਸ ਕਿਤੇ ਗਈ ਹੈ, ਉੱਥੇ DJ ਲੱਗਾ ਹੋਇਆ ਸੀ, ਉਹਨਾਂ ਨੂੰ ਸ਼ੋਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, DJ ਬੰਦ ਕਰਾਉਣ ਲਈ ਕਿਹਾ ਤੇ ਉਹਨਾਂ ਨੇ ਪੁਲਿਸ ਨਾਲ ਹੀ ਹੱਥੋਂ-ਪਾਈ ਵੀ ਇਕੱਲੇ ਹੱਥੋਂ-ਪਾਈ ਹੀ ਨਹੀਂ ਕੀਤੀ, ਉਹਨਾਂ ਨੂੰ ਕਮਰੇ 'ਚ ਵੀ ਬੰਦ ਕੀਤਾ। ਮੇਰੀ ਇੱਕ ਨਿੱਜੀ ਘਟਨਾ ਹੋਈ ਇੱਕ ਵਾਰ, ਅਸੀਂ ਬਹੁਤ ਪੁਰਾਣੀ ਗੱਲ ਹੈ, 20 ਸਾਲ ਤੋਂ ਵੀ ਪਹਿਲਾਂ ਦੀ ਗੱਲ ਹੈ ਕਿ ਇੱਕ ਬਰਾਤ ਨੇ ਬੱਸ ਕਾਰਾਂ 'ਚ ਚੜ੍ਹਨਾ ਸੀ ਤੇ ਸੜਕ ਤੇ ਖੜੇ ਸੀ ਸਾਰੇ ਲੋਕ, ਗੱਡੀਆਂ ਦੀ ਲਾਈਨ ਲੱਗੀ ਹੋਈ ਸੀ ਤੇ ਪਿੱਛੋਂ ਇੱਕ ਬੱਸ ਆ ਗਈ, ਬੱਸ ਖਾਲੀ ਸੀ ਪਰਮਿੰਦਰ ਜੀ, ਉਹ ਹਾਰਨ ਮਾਰੀ ਜਾ ਰਿਹਾ ਸੀ ਡਰਾਈਵਰ, ਤੇ ਅਸੀਂ ਛੋਟੇ ਸੀ, ਹਾਲਾਂਕਿ ਸਾਡੇ ਨਾਲ ਵੱਡੇ ਭਰਾ ਸੀ, ਉਹਨਾਂ ਨੇ ਉਹਨੂੰ ਬੱਸ ਵਾਲੇ ਨੂੰ ਕਿਹਾ ਕਿ 2 ਮਿੰਟ ਰੁਕ ਜਾ, ਤੂੰ ਬਰਾਤ ਚਲੇ ਜਾਣੀ ਹੈ ਤੇ ਤੂੰ ਵੀ ਲੰਘ ਜਾਈਂ, ਰਸਤਾ ਵੀ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਬੰਦਾ ਆਪਣੀ ਗੱਲ ਤੇ ਬਜੇਦ ਰਿਹਾ ਤੇ ਉਹ ਹਾਰਨ ਹੀ ਮਾਰੀ ਗਿਆ, ਪਰ ਲੰਘ ਤੇ ਸਕਦਾ ਨਹੀਂ ਸੀ। ਫਿਰ ਬੰਦੇ ਜਦੋਂ 2 ਬੱਸ 'ਚ ਚੜ੍ਹ ਕੇ ਉਹਨੂੰ ਜਦੋਂ ਉਹਦੇ ਲਾਗੇ ਗਏ ਤੇ ਫਿਰ ਪਤਾ ਲੱਗਿਆ ਕਿ ਉਹਨੇ ਐਕਸੈਸ ਦੇ ਵਿੱਚ ਸ਼ਰਾਬ ਪੀਤੀ ਹੋਈ ਸੀ। ਫਿਰ ਉਸ ਡਰਾਈਵਰ ਨੂੰ ਬੱਸ 'ਚੋਂ ਥੱਲੇ ਲਾਇਆ ਤੇ ਉਹਨੂੰ 10-15 ਮਿੰਟ 20 ਮਿੰਟ ਲਈ ਹਰਾਸ ਕੀਤਾ, ਬਿਠਾਇਆ, ਉਹਦੇ ਹੈੱਡ ਆਫਿਸ ਫੋਨ ਕੀਤਾ, ਡਿਸਟ੍ਰਿਕਟ ਹੈੱਡਕੁਆਟਰ ਜਿੱਥੇ ਉਹਨੇ ਪਹੁੰਚਣਾ ਸੀ, ਉੱਥੋਂ 2 ਬੰਦੇ ਆਏ, ਪੁਲਿਸ ਵੀ ਆਈ, ਉਹਨੂੰ ਗ੍ਰਿਫਤਾਰ ਵੀ ਕਰਵਾਇਆ, ਬੱਸ ਵੀ ਸਾਈਡ ਤੇ ਲਗਵਾਈ। ਸੋ ਬਹੁਤ ਵਾਰ ਇੱਦਾਂ ਹੁੰਦਾ ਹੈ ਕਿ ਜਦੋਂ ਮੁਲਾਜ਼ਮ ਆਪਣੇ ਆਪ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੇ ਨੇ। ਪਰ ਜਿਹੜੀ ਹੁਣ ਦੀ ਘਟਨਾ ਹੈ ਉਹ ਹੈ ਕਿ ਉਹ ਜੇ DJ ਨੂੰ ਬੰਦ ਕਰਾਉਣ ਗਏ ਸੀ ਤੇ ਲੋਕਾਂ ਦੇ ਵਿੱਚ ਇਸ ਵਰਦੀਧਾਰੀ ਪੁਲਿਸ ਦਾ ਡਰ ਹੋਣਾ ਚਾਹੀਦਾ ਹੈ, ਖਾਸ ਤੌਰ ਤੇ ਉਦੋਂ ਜਦੋਂ ਤੁਸੀਂ ਕੁਝ ਗਲਤ ਕਰ ਰਹੇ ਹੋ।
ਜੇ ਡੀਜੇ ਨੂੰ ਲਾਉਣ ਦੀ ਤੇ ਡੀਜੇ ਨੂੰ ਬੰਦ ਕਰਾਉਣ ਦੀ ਇੱਕ ਟਾਈਮ ਨਿਯਮ ਜਿਹੜੇ ਆ ਉਹ ਡੀਸੀ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਜ਼ਿਲ੍ਹੇ ਦੇ ਵੱਲੋਂ ਤੈਅ ਕੀਤੇ ਗਏ ਨੇ ਜੀ ਤੇ ਲੋਕਾਂ ਨੂੰ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਆਪਣੇ ਆਪ ਹੀ। ਜੀ ਅੰਮ੍ਰਿਤ ਜੀ, ਕਰੋਨਾ ਕਰਕੇ ਵੈਸੇ ਪਾਬੰਦੀਆਂ ਲਾਗੂ ਸੀਗੀਆਂ ਜੀ ਤੇ ਟਾਈਮ ਦਾ ਚਲੋ ਮੈਨੇਜ ਕਰ ਲਿਆ ਹੋਣਾ ਉਹਨਾਂ ਨੇ, ਪਰ ਕਰੋਨਾ ਕਰਕੇ ਭੀੜ ਬੜੀ ਇਕੱਠੀ ਸੀ ਉੱਤੇ, ਜੀ ਇਸੇ ਕਰਕੇ ਸ਼ਾਇਦ ਇਹ ਚਲੋ ਜੋ ਵੀ ਕਾਰਨ ਰਹੇ ਹੋਣਗੇ, ਗੱਲ ਤੇ ਇਹੀ ਹੈ ਨਾ ਕਿ ਉਹ ਇੱਕ ਕਾਨੂੰਨ ਨੂੰ ਤੋੜ ਰਹੇ ਸੀ। ਕੋਵਿਡ ਦੇ ਦੌਰਾਨ ਇੱਕ ਸਮਾਂ ਸੀਮਾ ਨਿਰਧਾਰਿਤ ਹੈ ਤਾਂ ਜਾਂ ਲੋਕਾਂ ਦੀ ਗਿਣਤੀ ਨਿਰਧਾਰਿਤ ਹੈ, ਪਰ ਲੋਕਾਂ ਦੀ ਤੁਸੀਂ ਹੌਸਲੇ ਦੀ ਵੀ ਦਾਤ ਦੋਗੇ ਤੇ ਪੁਲਿਸ ਦੇ ਕਿਰਦਾਰ ਦੇ ਵਿੱਚ ਜਾਂ ਪੁਲਿਸ ਦੇ ਬਿਹੇਵੀਅਰ ਦੇ ਪ੍ਰਤੀ ਲੋਕ ਕਿੰਨੇ ਕੁ ਪਹਿਲੇ ਨਾਲੋਂ ਸਹਿਣਸ਼ੀਲ ਨੇ ਜਾਂ ਕਿੰਨਾ ਕੁ ਉਹਨਾਂ ਤੋਂ ਡਰਦੇ ਨੇ, ਇਸ ਗੱਲ ਦੀ ਵੀ ਇੱਕ ਗੱਲ ਹੈ। ਕੱਲੀ ਇੱਕ ਘਟਨਾ ਨਹੀਂ ਹੈ, ਬਹੁਤ ਵਾਰ ਸਾਹਮਣੇ ਆਉਂਦਾ ਹੈ। ਅਸੀਂ ਕਈ ਵਾਰ ਦੇਖਿਆ ਹੈ, ਆਪ ਲੰਘਦੇ ਵੜਦੇ ਕਿ ਪੁਲਿਸ ਵਾਲੇ ਨਾਕੇ ਤੇ ਖੜੇ ਨੇ, ਉਹ ਰੋਕਦੇ ਨੇ, ਬੰਦਾ ਰੁਕਦਾ ਹੈ, ਗਲਤ ਆਪਣੀ ਗੱਲ ਨੂੰ ਦੱਸਦਾ ਹੈ ਜਾਂ ਉਹਦੇ ਕੋਲ ਕੋਈ ਹੈਲਮਟ ਨਹੀਂ ਹੈ, ਕੋਈ ਹੋਰ ਕਹਾਣੀ ਨਹੀਂ ਹੈ, ਚੁੱਪਚਾਪ ਉਹਨਾਂ ਨੂੰ ਪੈਸੇ ਦਿੰਦਾ ਹੈ, ਚਲੇ ਜਾਂਦਾ ਹੈ। ਜਦੋਂ ਤੁਸੀਂ ਇੱਕ ਵਾਰ ਕਿਸੇ ਵਰਦੀਧਾਰੀ ਮੁਲਾਜ਼ਮ ਨਾਲ ਇਹੋ ਜਿਹਾ ਰਾਬਤਾ ਕਾਇਮ ਕਰ ਲਿਆ, ਤੁਸੀਂ ਉਹਨੂੰ ਪੈਸੇ ਦੇ ਕੇ ਛੁੱਟ ਗਏ, ਮੁੜ ਕੇ ਤੁਸੀਂ ਕਿਸੇ ਹੋਰ ਤੋਂ ਕਿੱਦਾਂ ਡਰੋਗੇ? ਤੁਹਾਡੇ ਲਈ ਉਹਦਾ ਜਿਹੜਾ ਕਨਸੈਪਸ਼ਨ ਹੈ ਤੁਹਾਡੇ ਦਿਮਾਗ ਵਿੱਚ, ਜਿਹੜਾ ਉਹਦੀ ਜਿਹੜੀ ਪ੍ਰਤਿਭਾ ਬਣੀ ਹੋਈ ਸੀ, ਉਹ ਟੁੱਟ ਗਈ। ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਯਾਰ ਇਹ ਵਨ ਐਂਡ ਦਾ ਸੇਮ ਥਿੰਗ, ਦਿਸ ਵੇ ਔਰ ਦੈਟ ਵੇ, ਤੁਸੀਂ ਮਸਲੇ ਨੂੰ ਹੱਲ ਕਰ ਸਕਦੇ ਹੋ। ਪਰਮਿੰਦਰ ਜੀ, ਅਸੀਂ ਬਾਹਰਲੇ ਦੇਸ਼ਾਂ ਦੀਆਂ ਗੱਲਾਂ ਕਰਦੇ ਹਾਂ, ਤੁਸੀਂ ਦੇਖੋ ਦੁਬਈ ਦੇ ਵਿੱਚ ਜਾਂ ਹੋਰ UAE ਦੇ ਵਿੱਚ, ਹੋਰ ਸਾਰੇ ਦੇਸ਼ਾਂ ਦੇ ਵਿੱਚ, ਛੋਟੇ ਦੇਸ਼ ਦੀ ਅਸੀਂ ਗੱਲ ਕਰਦੇ ਹਾਂ, ਉੱਥੇ ਪੁਲਿਸ ਦਾ ਇੰਨਾ ਜ਼ਿਆਦਾ ਡਰ ਹੈ ਕਿ ਕੋਈ ਵੱਡੀ ਤੋਂ ਵੱਡੀ ਘਟਨਾ ਹੋ ਜਾਏ, ਤੁਹਾਨੂੰ 150 ਪੁਲਿਸ ਵਾਲੇ ਨਜ਼ਰ ਨਹੀਂ ਆਉਂਦੇ। ਅਸੀਂ ਉੱਥੇ ਜਾ ਕੇ ਦੇਖਿਆ, ਪੁਲਿਸ ਸਟੇਸ਼ਨ ਦੇ ਵਿੱਚ ਵੀ 2-4 ਬੰਦੇ ਹੀ ਬੈਠੇ ਨੇ, ਆਪਣੀ ਕੁਰਸੀ ਤੇ ਬੈਠੇ ਨੇ, ਤੁਸੀਂ ਉਹਨਾਂ ਕੋਲ ਜਾਂਦੇ ਆ, ਆਪਣੀ ਸਮੱਸਿਆ ਦੱਸਦੇ ਆ, 2-4 ਮਿੰਟ ਲੱਗਦੇ ਆ ਤੇ ਕਹਾਣੀ ਜਿਹੜੀ ਹੱਲ ਹੋ ਜਾਂਦੀ ਹੈ। ਰੋਡ ਸਾਈਡ ਤੇ ਕਿਤੇ ਐਕਸੀਡੈਂਟ ਹੋ ਜਾਏ, 2 ਮਿੰਟ ਦੇ ਵਿੱਚ ਆਉਂਦਾ ਆ, ਉਹ ਬੰਦਾ ਦੋਨੋਂ ਧਿਰਾਂ ਦੀ ਗੱਲ ਸੁਣਦਾ ਹੈ। ਜਿਹਦਾ ਕਸੂਰ ਹੈ ਉਹਨੂੰ ਉਹ ਜੁਰਮਾਨੇ ਦੀ ਪਰਚੀ ਦੇ ਦਿੰਦਾ ਹੈ, ਜਿਹਦਾ ਨਹੀਂ ਕਸੂਰ ਹੈ ਉਹਨੂੰ ਇੰਸ਼ੋਰੈਂਸ ਦੀ ਪਰਚੀ ਦੇ ਦਿੰਦਾ ਹੈ। ਲੋਕੀ ਆਪਣੇ ਪਾਸੇ ਚਲੇ ਜਾਂਦੇ ਨੇ ਤੇ ਜਿੱਥੇ ਕਿਤੇ ਕੋਈ ਗੁਨਾਹ, ਕੋਈ ਕ੍ਰਾਈਮ ਹੋਇਆ ਹੋਵੇ, ਉਹ ਚੌਂਕ ਦੇ ਵਿੱਚ ਖੜੇ ਹੋ ਕੇ ਤੇ ਬੰਦੇ ਨੂੰ ਸਜ਼ਾ ਦਿੰਦੇ ਨੇ, ਚਾਹੇ ਉਹਦਾ ਹੱਥ ਕੱਟਣਾ ਹੈ, ਚਾਹੇ ਉਹਨੂੰ ਫਾਂਸੀ ਦੇਣੀ ਹੈ, ਚਾਹੇ ਉਹਦੇ ਨਾਲ ਕੋਈ ਹੋਰ ਵਰਤਾਰਾ ਕਰਨਾ ਹੈ। ਪਰ ਪੁਲਿਸ ਇੱਕ ਗੱਲ ਨੂੰ ਰੋਕਣ ਲਈ ਗਈ ਆ ਤੇ ਲੋਕਾਂ ਨੇ ਉਸ ਪੁਲਿਸ ਨੂੰ ਫੜ ਕੇ ਅੰਦਰ ਕਰ ਦਿੱਤਾ ਹੈ ਜਾਂ ਕਿਡਨੈਪਿੰਗ ਕਰ ਲਿਆ ਹੈ। ਉਹ ਬੜੀ ਹਾਸੋਹੀਣੀ ਜੀ ਘਟਨਾ ਹੈ। ਤੇ ਦੂਸਰੀ ਗੱਲ ਇਹ ਵੀ ਹੈ ਕਿ ਪੁਲਿਸ ਜਿਹੋ ਜੀ ਡਿਊਟੀ ਕਰ ਰਹੀ ਹੈ, ਉਹ ਕਿਵੇਂ ਜਿਹੇ ਹਾਲਾਤਾਂ ਵਿੱਚ ਕੰਮ ਕਰਦੇ ਨੇ। ਮਾਣਯੋਗ ਹਾਈ ਕੋਰਟ ਨੇ ਬਹੁਤ ਸਾਲਾਂ ਤੋਂ ਇਹ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਸਰਕਾਰ ਪੁਲਿਸ ਦੀ ਨਫਰੀ ਨੂੰ ਪੂਰੀ ਕਰੇ। ਇੱਕ ਮੁਲਾਜ਼ਮ ਨੂੰ 8 ਘੰਟੇ ਤੋਂ ਵੱਧ ਡਿਊਟੀ ਨਾ ਦਿੱਤੀ ਜਾਵੇ, ਉਹਨੂੰ ਹਫ਼ਤਾਵਾਰੀ ਛੁੱਟੀ ਦਿੱਤੀ ਜਾਵੇ। ਪਰ ਇਹ ਸਾਰਾ ਕੁਝ ਜਿਹੜਾ ਆ ਉਹ ਸਿਰਫ ਔਰ ਸਿਰਫ ਨੋਟੀਫਿਕੇਸ਼ਨਾਂ ਦੇ ਵਿੱਚ ਹੀ ਹੈ। ਸਰਕਾਰ ਜਿਹੜੀ ਮਾਣਯੋਗ ਹਾਈ ਕੋਰਟ ਦੀ ਜਿਹੜੀ ਗੱਲ ਆ ਉਹ ਸੁਣੀ ਨਹੀਂ ਜਾਂਦੀ। ਚਾਹੀਦਾ ਉਹ ਗੱਲ ਉਹੀ ਆ ਵੀ ਚਾਹੀਦਾ ਤਾਂ ਬਹੁਤ ਕੁਝ ਹੈ, ਪਰ ਅਸੂਲ ਦੇ ਵਿੱਚ ਜਾਂ ਅਸਲ ਦੇ ਵਿੱਚ ਅਮਲੀ ਤੌਰ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਦਾਰਦ ਨੇ। ਤੇ ਫਿਰ ਜਦੋਂ ਤੁਸੀਂ ਇੱਕ ਮਾਨਸਿਕ ਪ੍ਰੈਸ਼ਰ ਦੇ ਵਿੱਚ ਨੌਕਰੀ ਕਰਦੇ ਆ, ਤੁਸੀਂ 8 ਘੰਟੇ ਦੀ ਬਜਾਏ 16 ਘੰਟੇ, 18 ਘੰਟੇ, 20 ਘੰਟੇ ਜੌਬ ਕਰਦੇ ਹੋ, ਫਿਰ ਤੁਸੀਂ ਕਿਹੋ ਜਿਹੇ ਉਹਦੀ ਆਸ ਰੱਖੋਗੇ ਕਿ ਕਿੰਨੇ ਕੁ ਤਰੀਕੇ ਨਾਲ ਤੁਸੀਂ ਚੰਗੇ ਨਾਲ ਕੰਮ ਕਰੋਗੇ। ਤੇ ਸ਼ਰਮਾ ਜੀ, ਪੰਜਾਬ ਪੁਲਿਸ ਦੀ ਵਿਸਥਾਰਿਤ ਜਾਣਕਾਰੀ ਤੁਸੀਂ ਦੇ ਦਿੱਤੀ ਕਿ ਕਿਹੋ ਜਿਹੇ ਹਾਲਾਤਾਂ ਨਹੀਂ, ਵਿਸਥਾਰਿਤ ਜਾਣਕਾਰੀ ਨਹੀਂ, ਜੋ ਆਪਾਂ ਪੁਲਿਸ ਦੇ ਐਕਸਪਰਟ ਨਹੀਂ ਹੈਗੇ, ਨਾ ਅਸੀਂ ਇਸ ਮਹਿਕਮੇ ਦੇ ਐਕਸਪਰਟ ਆ। ਜਿੰਨਾ ਕੁ ਅਸੀਂ ਆਮ ਭੀੜ ਦੇ ਵਿੱਚ ਘੁੰਮਦੇ ਆ, ਲੱਭਦੇ ਆ, ਦੇਖਦੇ ਆ, ਜਿਹੋ ਜਿਹੀਆਂ ਚੀਜ਼ਾਂ ਨਾਲ 2-4 ਹੁੰਨੇ ਆ, ਮੌਕੇ ਵਾਰੀ ਕਈ ਵਾਰ ਕਿਤੇ ਨਾ ਕਿਤੇ ਜਾਣਾ ਵੀ ਪੈਂਦਾ ਤੇ ਉਹ ਪੁਲਿਸ ਦੀ ਜਿਹੜੀਆਂ ਨੁਕਸਾਂ ਆ ਬਹੁਤ ਸਾਰੇ ਲੋਕ ਕੱਢਦੇ ਨੇ ਕਿ ਪੁਲਿਸ ਰਿਸ਼ਵਤ ਲੈਂਦੀ ਹੈ, ਐਸਾ ਕਰਦੀ ਹੈ, ਵੈਸਾ ਕਰਦੀ ਹੈ। ਮੈਂ ਉਹਨਾਂ ਦੀ ਗੱਲ ਦੱਸੀ ਕਿ ਉਹ ਲੋਕ 18 ਘੰਟੇ, 20 ਘੰਟੇ, 22 ਘੰਟੇ ਡਿਊਟੀ ਵੀ ਕਰਦੇ ਨੇ। ਜੇ ਉਹ ਥਾਣੇ ਦੇ ਵਿੱਚ ਵੀ ਹਨ ਤਦ ਵੀ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਝੱਲਣੀਆਂ ਪੈਂਦੀਆਂ। ਉਹਦੇ ਨਾਲ ਦੀ ਨਾਲ ਉਹਨਾਂ ਨੂੰ ਪ੍ਰੈਸ਼ਰ ਜਿਹੜਾ ਆ, ਚਾਹੇ ਉਹ ਪੋਲੀਟੀਕਲ ਪ੍ਰੈਸ਼ਰ ਹੈ, ਚਾਹੇ ਉਹ ਸਮਾਜ ਦੇ ਉੱਚੇ ਤਬਕੇ ਦਾ ਪ੍ਰੈਸ਼ਰ ਹੈ, ਉਹ ਵੀ ਝੱਲਣਾ ਪੈਂਦਾ ਹੈ। ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕਿ ਪੁਲਿਸ ਜਿਹੜੀ ਆ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ। ਤੁਸੀਂ ਦੇਖੋ ਪੰਜਾਬ ਦੇ ਅੱਜ ਦੀ ਡੇਟ ਦੇ ਵਿੱਚ ਹਾਲਾਤ ਨੇ, ਬਹੁਤ ਸਾਫ਼ ਤੌਰ ਤੇ ਪੁਲਿਸ ਨੂੰ ਹਦਾਇਤਾਂ ਆਉਂਦੀਆਂ ਨੇ ਮੁੱਖ ਮੰਤਰੀ ਦਫ਼ਤਰ ਤੋਂ ਵੀ, ਈਵਨ ਕਿ ਤੁਸੀਂ MLA ਦੇ ਕਹੇ ਤੇ ਕੰਮ ਕਰਨਾ ਹੈ। ਜਦੋਂ ਤੁਸੀਂ ਸੰਵਿਧਾਨ ਪੜ੍ਹਦੇ ਸੀ, ਕਿਤੇ ਲਿਖਿਆ ਹੀ ਨਹੀਂ ਸੀ ਕਿ MLA ਦਾ ਪੁਲਿਸ ਨਾਲ ਕੋਈ ਦਖਲਅੰਦਾਜ਼ੀ ਹੈ। ਮੈਂਬਰ ਲੈਜਿਸਲੇਟਿਵ ਅਸੈਂਬਲੀ ਹੈ। ਲੈਜਿਸਲੇਟਿਵ ਅਸੈਂਬਲੀ ਉਹ ਆ ਜਿੱਥੇ ਨਵੇਂ ਵਿਧਾਨ ਬਣਨੇ ਨੇ ਤੇ ਇੱਥੇ ਅਫਸਰ ਦੀ ਜਿਹੜੀ ਤੈਨਾਤੀ ਆ ਉਹ ਵੀ ਪੁਲਿਸ ਨੇ ਕਰਨੀ ਆ, ਅਫਸਰ ਦੀ ਬਦਲੀ ਵੀ ਪੁਲਿਸ ਨੇ ਕਰਨੀ ਆ, ਪਰਚੇ ਦਾ ਜਿਹੜਾ ਦਰਜ ਹੋਣਾ ਹੈ ਉਹ ਵੀ ਪੁਲਿਸ ਨੇ ਕਰਨਾ, ਜਦੋਂ ਰਾਜੀਨਾਮਾ ਹੋਣਾ ਆ ਉਹ ਵੀ ਉਸ ਪ੍ਰੈਸ਼ਰ ਦੇ ਅਧੀਨ ਆ ਕੇ ਹੋਣਾ ਹੈ। ਬੀਤੇ ਦਿਨ ਹੀ ਫਾਈਨਾਂਸ ਮਿਨਿਸਟਰ ਸਾਹਿਬ ਕਹਿ ਰਹੇ ਸਨ ਕਿ ਸੰਵਿਧਾਨ ਨੂੰ ਪੜ੍ਹੋ ਜਾਂ ਸੰਵਿਧਾਨ ਨੂੰ ਬਦਲੋ, ਨਹੀਂ ਤੇ ਜੋ ਵਿਧਾਇਕ ਕਹਿ ਰਹੇ ਨੇ ਉਹ ਕੰਮ ਕਰੋ। ਮਾਣਯੋਗ ਫਾਈਨਾਂਸ ਮਿਨਿਸਟਰ ਬਹੁਤ ਪੜ੍ਹੇ ਲਿਖੇ ਲੋਕ ਨੇ, ਬਹੁਤ ਚੰਗੇ ਦਨੇਸ਼ਵਰ ਨੇ, ਇੰਨੇ ਲੰਬੇ ਸਮੇਂ ਤੋਂ ਰਾਜਨੀਤੀ ਕਰ ਰਹੇ ਨੇ। ਉਹਨਾਂ ਨੇ ਪਤਾ ਨਹੀਂ ਕਿਸ ਅਧਿਕਾਰ ਨਾਲ ਇਹ ਗੱਲ ਕਹੀ ਕਿ ਚੁਣੇ ਹੋਏ ਲੀਡਰਾਂ ਦੀ ਗੱਲ ਸੁਣਨੀ ਪੁਲਿਸ ਦਾ ਕੰਮ ਹੈ। ਚੁਣੇ ਹੋਏ ਨੇਤਾ ਦਾ ਕੰਮ ਹੈ ਲੋਕਾਂ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਦੇ ਵਿੱਚ ਜਾ ਕੇ ਨਜਿੱਠਣਾ, ਉੱਥੇ ਉਸ ਚੀਜ਼ ਦੇ ਉੱਤੇ ਡਿਸਕਸ਼ਨ ਕਰਨੀ,
ਉੱਥੇ ਉਸ ਚੀਜ਼ ਦੇ ਉੱਤੇ ਗੱਲਬਾਤ ਕਰਨ ਤੋਂ ਬਾਅਦ ਉਹ ਕਾਨੂੰਨ ਉਸ ਤਰੀਕੇ ਦੇ ਬਣਾਉਣੇ ਜਿਹਦੇ ਨਾਲ ਲੋਕਾਂ ਦੇ ਵਿੱਚ ਕੰਮ ਹੋਵੇ। ਮਾਨਯੋਗ ਵਿਧਾਇਕ ਨੇ ਜਾਂ ਮਾਨਯੋਗ ਮਿਨਿਸਟਰ ਸਾਹਿਬ ਨੇ ਜਾਂ ਪਤਾ ਨਹੀਂ ਕਿਸ ਤਰੀਕੇ ਨਾਲ ਇਹ ਗੱਲ ਕਹੀ ਹੈ ਕਿ ਪੁਲਿਸ ਜਾਂ ਅਫਸਰ ਜਿਹੜੇ ਆ ਉਹ ਲੀਡਰਾਂ ਤੋਂ ਦਿਸ਼ਾ ਨਿਰਦੇਸ਼ ਲੈ ਕੇ ਕੰਮ ਕਰਨਗੇ। ਵਿਧਾਨ ਪਾਸ ਕਰਨੇ ਨੇ, ਵਿਧਾਨ ਬਣਾਉਣੇ ਨੇ, ਵਿਧਾਨ ਪਾਲਿਕਾ ਦਾ ਕੰਮ ਵਿਧਾਨ ਬਣਾਉਣ ਦਾ ਹੈ। ਐਗਜ਼ੀਕਿਊਸ਼ਨ ਦਾ ਕੰਮ ਹੈ ਉਹਨੂੰ ਉਹ ਕਰਨਾ, ਐਗਜ਼ੀਕਿਊਟ ਕਰਨਾ, ਚਾਹੇ ਉਹ ਪੁਲਿਸ ਹੈ, ਚਾਹੇ ਉਹ ਡੀਸੀ ਹੈ, ਚਾਹੇ ਉਹ ਮਾਲ ਮਹਿਕਮਾ ਹੈ, ਚਾਹੇ ਦੂਸਰੇ ਨੇ। ਤੇ ਜਿਹੜੀ ਤੁਹਾਡੀ ਪੁਲਿਸ ਹੈ ਉਹਦਾ ਕੰਮ ਹੈ ਲਾ ਐਂਡ ਆਰਡਰ ਨੂੰ ਬਰਕਰਾਰ ਰੱਖਣਾ। ਪਰ ਉਹਨਾਂ ਨੂੰ ਜਿਹੜੀਆਂ ਮਿਲਦੀਆਂ ਸਹੂਲਤਾਂ ਹੈ ਉਹ ਮਿਲਣੀਆਂ ਚਾਹੀਦੀਆਂ ਨੇ, ਭੱਤੇ ਜਿਹੜੇ ਨੇ ਉਹ ਮਿਲਣੇ ਚਾਹੀਦੇ ਨੇ, ਤਨਖਾਹਾਂ ਮਿਲਣੀਆਂ ਚਾਹੀਦੀਆਂ ਨੇ, ਛੁੱਟੀ ਜਿਹੜੀ ਆ ਮਿਲਣੀ ਚਾਹੀਦੀ ਹੈ। ਪਰਮਿੰਦਰ ਜੀ, ਇੱਕ ਬੰਦਾ 18 ਘੰਟੇ 20 ਘੰਟੇ 16 ਘੰਟੇ ਕੰਮ ਨਹੀਂ ਕਰ ਸਕਦਾ ਜੀ, ਬਿਲਕੁਲ ਠੀਕ, ਇੰਨੇ ਲੰਬੀ ਡਿਊਟੀ, ਫਿਰ ਕੋਈ ਪਤਾ ਨਹੀਂ ਹੈ ਵੀਕਲੀ ਛੁੱਟੀ ਮਿਲਣੀ ਹੈ ਕਿ ਨਹੀਂ ਮਿਲਣੀ ਹੈ। ਤੇ ਫਿਰ ਉਹ ਇਹ ਜਦੋਂ ਤੁਹਾਡੇ ਕੋਲ ਇੰਨਾ ਸਖਤ ਕਾਨੂੰਨ ਹੈ, ਇੰਨਾ ਪੇਚੀਦਾ ਸਿਸਟਮ ਹੈ, ਫਿਰ ਤੁਸੀਂ ਆਪੇ ਹੀ ਫਰਲੋ ਕੱਟੋਗੇ ਜੀ, ਬਿਲਕੁਲ। ਫਿਰ ਤੁਸੀਂ 2-3 ਬੰਦੇ ਜਿੱਥੇ ਲਾਏ ਹੋਏ ਨੇ ਉੱਥੇ 2 ਨੂੰ ਕਹੋਗੇ ਤੂੰ ਭਾਈ ਕੰਮ ਕਰ ਲੈ, ਮੈਂ ਅੱਜ ਘਰ ਚੱਲਿਆ। ਫੈਮਲੀਆਂ ਨੇ, ਟੱਬਰ ਹੈ, ਘਰਾਂ ਦੇ ਹੋਰ ਕੰਮ ਨੇ, ਸਾਰਿਆਂ ਦੀ ਛੁੱਟੀ ਹੁੰਦੀ ਹੈ। ਅਸੀਂ ਫਿਲਮਾਂ ਵਿੱਚ ਬੜੀ ਵਾਰ ਇਹ ਸੀਨ ਦੇਖਿਆ ਹੈ ਕਿ ਉਹ ਪੁਲਿਸ ਵਾਲਾ ਕਹਿ ਰਿਹਾ ਹੈ ਕਿ ਸਾਰਾ ਸ਼ਹਿਰ ਜਦੋਂ ਦੀਵਾਲੀ ਮਨਾ ਰਿਹਾ ਹੈ ਤੇ ਮੈਂ ਛੁੱਟੀ ਲੈ ਕੇ ਤੁਹਾਡੀ ਰਾਖੀ ਕਰ ਰਿਹਾ। ਫਿਰ ਉਹ ਸਿਸਟਮ ਦੇ ਵਿੱਚ ਇਹੋ ਜਿਹੀਆਂ ਖੁਦਕੁਸ਼ੀਆਂ ਜਾਂ ਇਹੋ ਜਿਹੀਆਂ ਚੀਜ਼ਾਂ ਆਉਣਗੀਆਂ ਜਦੋਂ ਤੁਹਾਡੇ ਕੋਲ ਇੱਕ ਕੰਮ ਕਰਨ ਲਈ ਸੁਹਿਰਦ ਮਾਹੌਲ ਹੀ ਨਹੀਂ ਹੋਵੇਗਾ। ਜੀ, ਤੇ ਸ਼ਰਮਾ ਜੀ ਆਪਾਂ ਅਗਲੀ ਅੱਜ ਪੁਲਿਸ ਦੀਆਂ ਗੱਲਾਂ ਜ਼ਿਆਦਾ ਹੋ ਗਈਆਂ। ਨਹੀਂ, ਕੋਈ ਗੱਲ ਨਹੀਂ, ਕਦੀ-ਕਦੀ ਹੁੰਦਾ ਹੈ ਵੀ ਕਿਸੇ ਚੀਜ਼ ਨੂੰ ਛੂਹਣਾ ਜ਼ਰੂਰੀ ਹੁੰਦਾ, ਉਹਦੇ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੁੰਦੀ ਹੈ। ਤੇ ਇਸ ਵੇਲੇ ਸਾਡੇ ਲਈ ਜ਼ਰੂਰੀ ਹੈ ਇਸ ਪ੍ਰੋਗਰਾਮ 'ਚ ਬ੍ਰੇਕ ਲੈਣਾ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਅੰਮ੍ਰਿਤਪਾਲ ਸ਼ਰਮਾ ਜੀ, ਚੋਣ ਕਮਿਸ਼ਨ ਨੇ ਚੋਣਾਂ ਦਾ ਕੰਮ ਮੁਕੰਮਲ ਕਰਵਾ ਦਿੱਤਾ ਹੈ ਜੀ, ਤੇ ਚੋਣਾਂ ਦਾ ਕੰਮ ਮੁਕੰਮਲ ਕਰਾਉਣ ਤੋਂ ਬਾਅਦ ਉਹ ਅਦਾਲਤ ਵਿੱਚ ਕੀ ਕਰਨ ਪਹੁੰਚਿਆ? 2 ਮਾਰਚ ਨੂੰ ਚੋਣ ਪ੍ਰਕਿਰਿਆ ਜਿਹੜੀ ਸ਼ੁਰੂ ਹੋਈ ਸੀ। ਜਦੋਂ ਚੋਣ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਫਿਰ ਚੋਣ ਕਮਿਸ਼ਨ ਦੀ ਜਿਹੜੀ ਡਿਊਟੀ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਆਮ ਤੌਰ ਤੇ ਜਿਹੜਾ ਜ਼ਿਲ੍ਹੇ ਦਾ ਮੁੱਖ ਅਧਿਕਾਰੀ ਹੈ, ਜਿਹਨੂੰ ਅਸੀਂ ਡੀਸੀ ਕਹਿੰਦੇ ਹਾਂ ਜਾਂ ਕੁਝ ਸਟੇਟਾਂ 'ਚ ਉਹਨੂੰ ਕਲੈਕਟਰ ਕਿਹਾ ਜਾਂਦਾ, ਉਹੀ ਫਿਰ ਚੀਫ ਇਲੈਕਸ਼ਨ ਜਿਹੜਾ ਆਫਿਸਰ ਜ਼ਿਲ੍ਹੇ ਦਾ ਬਣ ਜਾਂਦਾ ਹੈ। ਤੇ ਸਟੇਟ ਦੇ ਵਿੱਚ ਇੱਕ ਚੀਫ ਇਲੈਕਸ਼ਨ ਆਫਿਸਰ ਹੁੰਦਾ ਹੈ ਤੇ ਜਿਹੜਾ ਦੇਸ਼ ਲੈਵਲ ਤੇ ਫਿਰ ਮੁੱਖ ਚੋਣ ਅਧਿਕਾਰੀ ਹੈ, ਉਹਦੇ ਨਾਲ 2 ਸਬ ਅਧਿਕਾਰੀ ਵੀ ਹੁੰਦੇ ਹਨ। TN ਸੈਸ਼ਨ ਤੋਂ ਪਹਿਲਾਂ ਚੋਣ ਕਮਿਸ਼ਨ ਨੂੰ ਕੋਈ ਨਹੀਂ ਸੀ ਜਾਣਦਾ। ਉਹ ਇੱਕ ਐਸੇ ਘਾਗ ਅਫਸਰ ਆਏ, ਐਸੇ ਦਹਾੜਨ ਵਾਲੇ, ਆਪਣੀ ਗੱਲ ਨੂੰ ਪੱਕੇ ਤੌਰ ਤੇ ਰੱਖਣ ਵਾਲੇ ਅਫਸਰ ਆਏ। ਉਹਨਾਂ ਨੇ ਫਿਰ ਪੂਰੇ ਦੇਸ਼ ਨੂੰ ਦੱਸਿਆ ਕਿ ਚੋਣ ਕਮਿਸ਼ਨ ਕੀ ਹੈ, ਕਿਵੇਂ ਕੰਮ ਕਰਦਾ ਹੈ ਤੇ ਕੀ ਉਹਦੀਆਂ ਜ਼ਿੰਮੇਵਾਰੀਆਂ ਹਨ। ਵੱਡੀ ਇੱਕ ਬੋਡੀ ਹੈ ਜਿਹਦਾ, ਹਾਲਾਂਕਿ ਉਹ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਅਫਸਰ ਉਹੀ ਹੁੰਦੇ ਨੇ, ਪਰ ਉਹਨਾਂ ਦੀ ਡਿਊਟੀ ਐਜ਼ ਅ ਇਲੈਕਸ਼ਨ ਆਫਿਸਰ ਜਿਹੜੀ ਆ ਉਹ ਵੱਧ ਜਾਂਦੀ ਹੈ। ਗੱਲ ਹੋ ਰਹੀ ਹੈ ਜੀ ਕਰੋਨਾ ਦੇ ਦੌਰਾਨ ਕਰਵਾਈਆਂ ਜਾ ਰਹੀਆਂ ਚੋਣਾਂ ਦੀ। ਤੇ ਚੋਣ ਕਮਿਸ਼ਨ ਇਸ ਗੱਲ ਨੂੰ ਬਹੁਤ ਭਲੀ ਭਾਂਤ ਜਾਣਦਾ ਹੈ ਕਿ ਜਦੋਂ ਚੋਣ ਕਮਿਸ਼ਨਰ ਦੀ ਡਿਊਟੀ ਬਣ ਜਾਂਦੀ ਹੈ, ਚੋਣਾਂ ਦੇ ਜਿਹੜਾ ਆਦੇਸ਼ ਆ ਜਾਂਦੇ ਨੇ, ਲਾਗੂ ਹੋ ਜਾਂਦੀਆਂ ਨੇ ਚੋਣਾਂ, ਉਸ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੋ ਜਾਂਦਾ, ਫਿਰ ਸਭ ਤੋਂ ਵੱਡਾ ਆਫਿਸਰ ਸਾਰੀ ਪੁਲਿਸ ਜਿਹੜੀ ਆ ਉਹਨਾਂ ਦੇ ਅਧੀਨ ਹੀ ਹੁੰਦੀ ਹੈ। 2 ਮਾਰਚ ਦੀ ਗੱਲ ਹੋ ਰਹੀ ਸੀ, 2 ਮਾਰਚ ਨੂੰ ਸ਼ੁਰੂ ਹੋਇਆ ਤੇ 2 ਮਈ ਨੂੰ ਇਹ ਗੱਲ ਮੁੱਕੀ। 5 ਸਟੇਟਾਂ ਦੀਆਂ ਚੋਣਾਂ ਸੀ। ਚੋਣ ਕਮਿਸ਼ਨ ਨੇ ਉੱਥੇ ਜਾ ਕੇ ਸਫਾਈ ਦੇਣੀ ਪਈ ਉਹਨਾਂ ਨੂੰ, ਕਿਉਂਕਿ ਮਦਰਾਸ ਹਾਈ ਕੋਰਟ ਨੇ ਕਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਇਹ ਗੱਲ ਕਹਿ ਦਿੱਤੀ ਸੀ ਕਿ ਕਿਉਂ ਨਾ ਕਤਲ ਦਾ ਪਰਚਾ ਚੋਣ ਕਮਿਸ਼ਨ ਤੇ ਹੀ ਕਰ ਦਿੱਤਾ ਜਾਵੇ। ਉਹਨਾਂ ਦੀ ਗੱਲ ਸੱਚ ਸੀ ਪਰਮਿੰਦਰ ਮੈਮ ਜੀ, ਚੋਣ ਕਮਿਸ਼ਨ ਨੂੰ ਇਸ ਗੱਲ 'ਚੋਂ ਲਾਂਭੇ ਨਹੀਂ ਕੀਤਾ ਜਾ ਸਕਦਾ। ਤੁਸੀਂ ਚੋਣ ਕਰਵਾਉਣ ਵਾਲੀ ਬੋਡੀ ਹੋ ਤੇ ਸੰਵਿਧਾਨ ਤੁਹਾਨੂੰ ਇਸ ਗੱਲ ਦੀ ਆਗਿਆ ਦਿੰਦਾ ਹੈ ਕਿ ਜੇ ਦੇਸ਼ ਦੇ ਵਿੱਚ ਐਮਰਜੈਂਸੀ ਦੇ ਹਾਲਾਤ ਨੇ, ਤੁਸੀਂ ਇਹਨਾਂ ਚੋਣਾਂ ਨੂੰ ਮਹੀਨਾ, 2 ਮਹੀਨੇ, 4 ਮਹੀਨੇ, 6 ਮਹੀਨੇ ਟਾਲ ਸਕਦੇ ਹੋ। ਸੈਂਕੜਿਆਂ ਵਾਰ ਅਜਿਹਾ ਹੋਇਆ ਹੈ ਕਿ ਸਰਕਾਰਾਂ ਨੇ ਆਪਣੇ ਫਾਇਦੇ ਨੂੰ, ਆਪਣੇ ਨੁਕਸਾਨ ਨੂੰ ਦੇਖਦੇ ਹੋਏ ਰਾਸ਼ਟਰਪਤੀ ਰਾਜ ਬਹੁਤ ਸਟੇਟਾਂ ਤੇ ਲਾਈ ਰੱਖਿਆ ਹੈ। ਇਸੇ ਤਾਮਿਲਨਾਡੂ ਦੇ ਵਿੱਚ ਜਿੱਥੇ ਕੱਲ ਚੋਣਾਂ ਹੋ ਕੇ ਹਟੀਆਂ ਹਨ, ਉੱਥੇ 6ਵੀਂ 7ਵੀਂ 9ਵੀਂ ਤੇ 10ਵੀਂ ਵਿਧਾਨ ਸਭਾ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਈ ਰੱਖਿਆ। ਪੰਜਾਬ ਦੇ ਵਿੱਚ ਅੱਤਵਾਦ ਦੇ ਸਮੇਂ ਦੇ ਵਿੱਚ ਬਹੁਤ ਵਾਰ ਰਾਸ਼ਟਰਪਤੀ ਰਾਜ ਲੱਗਾ, ਉਦੋਂ ਚੋਣਾਂ ਜ਼ਰੂਰੀ ਨਹੀਂ ਸਨ। ਪੰਚਾਇਤ ਦੀਆਂ ਇਲੈਕਸ਼ਨਸ ਕਈ ਵਾਰੀ 5 ਦੀ ਬਜਾਏ 6 ਸਾਲ ਬਾਅਦ, 7 ਸਾਲ ਬਾਅਦ, 8 ਸਾਲ ਬਾਅਦ ਵੀ ਹੋਈਆਂ ਹਨ। ਪੰਜਾਬ ਦੀ ਮੈਂ ਗੱਲ ਕਰਾਂ, ਬਹੁਤੇ ਅੰਕੜੇ ਦੇਣ ਦੀ ਗੱਲ ਨਹੀਂ। 1200 ਗੁਣਾ ਕਰੋਨਾ ਦੇ ਕੇਸ ਵਧੇ ਨੇ ਇਹਨਾਂ ਸਟੇਟਾਂ ਦੇ ਵਿੱਚ ਜਿੱਥੇ ਜਿੱਥੇ ਚੋਣਾਂ ਹੋਈਆਂ। ਤੇ ਜਦੋਂ ਜੇ ਹਾਈ ਕੋਰਟ ਨੇ ਇਹੋ ਜਿਹੀ ਟਿੱਪਣੀ ਕੀਤੀ ਆ ਤੇ ਚੋਣ ਕਮਿਸ਼ਨ ਨੂੰ ਉਸ ਗੱਲ ਨੂੰ ਲੈ ਕੇ ਉਹ ਸੁਪਰੀਮ ਕੋਰਟ ਤੱਕ ਪਹੁੰਚ ਗਏ। ਚੰਗਾ ਹੁੰਦਾ ਜੇ ਉਹ 2 ਦਿਨ ਲਈ ਜਾਂ 2 ਘੰਟਿਆਂ ਲਈ ਬੰਦ ਕਮਰੇ 'ਚ ਬੈਠ ਕੇ ਇਹ ਗੱਲ ਸੋਚਦੇ ਕਿ ਕੀ ਜੋ ਟਿੱਪਣੀ ਹੈ ਉਹ ਸਾਡੇ ਲਈ ਕਿਉਂ ਕੀਤੀ ਗਈ। ਜੇ ਸਾਨੂੰ ਕੋਈ ਬੰਦਾ ਤੁਹਾਡੇ ਤੋਂ ਵੱਡਾ ਕੋਈ ਤੁਹਾਨੂੰ ਝਿੜਕਾਂ ਦਿੰਦਾ ਹੈ, ਤੁਹਾਨੂੰ ਕਿਸੇ ਗੱਲ ਦੀ ਨਸੀਹਤ ਦਿੰਦਾ ਹੈ, ਤੇ ਉਹਦੇ ਪਿੱਛੇ ਕੋਈ ਕਾਰਨ ਵੀ ਹੋ ਸਕਦੇ ਨੇ। ਤੇ ਹੁਣ ਉਹ ਸੁਪਰੀਮ ਕੋਰਟ ਚਲੇ ਗਏ ਤੇ ਸੁਪਰੀਮ ਕੋਰਟ ਜਾ ਕੇ ਉਹਨਾਂ ਨੇ ਇਹ ਗੱਲ ਕਹੀ ਕਿ ਸਾਡਾ ਕੰਮ ਚੋਣਾਂ ਕਰਵਾਉਣਾ ਹੈ, ਲਾਅ ਐਂਡ ਆਰਡਰ ਸਾਡਾ ਕੰਮ ਨਹੀਂ ਹੈ। ਤੇ ਫਿਰ ਲਾਅ ਐਂਡ ਆਰਡਰ ਕਿਸ ਦਾ ਕੰਮ ਹੈ? ਉਹਨਾਂ ਨੇ ਇਹ ਕਿਹਾ ਕਿ ਦੂਰ ਦਰਾਡੇ ਜਾ ਕੇ ਪ੍ਰਧਾਨ ਮੰਤਰੀ ਜੇ 2 ਲੱਖ ਬੰਦੇ ਇਕੱਠੇ ਕਰਦਾ ਹੈ ਤਾਂ ਅਸੀਂ ਉੱਤੇ ਗੋਲੀ ਚਲਵਾ ਦਈਏ। ਕੀ ਤਰਕ ਹੈ? ਕਿੱਥੋਂ ਦੀ ਸਮਝਦਾਰੀ ਦਾ ਬਿਆਨ ਦਿੱਤਾ ਹੈ ਚੋਣ ਕਮਿਸ਼ਨ ਨੇ, ਉਹ ਵੀ ਸੁਪਰੀਮ ਕੋਰਟ ਜਾ ਕੇ।
ਫਿਰ ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿਹਾ ਕਿ ਜੱਜ ਤੁਹਾਡੇ ਲਈ ਵਿਰੋਧ ਦੀ ਭਾਵਨਾ ਨਹੀਂ ਰੱਖਦੇ, ਜੱਜ ਘਰੋਂ ਸੋਚ ਕੇ ਨਹੀਂ ਆਉਂਦੇ ਕਿ ਅਸੀਂ ਤੁਹਾਡੇ ਲਈ ਕੀ ਟਿੱਪਣੀ ਕਰਨੀ ਹੈ, ਉਹ ਤਾਂ ਜੋ ਸਾਡੇ ਸਾਹਮਣੇ ਕੇਸ ਹੈ ਉਹਦੇ ਮੁਤਾਬਕ ਫੈਸਲਾ ਦਿੱਤਾ ਹੈ। ਫਿਰ ਇਹਨਾਂ ਨੇ ਕਿਹਾ ਕਿ ਮੀਡੀਆ ਦੀ ਰਿਪੋਰਟਿੰਗ ਜਿਹੜੀ ਉਹ ਬੰਦ ਕਰਵਾ ਦਿਓ ਕਿ ਹਾਈ ਕੋਰਟ ਦੇ ਵਿੱਚ ਜੋ ਕਾਰਵਾਈ ਹੋਈ ਹੈ ਉਹ ਲੋਕਾਂ ਨੂੰ ਪਤਾ ਨਾ ਲੱਗੇ ਵੀ ਸਾਨੂੰ ਕਿਸੇ ਨੇ ਝਿੜਕਾਂ ਮਾਰੀਆਂ ਤੇ ਤੁਹਾਡੇ ਮੂੰਹ ਤੇ ਚਪੇੜਾਂ ਮਾਰੀਆਂ ਤੇ ਤੁਹਾਨੂੰ ਬਾਹਰ ਆ ਕੇ ਕੋਈ ਪੁੱਛੇ ਨਾ ਵੀ ਤੁਹਾਡਾ ਮੂੰਹ ਕਿਉਂ ਲਾਲ ਹੋਇਆ ਹੈ। ਏਡੇ ਨਿਕੰਮੇ ਲੋਕ ਨੇ, ਇਦਾਂ ਦਾ ਪ੍ਰਬੰਧ ਚਲਾ ਰਹੇ ਨੇ ਤੁਸੀਂ। 1200 ਗੁਣਾ ਕੇਸ ਵੱਧ ਗਿਆ ਦੁਨੀਆ ਦੇ ਤੁਹਾਡੇ ਮੁਲਕ ਦੇ ਵਿੱਚ, ਉਹਨਾਂ ਸਟੇਟਾਂ ਦੇ ਵਿੱਚ ਜਿੱਥੇ ਤੁਸੀਂ ਚੋਣਾਂ ਕਰਵਾਈਆਂ ਤੇ ਤੁਸੀਂ ਕਹਿੰਦੇ ਆ ਸਾਡਾ ਕੰਮ ਚੋਣਾਂ ਕਰਵਾਉਣਾ ਹੈ। ਕਿੱਥੇ ਦੱਸਣਗੇ ਇਹ ਗੱਲ ਕਿ ਕਿਉਂ ਜ਼ਰੂਰੀ ਸੀ ਚੋਣਾਂ ਕਰਵਾਉਣੀਆਂ, ਕਿਉਂ ਇਹਨਾਂ ਚੋਣਾਂ ਨੂੰ ਨਹੀਂ ਟਾਲਿਆ ਜਾ ਸਕਦਾ ਸੀ? ਪੀਐਮ ਕਹਿਣਗੇ ਤਾਂ ਫਿਰ ਕਰਵਾਉਣੀਆਂ ਹੀ ਪੈਣੀਆਂ ਨਾ ਉਹਨਾਂ ਨੂੰ। ਪੀਐਮ ਨੇ ਰੈਲੀ ਕੀਤੀ, 2 ਲੱਖ ਤੱਕ ਲੋਕ ਇਕੱਠੇ ਹੋ ਗਏ ਤੇ ਤੁਹਾਨੂੰ ਗੋਲੀ ਚਲਾਉਣ ਨੂੰ ਨਹੀਂ ਕਿਸੇ ਨੂੰ ਕਿਹਾ। ਉਹਦੀ ਰੈਲੀ ਦੀ ਲੋੜ ਹੀ ਕੀ ਸੀ? ਪਿਛਲੇ 20 ਸਾਲਾਂ ਤੋਂ ਇਸ ਗੱਲ ਦਾ ਰੌਲਾ ਪਿਆ ਹੋਇਆ ਹੈ ਕਿ ਸਿਆਸਤ ਦੇ ਵਿੱਚ ਸਫਾਈ ਤਦ ਹੋਵੇਗੀ, ਭਾਰਤ ਦੇ ਵਿੱਚ ਪ੍ਰਬੰਧ ਜਿਹੜੇ ਆ ਤਾਂ ਸੁਧਰਨਗੇ ਜੇ ਚੋਣਾਂ ਸਸਤੀਆਂ ਕਰਵਾਈਆਂ ਜਾਣ। ਤੇ ਕਿਉਂ ਨਹੀਂ? ਜਦੋਂ ਤੁਸੀਂ ਡਿਜੀਟਲ ਦਾ ਰੌਲਾ ਪਾਉਂਦੇ ਆ, ਹਰ ਗੱਲ ਨੂੰ ਤੁਸੀਂ ਡਿਜੀਟਲਾਈਜੇਸ਼ਨ ਵੱਲ ਲੈ ਕੇ ਜਾਂਦੇ ਆ, ਤੁਸੀਂ ਕੈਸ਼ ਦੀ ਜਗ੍ਹਾ ਤੇ ਤੁਸੀਂ ਏਟੀਐਮ ਖੋਲ ਦਿੱਤੇ, ਤਾਂ ਤੁਹਾਡੇ ਤੋਂ ਰੈਲੀਆਂ ਦਾ ਬਦਲ ਨਹੀਂ ਲੱਭਿਆ ਹਾਲੇ ਤੱਕ। ਕਿਉਂ ਨਹੀਂ ਇਹਨਾਂ ਪਾਰਟੀਆਂ ਨੂੰ ਤੁਸੀਂ ਨਿਰਦੇਸ਼ ਦਿੰਦੇ ਕਿ ਕੋਈ ਰੈਲੀ ਹੋਵੇਗੀ ਹੀ ਨਹੀਂ? ਕਿਉਂ ਤੁਸੀਂ ਆਪਣਾ ਤੇ ਲੋਕਾਂ ਦਾ ਟਾਈਮ ਖਰਾਬ ਕਰਦੇ ਹੋ? ਕਿਸ ਸਮੇਂ ਦੇ ਦੌਰਾਨ ਤੁਸੀਂ 2-2 ਲੱਖ ਲੋਕਾਂ ਨੂੰ ਇਕੱਠੇ ਕਰਦੇ ਹੋ ਤੇ ਉਹ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਸਰਕਾਰੀ ਜਹਾਜ਼ਾਂ ਦੇ ਵਿੱਚ ਸਫ਼ਰ ਕਰਕੇ ਉੱਥੇ ਤੱਕ ਜਾਂਦੇ ਨੇ, ਉਹਨਾਂ ਦੇ ਨਾਲ ਲਾਮ ਲਸ਼ਕਰ ਜਾਂਦਾ ਹੈ, ਉਹਨਾਂ ਦੀ ਸਿਕਿਉਰਿਟੀ ਦਾ ਖਰਚਾ ਪੈਂਦਾ ਹੈ, ਉੱਥੇ ਉਹ ਟੈਂਟ ਲਾਉਣ ਲਈ 5-5 7-7 ਦਿਨ ਲੱਗਦੇ ਨੇ, ਫਿਰ ਉਹਨੂੰ ਚੱਕਣ ਲਈ ਲੱਗਦੇ ਨੇ ਉਨਾ ਹੀ ਟਾਈਮ, ਫਿਰ ਉੱਥੇ ਜੋ ਉੱਥੇ ਲੋਕਾਂ ਦੇ ਖਾਣ ਪੀਣ ਲਈ ਵਰਤਾਇਆ ਜਾਂਦਾ ਹੈ ਉਹਦੀ ਸਫਾਈ ਦੀ ਗੱਲਾਂ ਅਸੀਂ ਮੌਕੇ ਬੇਮੌਕੇ ਕਰਦੇ ਹਾਂ। ਕਿਉਂ ਨਹੀਂ ਇਹ ਸਰਕਾਰਾਂ ਇਸ ਗੱਲ ਤੇ ਆਉਂਦੀਆਂ ਕਿ ਟੈਲੀਵਿਜ਼ਨ ਤੁਹਾਡੇ ਕੋਲ ਨੇ, ਚੈਨਲ ਤੁਹਾਡੇ ਕੋਲ ਨੇ, ਉਹਦੇ ਤੇ ਬਾਹਰਲੇ ਦੇਸ਼ਾਂ ਵਾਂਗ ਬੈਠ ਕੇ ਤੁਸੀਂ ਵੀ ਡਿਬੇਟ ਕਰੋ, ਆਪਣੀ ਗੱਲ ਸਾਹਮਣੇ ਰੱਖੋ ਤੇ ਲੋਕਾਂ ਤੱਕ ਆਪਣਾ ਸੁਝਾਅ ਜਿਹੜਾ ਪਹੁੰਚਾਓ ਤੇ ਉਹਦੇ ਤੇ ਲੋਕੀ ਤੁਹਾਡੀ ਗੱਲ ਸੁਣਨ, ਪਤਾ ਲੱਗੇ ਕਿ ਤੁਸੀਂ ਕੀ ਕਿਹਾ ਸੀ ਤੇ ਕੀ ਨਹੀਂ ਕਿਹਾ ਸੀ, ਕੀ ਤੁਸੀਂ ਪਿਛਲੇ 5 ਸਾਲ ਵਿੱਚ ਕੀਤਾ, ਕੀ ਤੁਸੀਂ ਅਗਲੇ ਸਾਲਾਂ ਵਿੱਚ ਕਰੋਗੇ, ਆਪਣੀ ਇੱਕ ਰਿਪੋਰਟ ਬਣਾ ਕੇ ਸਾਹਮਣੇ ਰੱਖੋ। ਜੇ ਤੁਹਾਨੂੰ ਬਹੁਤ ਜ਼ਿਆਦਾ ਲੱਗਦਾ ਹੈ, ਤੁਹਾਡੇ ਕੇਡਰ ਹਨ ਹਰ ਪਾਰਟੀ ਵਿੱਚ, ਹਰ ਪਿੰਡ ਵਿੱਚ, ਹਰ ਬਲਾਕ ਵਿੱਚ, ਹਰ ਜ਼ਿਲ੍ਹਾ ਲੈਵਲ ਤੇ ਤੁਹਾਡੇ ਕੋਲ ਆਪਣੇ ਦਫ਼ਤਰ ਬਣੇ ਹੋਏ ਹਨ, ਕਿਸੇ ਕੋ ਛੋਟੇ ਨੇ ਕਿਸੇ ਕੋ ਵੱਡੇ ਨੇ, ਕਾਗਜ਼ ਤੇ ਛਪਾਓ ਆਪਣੀ ਗੱਲ ਜਿਹੜੀ ਤੁਸੀਂ ਕਰਨੇ ਚਾਹੁੰਦੇ ਆ, ਉਹਨੂੰ ਉਸ ਪਰਚੇ ਨੂੰ ਤੁਸੀਂ ਹਰ ਘਰ ਵੰਡ ਦਿਓ। ਲੋੜ ਕੀ ਹੈ ਇਹਨਾਂ ਰੈਲੀਆਂ ਕਰਨ ਦੀ? ਸੋ ਇਹ ਜਿਹੜੀ ਉਹਨਾਂ ਨੇ ਸੁਪਰੀਮ ਕੋਰਟ ਜਾ ਕੇ ਤਰਕ ਦਿੱਤਾ ਹੈ, ਮੈਂ ਖਾਸ ਤੌਰ ਤੇ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ। ਚੋਣ ਕਮਿਸ਼ਨ ਦੀ ਡਿਊਟੀ ਹੈ ਚੋਣਾਂ ਨੂੰ ਕਰਾਉਣਾ ਤੇ ਸਹੀ ਤਰੀਕੇ ਨਾਲ ਅਮਲ ਦੇ ਵਿੱਚ ਲੈ ਕੇ ਆਉਣਾ ਤੇ ਸਾਰੇ ਮਾਹੌਲ ਨੂੰ ਵੀ ਦੇਖਣਾ ਵੀ ਠੀਕ ਹੈ ਤਾਂ ਹੀ ਚੋਣਾਂ ਕਰਵਾਈਏ। ਬਿਲਕੁਲ, ਪਰ ਗੱਲ ਇਹ ਆ ਕਿ ਚੋਣ ਕਮਿਸ਼ਨ ਕੱਲਾ ਇਹਦੇ ਵਿੱਚ ਜ਼ਿੰਮੇਵਾਰ ਨਹੀਂ ਹੈ, ਜਿਹੜੀ ਮੌਕੇ ਦੀ ਸੱਤਾਧਾਰੀ ਧਿਰ ਆ ਉਹ ਵੀ ਉਹਦੇ 'ਚ ਜ਼ਿੰਮੇਵਾਰ। ਉਹ ਹੁਣ ਆਪਣੀ ਜਿਹੜੀ ਗੱਲ ਆ ਉਹਦੇ ਤੇ ਹਾਈ ਕੋਰਟ ਨੂੰ ਕਹਿ ਰਹੇ ਨੇ ਕਿ ਹਾਈ ਕੋਰਟ ਨੇ ਸਾਨੂੰ ਇਦਾਂ ਕਿਹਾ ਹੈ, ਤੇ ਸੁਪਰੀਮ ਕੋਰਟ ਨੇ ਸਾਫ਼ ਮਨਾ ਕੀਤਾ ਹੈ ਕਿ ਹਾਈ ਕੋਰਟ ਇੱਕ ਆਟੋਨੋਮਸ ਬੋਡੀ ਹੈ, ਉਹਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਤੇ ਉਹ ਆਪਣੀ ਗੱਲ ਕਹੂਗੇ। ਦੇਖੋ, ਸਮੇਂ ਦੀ ਗੱਲ ਹੈ, ਸਮਾਂ ਬਦਲਦਾ ਹੈ, ਜਿੱਦਾਂ ਵੱਧ ਰਹੀ ਹੈ ਗੱਲ ਉਦਾਂ ਜਿਹੜਾ ਇਹ ਹੈਗਾ ਮਾਹੌਲ ਅੱਗੇ ਤੋਂ ਅੱਗੇ ਨਿਘਾਰ ਵੱਲ ਜਾ ਰਿਹਾ। CBI ਦੇ ਉੱਤੇ ਲੋਕਾਂ ਦਾ ਬੜਾ ਭਰੋਸਾ ਸੀ ਤੇ CBI ਨੂੰ ਪਿੰਜਰੇ ਦਾ ਤੋਤਾ ਕਿਹਾ ਗਿਆ। ਚੋਣ ਕਮਿਸ਼ਨ ਦੀ ਗੱਲ ਹੈ ਤੇ ਲੋਕ ਸਮਝਦੇ ਹਨ ਕਿ ਚੋਣ ਕਮਿਸ਼ਨ ਦੇ ਕੋਲ ਚੰਗੀਆਂ ਚੋਣਾਂ ਸਾਫ਼ ਸੁਥਰੇ ਤਰੀਕੇ ਨਾਲ, ਨਿਰਵਿਘਨ ਤਰੀਕੇ ਨਾਲ ਕਰਾਉਣ ਦਾ ਹੈ ਤੇ ਉਹਨਾਂ ਨੇ ਉਹਦੇ ਕਰਾ ਲਈਆਂ। ਪਰ ਹੁਣ ਚੋਣ ਕਮਿਸ਼ਨ ਤੇ ਵੀ ਜਿਹੋ ਜਿਹੇ ਇਲਜ਼ਾਮ ਲੱਗਦੇ ਨੇ, ਜਿੰਨੀਆਂ ਸਾਡੇ ਦੇਸ਼ ਦੀਆਂ ਵੱਡੀਆਂ ਬਾਡੀਜ਼ ਨੇ, ਜਿੰਨੇ ਵੱਡੇ ਅਫਸਰ ਨੇ, ਜਿੰਨੀਆਂ ਵੱਡੀਆਂ ਇਹ ਸੰਸਥਾਵਾਂ ਨੇ, ਇਹਨਾਂ ਦਾ ਮਾਣ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਹਰ ਬੀਤੇ ਸਮੇਂ ਦੇ ਨਾਲੋਂ ਘਟਦਾ ਜਾ ਰਿਹਾ ਹੈ। ਤਾਮਿਲਨਾਡੂ ਦੇ ਵਿੱਚ ਤੇ ਅਸਾਮ ਦੇ ਵਿੱਚ ਤੇ ਬੰਗਾਲ ਦੇ ਵਿੱਚ ਸੀਟਾਂ ਦਾ ਫਰਕ ਹੈ, ਕੋਈ ਸ਼ੱਕ ਨਹੀਂ। 234 ਨੇ, 294 ਨੇ, 50 ਸੀਟਾਂ ਜਾਂ 60 ਸੀਟਾਂ ਵੱਧ ਨੇ ਤੇ 60 ਸੀਟਾਂ ਵੱਧ ਹੋ ਗਈਆਂ। ਤਾਮਿਲਨਾਡੂ 'ਚ ਵੋਟਾਂ 1 ਦਿਨ 'ਚ ਮੁੱਕ ਗਈਆਂ ਤੇ ਉੱਥੇ ਵੋਟਾਂ 8 ਦਿਨ 'ਚ ਕਿਉਂ ਮੁੱਕੀਆਂ? ਮਤਲਬ ਇਹ ਸਾਰੀ ਸਿਆਸੀ ਖੇਡ ਹੈ ਤੇ ਸਿਆਸੀ ਖੇਡ ਕੌਣ ਰਿਹਾ ਇਹ ਵੀ ਸਭ ਨੂੰ ਪਤਾ ਹੈ। ਫਿਰ ਗੱਲ ਇਹ ਹੈ ਨਾ ਜੀ, ਹਰ ਗੱਲ ਨੂੰ ਲੈ ਕੇ ਤੁਸੀਂ ਕੋਰਟ 'ਚ ਚਲੇ ਜਾਂਦੇ ਹੋ। ਜੇ ਹਾਈ ਕੋਰਟ ਨੇ ਤੁਹਾਨੂੰ ਕੁਝ ਕਿਹਾ ਤਾਂ ਸੁਪਰੀਮ ਕੋਰਟ ਚਲੇ ਜਾਓ। ਬੀਤੇ ਦਿਨ ਇਦਾਂ ਹੀ ਹੋਇਆ ਸੀ ਯੂਪੀ ਦੇ ਵਿੱਚ, ਮਾਨਯੋਗ ਹਾਈ ਕੋਰਟ ਨੇ ਕਿਹਾ ਸੀ ਯੂਪੀ ਸਰਕਾਰ ਨੂੰ ਤੇ ਉਹ ਸੁਪਰੀਮ ਕੋਰਟ ਚਲੇ ਗਏ। ਤੁਸੀਂ ਕੋਰਟ ਦੇ ਵਿੱਚ ਜਦੋਂ ਜੱਜ ਸਾਹਿਬ ਕਹਿੰਦੇ ਨੇ ਕਿ ਸਾਡੇ ਕੋਲ ਮਾਮਲੇ ਬਹੁਤ ਜ਼ਿਆਦਾ ਨੇ, ਸਾਨੂੰ ਹੋਰ ਕੰਮ ਕਰਨ ਦਿਓ, ਇਹ ਸਾਰੇ ਜਿਹੜੀਆਂ ਚੀਜ਼ਾਂ ਨੇ ਤੁਸੀਂ ਇਹਨੂੰ ਦੇਖੋ, ਆਪਸ 'ਚ ਨਿਪਟ ਲਓ, ਸਿਆਣੇ ਬੰਦੇ ਹੋ ਤੁਸੀਂ, ਸਮਝਦਾਰ ਹੋ, ਹੈ ਨਾ। ਬਿਲਕੁਲ। ਤੇ ਚੋਣ ਕਮਿਸ਼ਨ ਦੀ ਤੁਸੀਂ ਗੱਲ ਕੀਤੀ ਤੇ ਚੋਣ ਕਮਿਸ਼ਨ ਦੀ ਨਾਕਾਮੀ ਬੰਗਾਲ ਵਿੱਚ ਨੰਦੀਗ੍ਰਾਮ ਸੀਟ ਤੇ ਵੀ ਦੇਖਣ ਨੂੰ ਮਿਲੀ ਹੈ। ਮੀਡੀਆ 'ਚ ਚੱਲ ਰਿਹਾ ਹੈ ਕਿ ਉਸ ਥਾਂ ਦੇ ਅਫਸਰ ਨੇ ਕੁਝ ਕਿਹਾ ਹੈ ਐਸਾ ਜਿਹਦੇ ਨਾਲ ਮਤਲਬ ਕੁਰਸੀ ਜਿਹੜੀ ਹੈ ਹਿਲਦੀ ਹੈ ਕਿਤੇ। ਬਿਲਕੁਲ ਜੀ, ਨੰਦੀਗ੍ਰਾਮ ਦੀ ਸੀਟ ਸਾਰੇ ਜਿੰਨੀਆਂ 5 ਸਟੇਟਾਂ ਦੀਆਂ ਇਲੈਕਸ਼ਨ ਸੀਗੀਆਂ, 4 ਸਟੇਟ ਸੀ ਤੇ ਇੱਕ ਯੂਨੀਅਨ ਟੈਰੀਟਰੀ ਸੀ, ਸਭ ਤੋਂ ਇੰਪੋਰਟੈਂਟ ਸੀਟ ਬਣੀ ਹੋਈ ਸੀ ਕਿਉਂਕਿ ਮਮਤਾ ਬੈਨਰਜੀ ਤੇ ਉੱਥੇ ਸ਼ੁਭੇਂਦੂ ਅਧਿਕਾਰੀ ਜਿਹੜੇ ਉਹਨਾਂ ਦੇ 2 ਨੰਬਰ ਦੇ ਸੀ, ਉਹਨਾਂ ਦੇ ਵਿੱਚ ਚੋਣ ਸੀ। ਅਸੀਂ ਵੀ ਉੱਥੇ ਕਿਹਾ ਸੀ ਕਿ ਪਹਿਲਾਂ ਉਹ ਪਿੱਛੇ ਚੱਲਦੇ ਸੀ, ਬਾਅਦ ਵਿੱਚ ਇਹ ਕਿਹਾ ਗਿਆ ਕਿ ਉਹ ਅੱਗੇ ਚਲੇ ਗਏ ਨੇ, ਉਹ ਸੀਟ ਜਿੱਤ ਗਏ ਨੇ। 10, 10:30, 11 ਵਜੇ ਤੱਕ ਮੁੜ ਕੇ ਦੁਬਾਰਾ ਗਿਣਤੀ ਹੋਈ ਹੈ। ਮਮਤਾ ਬੈਨਰਜੀ ਨੇ ਅੱਜ ਫੋਨ ਦੇ ਉੱਤੇ ਕੁਝ ਮੈਸੇਜ ਦਿਖਾਏ ਨੇ, ਉਹਨਾਂ ਨੇ ਹਾਈ ਕੋਰਟ ਜਾਣ ਦੀ ਵੀ ਗੱਲ ਕੀਤੀ ਹੈ। ਸੋ ਇਹ ਸਾਰੀਆਂ ਗੱਲਾਂ ਚੋਣ ਕਮਿਸ਼ਨ ਨਾਲ ਜੁੜੀਆਂ ਹੋਈਆਂ ਨੇ ਤੇ ਉੱਥੇ ਕਿਤੇ ਨਾ ਕਿਤੇ ਦਾਲ ਵਿੱਚ ਕਾਲਾ ਜ਼ਰੂਰ ਹੈ। ਤੇ ਦਾਲ ਵਿੱਚ ਕਾਲਾ ਤਾਂ ਹੈ, ਅਸੀਂ ਮੰਨਦੇ ਹਾਂ,
ਪਰ ਇਸ ਵੇਲੇ ਜਿਹੜੀ ਦਾਲ ਪੂਰੀ ਕਾਲੀ ਲੱਗ ਰਹੀ ਹੈ ਕਿਉਂਕਿ ਇਲੈਕਸ਼ਨ ਹੋ ਗਈਆਂ। ਇਲੈਕਸ਼ਨ ਤੋਂ ਬਾਅਦ ਹਿੰਸਾ ਕਿਉਂ ਹੋ ਰਹੀ ਹੈ ਬੰਗਾਲ ਦੇ ਵਿੱਚ? ਪਰਮਿੰਦਰ ਜੀ, ਜਿਹੜੇ ਆਮ ਲੋਕ ਨੇ ਨਾ ਜੀ, ਉਹਨਾਂ ਦੇ ਸਰੋਕਾਰ ਕੁਝ ਪਾਰਟੀਆਂ ਨਾਲ ਪੱਕੇ ਤੌਰ ਤੇ ਬੱਝੇ ਹੋਏ ਨੇ ਜੀ, ਤੇ ਅਸੀਂ ਫਿਰ ਦੁਸ਼ਮਣੀਆਂ ਵੀ ਪੱਕੀਆਂ ਪਾਲੀ ਬੈਠੇ ਆ ਕਿ ਇਹ ਸਾਡੀ ਪਾਰਟੀ ਹੈ ਤੇ ਅਸੀਂ ਜਿੱਤ ਗਏ ਹਾਂ ਤੇ ਤੁਹਾਡੀ ਪਾਰਟੀ ਹੈ, ਤੁਸੀਂ ਹਾਰ ਗਏ ਹੋ। ਜਦ ਕਿ ਜਿਹੜੇ ਲੀਡਰ ਨੇ ਉਹ ਉੱਪਰ ਇਸ ਗੱਲ ਤੋਂ ਬਿਲਕੁਲ ਬੇਖਬਰ ਰਹਿੰਦੇ ਨੇ। ਅਸੀਂ ਪੰਜਾਬ ਦੀ ਰਾਜਨੀਤੀ ਦੀ ਵੀ ਬਹੁਤ ਵਾਰ ਗੱਲ ਕੀਤੀ ਹੈ ਤੇ ਬਾਹਰਲੀਆਂ ਗੱਲਾਂ ਦੀ ਵੀ ਗੱਲ ਕੀਤੀ ਹੈ। ਜਦੋਂ ਪ੍ਰਧਾਨ ਮੰਤਰੀ ਇਲੈਕਸ਼ਨ ਤੋਂ ਬਾਅਦ ਪ੍ਰਧਾਨ ਮੰਤਰੀ ਬਣਦਾ ਹੈ ਕੋਈ ਵੀ, ਤੇ ਉਹ ਇਹ ਗੱਲ ਦਾ ਅਨਾਉਂਸਮੈਂਟ ਕਰਦਾ ਹੈ ਕਿ ਇਲੈਕਸ਼ਨ ਖਤਮ ਹੋ ਗਈ ਹੈ, ਹੁਣ ਮੈਂ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਹਾਂ। ਪਰ ਲੋਕ ਇਹ ਗੱਲ ਨਹੀਂ ਸਮਝਦੇ ਤੇ ਕੁਝ ਸਟੇਟਾਂ ਖਾਸ ਤੌਰ ਤੇ ਇਸ ਗੱਲ ਲਈ ਜਾਣੀਆਂ ਜਾਂਦੀਆਂ ਨੇ ਕਿ ਉੱਥੇ ਹਿੰਸਾ ਜਿਹੜੀ ਆ ਉਹ ਹੁੰਦੀ ਰਹਿੰਦੀ ਹੈ, ਉਹ ਜ਼ਿਆਦਾ ਹੁੰਦੀ ਹੈ। ਇਹਦੇ ਵਿੱਚ ਲੋਕਾਂ ਦਾ ਜਿਹੜਾ ਵਿਵਹਾਰ ਹੈ ਉਹਨੂੰ ਸਮਝਣ ਦੀ ਲੋੜ ਹੈ। ਤੇ ਫਿਰ ਬੰਗਾਲ ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਹੈ, ਇਲੈਕਸ਼ਨ ਤੋਂ ਬਾਅਦ ਵਿੱਚ ਹਿੰਸਾ ਹੋਈ ਹੈ, ਇਹ ਬਿਲਕੁਲ ਨਹੀਂ ਹੋਣੀ ਚਾਹੀਦੀ ਸੀ। ਚਾਹੇ ਉਹਨਾਂ ਨੇ ਬੀਜੇਪੀ ਦੇ ਆਫਿਸ ਨੂੰ ਖਰਾਬ ਕੀਤਾ ਹੈ, ਬੀਜੇਪੀ ਦੇ ਆਫਿਸ ਨੂੰ ਅੱਗ ਲਾਈ ਹੈ। ਦੇਖੋ, ਲੋਕਤੰਤਰ ਪ੍ਰਣਾਲੀ ਨੂੰ ਸਭ ਤੋਂ ਚੰਗੀ ਮੰਨਿਆ ਜਾਂਦਾ ਕਿ ਤੁਸੀਂ ਆਪਣੇ ਮਤ ਦਾ ਅਧਿਕਾਰ ਆਪਣੀ ਮਤ ਦੇ ਅਨੁਸਾਰ ਕਰਕੇ ਤੇ ਲੋੜੀਂਦੇ ਬੰਦੇ ਨੂੰ ਚੁਣ ਲੈਂਦੇ ਹੋ। ਤੇ ਜੇ ਤੁਹਾਡੇ ਵਰਗ ਸਾਰੇ ਸੋਚਦੇ ਨੇ ਵੋਟਾਂ ਜਿਹਨੂੰ 49% ਪੈਂਦੀਆਂ ਉਹ ਹਾਰ ਜਾਂਦਾ, ਜਿਹਨੂੰ 51 ਪੈ ਜਾਂਦੀਆਂ ਉਹ ਜਿੱਤ ਜਾਂਦਾ। ਤੇ ਚੋਣਾਂ ਤੋਂ ਬਾਅਦ ਲੀਡਰਾਂ ਦਾ ਫਰਜ਼ ਬਣਦਾ ਹੈ ਕਿ ਆਪਣੇ ਲੋਕਾਂ ਨੂੰ, ਆਪਣੇ ਜਿਹੜੇ ਕਾਰਕੁਨ ਨੇ, ਜਿਹੜੇ ਉਹਨਾਂ ਦੇ ਪਾਰਟੀ ਦੇ ਵਰਕਰ ਨੇ, ਉਹਨਾਂ ਨੂੰ ਇਹ ਗੱਲ ਸਮਝਾਈ ਜਾਵੇ ਕਿ ਹਿੰਸਾ ਦਾ ਕਿਸੇ ਵੀ ਸੱਭਿਅਕ ਸਮਾਜ ਦੇ ਵਿੱਚ ਕੋਈ ਥਾਂ ਨਹੀਂ ਹੈ। ਸੈਂਟਰ ਸਰਕਾਰ ਨੇ ਉਹਦੀ ਰਿਪੋਰਟ ਮੰਗੀ ਹੈ, ਉਹਦੇ ਤੇ ਕੋਈ ਕਾਰਵਾਈ ਹੋਵੇਗੀ, ਕਿਸੇ ਨੂੰ ਸਜ਼ਾ ਮਿਲੇਗੀ ਜਾਂ ਨਹੀਂ ਮਿਲੇਗੀ ਉਹ ਬਾਅਦ ਦੀ ਗੱਲ ਹੈ। ਪਰ ਜਿਹੜੀਆਂ ਜਾਨਾਂ ਗਵਾਚ ਗਈਆਂ ਖਾਸ ਤੌਰ ਤੇ ਹਿੰਸਾ ਦੇ ਵਿੱਚ, ਕਿਸੇ ਨੇ ਕਿਸੇ ਬੰਦੇ ਨੂੰ ਮਾਰ ਦੇਣਾ, ਇਹ ਕੋਈ ਚੰਗੀ ਗੱਲ ਨਹੀਂ ਹੈ। ਕਿਸੇ ਦੇ ਸੱਟ ਫੇਟ ਲਾ ਦੇਣੀ, ਕਿਸੇ ਜਗ੍ਹਾ ਨੂੰ ਅੱਗ ਲਾ ਦੇਣੀ, ਇਹ ਸਾਰੀਆਂ ਜਿਹੜੀਆਂ ਗੱਲਾਂ ਹੈ ਇਹਨਾਂ ਦੀ ਸਮਾਜ ਦੇ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਪਰ ਇਹਦੇ ਲਈ ਫਿਰ ਉਹੀ ਗੱਲ ਨੇ, ਚੋਣਾਂ ਸਾਦੀਆਂ ਹੋਣ, ਚੋਣਾਂ ਸਿੰਪਲ ਹੋਣ, ਲੋਕਾਂ ਦੇ ਵਿੱਚ ਜਾਗਰੂਕਤਾ ਹੋਵੇ, ਲੋਕਾਂ ਦੇ ਵਿੱਚ ਅਵੇਅਰਨੈਸ ਹੋਵੇ ਤੇ ਲੀਡਰ ਇਹ ਗੱਲ ਚਾਹਣ। ਸੱਚਾਈ ਇਹ ਹੈ ਕਿ ਰਾਜਨੀਤੀ ਹੀ ਚਾਹੁੰਦੀ ਹੈ ਕਿ ਇਹ ਸਾਰਾ ਕੁਝ ਹੋਈ ਜਾਵੇ ਤਾਂ ਕਿ ਲੋਕਾਂ ਜਿਹੜੇ ਆ ਦੋ ਧੜਿਆਂ 'ਚ ਵੰਡੇ ਰਹਿਣ ਤੇ ਇਹ ਸਾਰਾ ਕੁਝ ਚੱਲਦਾ ਰਹੇ। ਸੱਤਾ ਮਿਲਣ ਵਾਲਿਆਂ ਨੂੰ ਸੱਤਾ ਮਿਲ ਗਈ ਤੇ ਜਿਹੜੇ ਜਾਨ ਗਵਾ ਗਏ ਉਹਨਾਂ ਨੂੰ ਕੀ ਮਿਲਿਆ? ਸੋ ਅਮਰਿਤ ਜੀ, ਗੱਲਾਂ ਬਾਤਾਂ ਤਾਂ ਹੋਰ ਵੀ ਬੜੀਆਂ ਨੇ ਜਿਨ੍ਹਾਂ 'ਚ ਆਪਾਂ ਵਿਚਾਰ ਕਰ ਸਕਦੇ ਹਾਂ ਤੇ ਵਿਚਾਰਾਂ ਦੀ ਸਾਂਝ ਪਾਉਣ ਲਈ, ਪਰ ਸਮਾਂ ਜਿਹੜਾ ਹੈ ਅੱਜ ਦੇ ਪ੍ਰੋਗਰਾਮ ਦਾ ਮੁੱਕਦਾ ਹੈ। ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਸਾਂਝੇ ਕੀਤੇ, ਧੰਨਵਾਦ। ਸ਼ੁਕਰੀਆ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਅੱਜ ਦੇ ਇਸ ਅੰਕ ਨਾਲ ਜੁੜਨ ਲਈ। ਇਸੇ ਤਰ੍ਹਾਂ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਰਹੋ। ਨਵੇਂ ਮੁੱਦੇ ਨਾਲ ਫੇਰ ਤੋਂ ਲੈ ਕੇ ਹਾਜ਼ਰ ਹੋਵਾਂਗੇ। ਤੁਹਾਡੀ ਉਮੀਦ ਤੇ ਸਾਡੀ ਕੋਸ਼ਿਸ਼ ਜਾਰੀ ਹੈ।